ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਕੈਲੀਫੋਰਨੀਆ ਇਮੀਗ੍ਰੇਸ਼ਨ ਕੰਸਲਟੈਂਟ, ਰਜਿਸਟਰਡ ਅਤੇ ਬੌਂਡਡ। ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ, 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California। Call 510-200-9988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਗੇ ਚੱਲਣ ਤੋਂ ਪਹਿਲਾਂ ਦੱਸ ਦਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਸੈਟਲ ਲੋਕਲ ਏਰੀਆ ਜੌਬ ਦੇ ਲਈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਤੇ ਟਰਾਂਸ ਕੈਨੇਡਾ ਚੱਲਣ ਵਾਲੇ ਵੀਰ ਜਿਹੜੇ ਹੈਗੇ ਨੇ ਉਹ ਨੰਬਰ ਨੋਟ ਕਰ ਲਓ। ਬਲਤੇਜ ਪਨੇਸਰ ਹੋਰਾਂ ਦਾ 2044592000। ਇਹਨਾਂ ਦਾ ਐਡਰੈਸ ਹੈ ਜੀ 82 ਰੇਨੋ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ। ਇੱਥੇ ਤੁਹਾਨੂੰ ਸੈਮੀ ਤੇ ਟ੍ਰੇਲਰ ਦੇ ਤਮਾਮ ਕੰਮ ਕਰਕੇ ਦਿੱਤੇ ਜਾਂਦੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਵੈਸੇ ਤਾਂ ਆਮ ਤੌਰ 'ਤੇ ਸਿਆਣੇ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਘਰ ਦੀ ਲੜਾਈ ਚੁੱਲ੍ਹੇ 'ਤੇ ਨਿਬੇੜ ਲਈਏ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ। ਬਿਲਕੁਲ। ਅਤੇ ਜੇ ਕਹਿੰਦੇ ਬੂਹਾ ਇੱਕ ਵਾਰੀ ਲੰਘ ਜੇ ਤਾਂ ਫਿਰ ਤਾਂ ਲੋਕ ਵੀ ਨਹੀਂ ਟਿਕਣ ਦਿੰਦੇ ਹੁੰਦੇ। ਹੁਣ ਰਾਵਤ ਨੇ ਨਸੀਹਤ ਦਿੱਤੀ ਹੈ ਜੀ, ਵੈਸੇ ਤਾਂ ਸਾਰੇ ਕਾਂਗਰਸੀਆਂ ਨੂੰ ਦਿੱਤੀ ਹੈ, ਖਾਸ ਕਰਕੇ ਕੱਲ੍ਹ ਆਏ ਸੀਗੇ, ਅਤੇ ਕੱਲ੍ਹ ਕਿਹਨੂੰ ਹੋਰ ਨਸੀਹਤ ਦੇ ਗਏ? ਦੇਖੋ, ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਹੈ ਜੀ, ਔਰ ਆਸ਼ਾ ਕੁਮਾਰੀ ਪਹਿਲਾਂ ਪੰਜਾਬ ਦੀ ਇੰਚਾਰਜ ਹੁੰਦੀ ਸੀ ਜੀ, ਲੇਕਿਨ ਆਸ਼ਾ ਕੁਮਾਰੀ ਨੂੰ ਇੱਕਦਮ ਹਟਾ ਕੇ ਤੇ ਉਹਦੀ ਥਾਂ ਦੇ ਉੱਤੇ ਲਾ ਦਿੱਤਾ ਸੀ ਹਰੀਸ਼ ਰਾਵਤ ਨੂੰ ਜੀ। ਹਰੀਸ਼ ਰਾਵਤ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹੈ ਜੀ, ਵੱਡੇ ਲੀਡਰ ਹੈ। ਅਤੇ ਜੇ ਆਪਾਂ ਇਹ ਕਹਿ ਦਈਏ ਕਿ ਵੱਡੇ ਬੰਦਿਆਂ ਨੂੰ ਮਤਲਬ ਇਹਨਾਂ ਨੇ ਨੱਕ ਨਾਲ ਚਨੇ ਚਬਾਉਣ ਵਾਲੀ ਗੱਲ ਕੀਤੀ ਹੈ।
ਨਾਰਾਇਣ ਦੱਤ ਤਿਵਾੜੀ ਜਿਹਨੂੰ ਐਨਡੀ ਤਿਵਾੜੀ ਵਜੋਂ ਜਾਣਿਆ ਜਾਂਦਾ ਹੈ, ਜੀ ਕਿਸੇ ਜ਼ਮਾਨੇ ਦਾ ਬਹੁਤ ਵੱਡਾ ਲੀਡਰ ਹੁੰਦਾ ਸੀ। ਬਿਲਕੁਲ 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 ਜੇ ਆਪਾਂ ਉਹਨੂੰ ਕਹੀਏ ਪੰਡਿਤ ਨਹਿਰੂ ਦੇ ਯੁੱਗ ਦਾ ਉਹ ਬੰਦਾ ਸੀ। ਜੀ ਤੇ ਇੰਦਰਾ ਗਾਂਧੀ ਦਾ ਜਿਸ ਵੇਲੇ ਕਲੇਸ਼ ਪਿਆ ਹੈ ਹੂੰ ਸਿੰਡੀਕੇਟ ਵਾਲਿਆਂ ਨਾਲ, ਜੀ ਔਰ ਉਸ ਕਲੇਸ਼ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਆ ਗਈ ਸੀ। ਹੂੰ ਸਿੰਡੀਕੇਟ ਵਾਲਿਆਂ ਨੇ ਫੈਸਲਾ ਕਰ ਲਿਆ ਕਿ ਰਾਸ਼ਟਰਪਤੀ ਕਿਹਨੂੰ ਬਣਾਇਆ ਜਾਵੇ, ਜੀ ਤੇ ਉਹਨਾਂ ਨੇ ਨੀਲਮ ਸੰਜੀਵਾ ਰੈਡੀ ਨੂੰ ਰਾਸ਼ਟਰਪਤੀ ਕਾਂਗਰਸ ਪਾਰਟੀ ਦਾ ਅਧਿਕਾਰਤ ਕੈਂਡੀਡੇਟ ਬਣਾ ਦਿੱਤਾ। ਹੂੰ ਇੰਦਰਾ ਗਾਂਧੀ ਦੀ ਇੱਛਾ ਦੇ ਉਲਟਾ ਆਇਆ ਸੀ। ਜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਹੂੰ ਤੇ ਇੰਦਰਾ ਗਾਂਧੀ ਨੇ ਬਗਾਵਤ ਕਰਕੇ ਪਾਰਟੀ ਤੋਂ ਜੀ ਵੀਵੀ ਗਿਰੀ ਨਾਂ ਦੇ ਇੱਕ ਸ਼ਖਸ ਨੂੰ, ਜਿਹੜਾ ਇੱਕ ਟ੍ਰੇਡ ਯੂਨੀਅਨਿਸਟ ਸੀ, ਹੂੰ ਉਹਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਲਿਆ। ਉਹ ਉਮੀਦਵਾਰ ਜਿੱਤ ਗਿਆ। ਹੂੰ ਕਹਾਣੀ ਬੜੀ ਲੰਬੀ ਚੌੜੀ ਹੈ, ਪਰ ਮੈਂ ਜਦੋਂ ਗਿਆਨੀ ਜੈਲ ਸਿੰਘ ਹੋਰਾਂ ਨੂੰ ਰਾਸ਼ਟਰਪਤੀ ਬਣਾਇਆ ਨਾ ਦੇਸ਼ ਦਾ, ਜੀ ਉਸ ਵੇਲੇ ਇੰਡੀਆ ਟੂਡੇ ਦੇ ਵਿੱਚ ਇੱਕ ਸਟੋਰੀ ਪੜ੍ਹੀ ਸੀ। ਹੂੰ ਇੰਡੀਆ ਟੂਡੇ ਵਾਲਿਆਂ ਨੇ ਆਪਣੇ ਕਵਰ ਪੇਜ ਦੇ ਉੱਤੇ ਫੋਟੋ ਲਾਈ ਸੀ ਰਾਸ਼ਟਰਪਤੀ ਭਵਨ ਦੀ, ਜੀ ਤੇ ਦੋ ਕੈਂਡੀਡੇਟ ਉਹਨਾਂ ਨੇ ਜਿਹੜੇ ਹੈਗੇ ਹੈ ਹੂੰ ਉਹ ਦਰਸਾਏ ਸੀ ਕਿ ਇਹਨਾਂ ਦੋਨਾਂ ਚੋਂ ਇੱਕ ਬੰਦਾ ਉਮੀਦਵਾਰ ਹੋ ਸਕਦਾ ਹੈ। ਜੀ ਨੰਬਰ 1 ਦੇ ਉੱਤੇ ਸੀਗਾ ਐਨਡੀ ਤਿਵਾੜੀ, ਅੱਛਾ ਜੀ ਤੇ ਨੰਬਰ 2 ਦੇ ਉੱਤੇ ਸੀ ਗਿਆਨੀ ਜੈਲ ਸਿੰਘ। ਹੂੰ ਐਨਡੀ ਤਿਵਾੜੀ ਕਿਉਂ ਜੀ ਰਾਸ਼ਟਰਪਤੀ ਬਣ ਸਕਦਾ ਹੈ, ਹੂੰ ਇਹਦਾ ਇੱਕ ਕਾਰਨ ਦੱਸਿਆ ਸੀ ਅੱਛਾ ਜੀ ਇੰਡੀਆ ਟੂਡੇ ਵਾਲਿਆਂ ਨੇ ਵੀ ਜਦੋਂ ਸਵਾਲ ਇਹ ਪੈਦਾ ਹੋ ਗਿਆ ਕਿ ਇਲੈਕਸ਼ਨ ਜਿੱਤਾਂਗੇ ਕਿਵੇਂ। ਹੂੰ ਤਿਵਾੜੀ ਉਸ ਵੇਲੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੁੰਦਾ ਸੀ। ਅੱਛਾ ਜੀ ਇੰਦਰਾ ਗਾਂਧੀ ਨੇ ਉਹਨੂੰ ਫੋਨ ਕੀਤਾ ਵੀ ਤੁਸੀਂ ਮੇਰੇ ਕੈਂਡੀਡੇਟ ਬੀਵੀ ਗਿਰੀ ਦੀ ਮਦਦ ਕਰੋ। ਹੂੰ ਤੇ ਉਹਨੇ ਅੱਗੋਂ ਕਿਹਾ ਵੀ ਮੈਡਮ ਬੀਵੀ ਗਿਰੀ ਤੇਰਾ ਕੈਂਡੀਡੇਟ ਹੈ, ਲੇਕਿਨ ਕਾਂਗਰਸ ਪਾਰਟੀ ਦਾ ਕੈਂਡੀਡੇਟ ਨਹੀਂ ਨਾ। ਜੀ ਜੀ ਕਾਂਗਰਸ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਕੈਂਡੀਡੇਟ ਜਿਹੜਾ ਹੈਗਾ ਉਹ ਤਾਂ ਨੀਲਮ ਸੰਜੀਵਾ ਰੈਡੀ ਹੈ, ਹੂੰ ਔਰ ਮੈਂ ਆਰਗੇਨਾਈਜੇਸ਼ਨ ਨੂੰ ਕਮਿਟਡ ਹਾਂ। ਜੀ ਬਿਲਕੁਲ ਮੈਂ ਆਰਗੇਨਾਈਜੇਸ਼ਨ ਦਾ ਬੰਦਾ, ਮੈਂ ਆਰਗੇਨਾਈਜੇਸ਼ਨ ਤੋਂ ਪਾਸੇ ਕਿਵੇਂ ਜਾ ਸਕਦਾ। ਤੇ ਫਿਰ ਇੰਦਰਾ ਗਾਂਧੀ ਨੇ ਉਹਨੂੰ ਕਿਹਾ, ਕਹਿੰਦੀ ਅੰਕਲ ਇੱਕ ਗੱਲ ਸੁਣ ਲਓ, ਤੁਸੀਂ ਪੰਡਿਤ ਨਹਿਰੂ ਦੀ ਵਿਰਾਸਤ ਨੂੰ ਬਰਬਾਦ ਹੁੰਦਾ ਦੇਖਣਾ ਚਾਹੁੰਦੇ ਹੋ। ਹੂੰ ਇਹ ਲੋਕ ਜਿਹੜੇ ਹੈਗੇ ਇਹ ਰਾਈਟ ਰਿਐਕਸ਼ਨ ਦੇ ਬੰਦੇ ਹੈ, ਜੀ ਇਹ ਸੱਜ ਪਛਾਖੜੀ ਹੈ। ਇਹ ਪੰਡਿਤ ਨਹਿਰੂ ਦੀ ਜਿਹੜੀ ਸੋਚ ਹੈ ਜਾਂ ਪੰਡਿਤ ਨਹਿਰੂ ਦੀਆਂ ਜਿਹੜੀਆਂ ਪ੍ਰੋ ਪੀਪਲ ਪਾਲਿਸੀਜ਼ ਹੈ, ਜੀ ਉਹਨਾਂ ਦੇ ਉਲਟੇ ਤਾਂ ਕਾਰਪੋਰੇਟਰ ਨਹੀਂ ਹੁੰਦੇ ਸੀ, ਉਦੋਂ ਸਰਮਾਏਦਾਰ ਹੁੰਦੇ ਸੀ, ਇੰਡਸਟਰੀਅਲ ਲੌਬੀ ਹੁੰਦੀ ਸੀਗੀ, ਜਿਹੜੇ ਵੱਡੇ ਘਰਾਣੇ ਹੁੰਦੇ ਸੀ ਉਹਨਾਂ ਦੇ ਹੱਕ ਵਾਲੇ ਬੰਦੇ ਹੈ। ਕੀ ਤੁਸੀਂ ਇਹਨਾਂ ਨੂੰ ਪਾਵਰਫੁੱਲ ਹੁੰਦਾ ਦੇਖੋਗੇ? ਜੀ ਮੈਨੂੰ ਇਹਦਾ ਜਵਾਬ ਦੇ ਦਿਓ। ਹੂੰ ਤੇ ਉਹ ਕਹਿੰਦੇ ਐਨਡੀ ਤਿਵਾੜੀ ਨੇ ਕਿਹਾ ਵੀ ਬੇਟਾ ਮੈਨੂੰ ਸੋਚ ਲੈਣ ਦਿਓ ਕੁਛ। ਜੀ ਹਾਂ ਫਿਰ ਉਹ ਕਹਿੰਦੇ ਵੀ ਆਪਦੀ ਕੋਠੀ ਚੋਂ ਬਾਹਰ ਨਿਕਲਿਆ, ਹੂੰ ਲਾਨ 'ਚ ਘੁੰਮਣ ਲੱਗ ਗਿਆ। ਅੱਛਾ ਜੀ 20-25 ਮਿੰਟ ਉਹਨੇ ਆਤਮ ਮੰਥਨ ਕੀਤਾ, ਸਾਰਾ ਕੁਝ ਦੇਖਿਆ ਵੀ ਬੰਦਿਆਂ ਦੀ ਉਹਨਾਂ ਦੀ ਸੋਚ ਕੀ ਹੈ, ਹੂੰ ਉਹ ਕਿਹੜੇ ਪਾਸੇ ਨੂੰ ਜਾ ਰਹੇ ਆ। ਕਿਉਂਕਿ ਉਹ ਤਾਂ ਜਿਹੜੇ ਹੈਗੇ ਰਾਜਾਂ ਦੇ ਪ੍ਰੀਵੀ ਪਰਸ ਬੰਦ ਕੀਤੇ, 14 ਵੱਡੇ ਬੈਂਕ ਹੈ ਜਿਹੜੇ ਜਦੋਂ ਉਹਨਾਂ ਦਾ ਕੌਮੀਕਰਨ ਕੀਤਾ, ਇਹਦੇ ਖਿਲਾਫ ਸੀ ਉਹ ਸਾਰੇ ਲੋਕ। ਬਿਲਕੁਲ ਬਿਲਕੁਲ ਇਹ ਜਿਹੜੀ ਇੰਦਰਾ ਗਾਂਧੀ ਨੇ ਜਿਹੜੀ ਇਹਦੇ 'ਚ ਸਫਲਤਾ ਹਾਸਲ ਕੀਤੀ ਸੀ, ਇਹ ਖੱਬੇ ਪੱਖੀਆਂ ਦੀ ਮਦਦ ਨਾਲ ਕੀਤੀ ਸੀ। ਜੀ ਜੀ ਵੀ ਆਪਾਂ ਅੱਗੇ ਉਸ ਤੋਂ ਬਿਨਾਂ ਤਾਂ ਹੋ ਨਹੀਂ ਉਹ ਸਕਦੀ। ਤਾਂ ਹੋ ਨਹੀਂ ਸਕਦਾ ਸੀ ਵੀ ਆਪਾਂ ਹੁਣ ਕੀ ਕਰਾਂਗੇ, ਇਹਦੇ 'ਚ ਕੀ ਕਰੀਏ। ਅਲਟੀਮੇਟਲੀ 15-20 ਮਿੰਟਾਂ ਬਾਅਦ ਉਹਨੇ ਰਿੰਗ ਬੈਕ ਕੀਤੀ ਤੇ ਉਹਨੇ ਕਹਿਤਾ ਕਿ ਬੀਬਾ ਮੈਂ ਤੇਰੇ ਨਾਲ ਹਾਂ। ਜੀ ਔਰ ਉਦੋਂ ਜਿਹੜੇ ਹੈਗੇ ਆ ਤੁਹਾਡੇ ਮਿਸਟਰ ਵੀਵੀ ਗਿਰੀ ਜੇ ਰਾਸ਼ਟਰਪਤੀ ਬਣੇ ਸੀ, ਜੀ ਜੀ ਤਾਂ ਉਹਦੀ ਮਦਦ ਨਾਲ ਬਣੇ ਸੀ। ਲੇਕਿਨ ਬਾਅਦ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਇੰਦਰਾ ਗਾਂਧੀ ਨੂੰ ਆਪਣਾ ਬਹੁਤ ਜ਼ਿਆਦਾ ਵੱਡਾ ਫਰਮਾਬਰਦਾਰ ਚਾਹੀਦਾ ਸੀ। ਜੀ ਤੇ ਉਹਦੇ 'ਚ ਗਿਆਨੀ ਜੈਲ ਸਿੰਘ ਉਹਨੂੰ ਇਹ ਅਹਿਸਾਸ ਕਰਾਉਣ 'ਚ ਕਾਮਯਾਬ ਹੋ ਗਿਆ ਕਿ ਮੈਥੋਂ ਵੱਡਾ ਤੁਹਾਡਾ ਕੋਈ ਤਾਬਿਆਦਾਰ ਨਹੀਂ ਹੋ ਸਕਦਾ। ਤੇ ਦਾਨੇਵਾਲੀਆ ਸਾਹਿਬ ਤੁਸੀਂ ਯਾਦ ਕਰੋ, ਜੇ ਤੁਹਾਡੇ ਯਾਦ ਹੋਵੇ, ਸ਼ਾਇਦ ਤੁਸੀਂ ਉਦੋਂ ਪੜ੍ਹਿਆ, ਮੇਰੇ ਖਿਆਲ ਤੁਸੀਂ ਛੋਟੇ ਹੋਵੋਗੇ। ਉਦੋਂ ਗਿਆਨੀ ਜੈਲ ਸਿੰਘ ਨੇ ਇੱਕ ਗੱਲ ਕਹੀ ਸੀਗੀ ਕਿ ਮੈਂ ਰੋਜ਼ ਰਾਸ਼ਟਰਪਤੀ ਬਣਨ ਤੋਂ ਬਾਅਦ ਰਾਸ਼ਟਰਪਤੀ ਭਵਨ 'ਚੋਂ ਉੱਠ ਕੇ ਮੈਂ ਇੰਦਰਾ ਗਾਂਧੀ ਦੀ ਕੋਠੀ ਦੇ ਵਿੱਚ ਝਾੜੂ ਵੀ ਮਾਰ ਸਕਦਾ। ਦੱਸੋ ਇਦੋਂ ਨੀਵੀਂ ਗੱਲ ਇਦੋਂ ਨੀਵਾਂਪਨ ਕੀ ਹੋ ਸਕਦਾ। ਤੇ ਜਿਹੋ ਜਿਹਾ ਬੰਦਾ ਚਾਹੀਦਾ ਸੀ ਇੰਦਰਾ ਗਾਂਧੀ ਨੇ ਉਹਨੂੰ ਰਾਸ਼ਟਰਪਤੀ ਬਣਾ ਲਿਆ। ਹੁਣ ਮਿਲ ਗਏ ਹੋ ਠੀਕ ਹੈ, ਆਪਾਂ ਇਹਨਾਂ ਨੂੰ ਰੋਂਦੇ ਹਾਂ, ਪਹਿਲਾਂ ਵੀ ਇਹੋ ਜਿਹੇ ਸੀ, ਚੱਲਦਾ ਹੀ ਹੁੰਦਾ, ਦਸਤੂਰੀ ਹੈ ਇਹ, ਦਸਤੂਰੀ ਹੈ। ਹਾਂ, ਉਹ ਜਦੋਂ ਚੱਲਦਾ ਉਹ ਬਣ ਗਿਆ। ਤੇ ਇਹ ਹੁਣ ਜੇ ਆਪਾਂ ਦੇਖੀਏ ਤੇ ਇਹ ਜਿਹੜਾ ਆਪਣਾ ਤੁਹਾਡਾ ਹਰੀਸ਼ ਰਾਵਤ ਹੈ, ਜੀ ਜੀ ਹਰੀਸ਼ ਰਾਵਤ ਨੇ ਉਸ ਐਨਡੀ ਤਿਵਾੜੀ ਨੂੰ ਅਸਫਲ ਕੀਤਾ ਸੀ। ਉਹਦੀ ਥਾਂ ਦੇ ਉੱਤੇ ਇਹ ਬੰਦਾ ਉੱਤਰਾਖੰਡ ਦਾ ਮੁੱਖ ਮੰਤਰੀ ਬਣਨ 'ਚ ਕਾਮਯਾਬ ਹੋ ਗਿਆ ਸੀ। ਪਰ ਸਮੇਂ ਦੇ ਨਾਲ ਨਾਲ ਬੰਦਾ ਕੁਛ ਪੋਲਾ ਪੈ ਜਾਂਦਾ ਹੈ। ਹੁਣ ਇਹਨੂੰ ਪੰਜਾਬ ਦਾ ਇੰਚਾਰਜ ਲਾਤਾ। ਅੱਛਾ ਜੀ ਇੰਚਾਰਜ ਦੇ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਇਹ ਅਸਫਲ ਹੋਇਆ, ਸਫਲ ਨਹੀਂ ਹੋਇਆ। ਕਿਉਂਕਿ ਜਿਹੜਾ ਫਰਮ ਸਟੈਂਡ ਹੈ ਬੰਦੇ ਦਾ ਉਹ ਹੈ ਨਹੀਂ, ਉਹ ਹੈ ਨਹੀਂ ਪਹਾੜੀਆਂ ਵਾਲਾ ਸਟੈਂਡ, ਪਹਾੜੀਆਂ ਵਾਲਾ ਸਟੈਂਡ ਹੈ। ਕਦੇ ਤਾਂ ਕਹਿ ਦਿੰਦਾ ਜੀ ਅਗਲੀ ਚੋਣ ਜਿਹੜੀ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜੀ ਜਾਊ। ਤੇ ਜੇ ਪ੍ਰਗਟ ਸਿੰਘ ਕਹਿ ਦਿੰਦਾ ਵੀ ਇਹ ਕਿੱਥੇ ਫੈਸਲਾ ਹੋਇਆ ਜੀ, ਖੜਗੇ ਕਮੇਟੀ ਕੋਲੇ ਜਿਹੜੇ ਲੋਕ ਪੇਸ਼ ਹੋਏ ਆ ਉਹਨਾਂ ਨੇ ਜੋ ਕੁਝ ਕਿਹਾ ਉਹਦੇ ਆਧਾਰ ਦੇ ਉੱਤੇ ਜੋ ਉਹਨਾਂ ਨੇ ਰਿਪੋਰਟ ਤਿਆਰ ਕੀਤੀ, ਹਾਂਜੀ ਹਾਂਜੀ, ਉਹ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਜਿਹੜੀ ਅਗਲੀ ਚੋਣ ਹੈ ਉਹ
ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੀ ਜਾਊ ਤੇ ਕੈਪਟਨ ਅਮਰਿੰਦਰ ਸਿੰਘ ਦਾ ਦੱਸ ਕਿਹੜੀ ਕਮੇਟੀ ਦੇ ਵਿੱਚ ਫੈਸਲਾ ਹੋਇਆ ਜੀ। ਤੇ ਫਿਰ ਨਾਲ ਦੀ ਨਾਲ ਹੀ ਕਹਿੰਦਾ ਨਹੀਂ ਰਵਾਇਤਾਂ ਦੇ ਮੁਤਾਬਕ ਅਸੀਂ ਫੈਸਲਾ ਕਰਾਂਗੇ। ਇਹ ਗੱਲ ਕਹਿ ਦਿੱਤੀ। ਲੋਕ ਟੁੱਟ ਕੇ ਪੈਣ ਲੱਗੇ ਵਿਰੋਧ ਵਾਲੇ। ਹੁਣ ਇੱਕ ਪਾਸੇ ਵਿਰੋਧ ਵਾਲੇ ਟੁੱਟ ਕੇ ਪੈ ਜਾਂਦੇ, ਦੂਜੇ ਪਾਸੇ ਜਿਹੜਾ ਅਮਰਿੰਦਰ ਸਿੰਘ ਵੀ ਛੇਤੀ ਕਿਤੇ ਥੜੇ ਨਹੀਂ ਚੜਨ ਦਾ। ਇਹਨਾਂ ਹਾਲਾਤਾਂ ਦੇ ਵਿੱਚ ਹੁਣ ਕਿਉਂਕਿ ਇਸ ਵੇਲੇ ਦੀ ਸਥਿਤੀ ਜਿਹੜੀ ਹੈਗੀ ਉਹ ਬੜੀ ਡਾਮਾਡੋਲ ਹੈ। ਸਿੱਧੂ ਕੈਂਪ ਲਾ ਲਓ ਜਾਂ ਸਿੱਧੂ ਨੇ, ਮੈਂ ਸਿੱਧੂ ਕੈਂਪ ਨਹੀਂ ਕਹੂੰਗਾ, ਮੈਂ ਕਹੂੰਗਾ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਟਕਸਾਲੀ ਬੰਦੇ ਹੈ, ਟਕਸਾਲੀ ਬੰਦੇ ਨੂੰ ਥੋੜਾ ਜਿਹਾ ਅਹਿਸਾਸ ਹੋਇਆ ਕਿਉਂਕਿ ਜਿਹੜੀ ਇਹਨਾਂ ਨੇ ਇੱਕ ਤਾਲਮੇਲ ਕਮੇਟੀ ਬਣਾਈ ਹੈ, ਉਸ ਤਾਲਮੇਲ ਕਮੇਟੀ ਦੇ ਵਿੱਚ ਸਿੱਧੂ ਤਾਂ ਹੋਣਾ ਹੀ ਹੋਣਾ ਸੀ, ਕੈਪਟਨ ਨੇ ਵੀ ਹੋਣਾ ਸੀ, ਪ੍ਰਧਾਨਗੀ ਉਹਨੇ ਕਰਨੀ ਹੈ, ਪ੍ਰਗਟ ਸਿੰਘ ਵੀ ਪਾ ਲਿਆ। ਪ੍ਰਗਟ ਸਿੰਘ ਦੇ ਨਾਲ ਜਿਹੜੇ ਹੈਗੇ ਆ ਦੂਜੇ 4 ਵਰਕਿੰਗ ਪ੍ਰੈਜ਼ੀਡੈਂਟ ਉਹ ਵੀ ਪਾ ਲਏ। ਲੇਕਿਨ ਮੰਤਰੀਆਂ ਦੇ ਵਿੱਚੋਂ ਕੌਣ ਪਾਇਆ? ਮੰਤਰੀਆਂ ਦੇ ਵਿੱਚੋਂ ਪਾ ਲਿਆ ਵਰੁਣ ਮਹਿੰਦਰਾ, ਮੰਤਰੀਆਂ ਦੇ ਵਿੱਚੋਂ ਪਾ ਲਿਆ ਮਨਪ੍ਰੀਤ ਸਿੰਘ ਬਾਦਲ, ਤੇ ਨਾ ਤਾਂ ਇਹਦੇ 'ਚ ਤ੍ਰਿਪਤ ਰਜਿੰਦਰ ਬਾਜਵਾ ਹੈ, ਨਾ ਇਹਦੇ 'ਚ ਸੁਖੀ ਰੰਧਾਵਾ ਹੈ, ਨਾ ਇਹਦੇ 'ਚ ਚਰਨਜੀਤ ਚੰਨੀ ਹੈ। ਤੇ ਜੇ ਸਹੀ ਮੈਨੇ 'ਚ ਦੇਖੀਏ ਆਪਾਂ ਗੱਲ ਦੀ ਲੜਾਈ ਦੀ ਸ਼ੁਰੂਆਤ ਤਾਂ ਸੁਖੀ ਰੰਧਾਵੇ ਨੇ ਕੀਤੀ ਹੈ। ਜਦੋਂ ਮੀਟਿੰਗ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਆਪਣੀ, ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਪਾੜਤਾ ਸੀ। ਲੜਾਈ ਤਾਂ ਉੱਥੋਂ ਸ਼ੁਰੂ ਹੋਈ ਹੈ। ਜਿਹੜੇ ਲੜਾਈ ਲੜਨ ਵਾਲੇ ਉਹ ਪਾਸੇ ਰਹਿ ਗਏ ਤੇ ਜਿਹੜੇ ਹੈਗੇ ਵਰਕਿੰਗ ਪ੍ਰੈਜ਼ੀਡੈਂਟ ਬਣ ਗਏ, ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਤੇ ਪ੍ਰਗਟ ਸਿੰਘ ਬਣ ਗਿਆ, ਰਹਿ ਗਿਆ ਭਾਈ ਉਹ। ਔਰ ਜਿਹੜੀ ਪਿਛਲੇ ਦਿਨਾਂ 'ਚ ਬਗਾਵਤ ਹੋਈ ਹੈ ਉਸ ਬਗਾਵਤ ਦਾ ਕਾਰਨ ਕਿ ਇਹ ਵੀ ਸੀ, ਇਹ ਨਹੀਂ ਕਹਿ ਸਕਦੇ ਕਿ 100% ਉਹਦੇ 'ਚ ਸਹਿਮਤੀ ਸੀਗੀ ਨਵਜੋਤ ਸਿੱਧੂ ਦੀ। ਨਵਜੋਤ ਸਿੱਧੂ ਨੂੰ ਉਹਨਾਂ ਦੇ ਨਾਲ ਤੁਰਨਾ ਪੈ ਗਿਆ। ਉਹਨਾਂ ਦੀ ਇੱਕ ਆਪਣੀ ਜਿਹੜੀ ਹੈਗੀ ਆਈਡੈਂਟੀਟੀ ਦਾ ਸਵਾਲ ਆ ਗਿਆ ਕਿ ਸਾਨੂੰ ਤਾਂ ਕੋਈ ਪੁੱਛਦਾ ਨਹੀਂ, ਉਹ ਆਪਣੀ ਬਣਾਉਣ ਲੱਗੇ। ਹੁਣ ਉਹ ਆਇਆ ਇੱਥੇ ਆ ਕੇ ਵੀ ਜਿਹੜੀ ਉਹਨੇ ਗੱਲ ਕੀਤੀ ਹੈ, ਉਹਨੇ ਗੱਲ ਕੀਤੀ ਹੈ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨਾਲ। ਪ੍ਰਗਟ ਸਿੰਘ ਵਿੱਚ ਬੈਠਾ ਹੈ, ਨਵਜੋਤ ਸਿੰਘ ਸਿੱਧੂ ਬੈਠਾ ਹੈ। ਲੰਬੀ ਚੌੜੀ ਮੀਟਿੰਗ ਹੋਈ ਹੈ, ਕਹਿੰਦੇ ਜੀ 2 ਘੰਟੇ ਤੱਕ ਮੀਟਿੰਗ ਹੁੰਦੀ ਰਹੀ ਹੈ। ਪੰਜਾਬ ਭਵਨ 'ਚ ਠਹਿਰੇ ਸੀ ਆ ਕੇ, ਪੰਜਾਬ ਭਵਨ 'ਚੋਂ ਲੈ ਕੇ ਆਏ ਉਹਨਾਂ ਨੂੰ ਕੁਲਜੀਤ ਨਾਗਰਾ ਤੇ ਪ੍ਰਗਟ ਸਿੰਘ, ਉੱਥੇ ਲਿਜਾ ਕੇ ਗੱਲਬਾਤ ਕੀਤੀ ਹੈ। ਵੱਖ-ਵੱਖ ਅਖਬਾਰਾਂ ਨੇ ਵੱਖ-ਵੱਖ ਖਬਰਾਂ ਲਾਈਆਂ, ਕਿਸੇ ਨੇ ਕੁਛ ਲਾਤੀ, ਕਿਸੇ ਨੇ ਕੁਛ ਲਾਤੀ, ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਆਪਾਂ ਨੂੰ ਅਖਬਾਰ ਦੀ ਕ੍ਰੈਡੀਬਿਲਿਟੀ ਤੇ ਵੀ ਤੇ ਹੁਣ ਪੱਤਰਕਾਰ ਦੀ ਕ੍ਰੈਡੀਬਿਲਿਟੀ ਵੀ ਦੇਖਣੀ ਪੈਂਦੀ ਹੈ ਕਿ ਖਬਰ ਕਿਹੜੇ ਪੱਤਰਕਾਰ ਦੀ ਹੈ। ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਰਿਪੋਰਟ ਹੈ ਨਾ, ਜੋ ਰਿਪੋਰਟ ਇਹ ਦਰਸਾਉਂਦੀ ਹੈ ਕਿ ਉਹਨੇ ਇੱਕ ਨਸੀਹਤ ਦਿੱਤੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਮਤਭੇਦ ਹੈ, ਇਹਨਾਂ ਮਤਭੇਦਾਂ ਨੂੰ ਪਾਰਟੀ ਦੇ ਅੰਦਰ ਹੀ ਰੱਖੋ। ਇਹਨਾਂ ਦੀ ਗੱਲਬਾਤ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਕਰੋ, ਜਨਤਕ ਤੌਰ ਦੇ ਉੱਤੇ ਮੀਡੀਆ ਦੇ ਵਿੱਚ ਇਹਨਾਂ ਨੂੰ ਜ਼ਾਹਰ ਨਾ ਕਰੋ। ਕਿਉਂਕਿ ਆਮ ਤੌਰ ਤੇ ਕੀ ਗੱਲ ਹੁੰਦੀ ਹੈ, ਤੁਸੀਂ ਦੇਖੋ ਨਾਲ ਦੀ ਨਾਲ ਹੀ ਨਵਜੋਤ ਸਿੰਘ ਸਿੱਧੂ ਟਵੀਟ ਕਰ ਦਿੰਦਾ ਉਹ ਜੋ ਟਵੀਟ ਕਰਨ ਦਾ ਟਵੀਟ ਪਬਲਿਕ ਦੇ ਵਿੱਚ ਆ ਜਾਂਦਾ ਹੈ, ਔਰ ਨਾਲ ਦੀ ਨਾਲ ਅਖਬਾਰਾਂ ਵਾਲਿਆਂ ਨੂੰ ਖਬਰ ਮਿਲ ਜਾਂਦੀ ਹੈ। ਉਹ ਤਾਂ ਮਿਲਣੀ ਭਾਲਦੇ ਹੀ ਹੁੰਦੇ, ਉਹਨਾਂ ਨੇ ਆਪਣਾ ਜਿਹੜਾ ਹੈਗਾ ਜੀ ਪੂਰਾ ਮਿਰਚ ਮਸਾਲਾ ਲਾ ਕੇ ਤੇ ਸਾਰਾ ਪੇਸ਼ ਕਰਦੇ ਨੇ। ਉਹਦੇ ਨਾਲ ਹੁਣ ਇਉਂ ਲੱਗਦੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਵੱਡੇ ਦੁਸ਼ਮਣ ਹੈ। ਅਮਰਿੰਦਰ ਸਿੰਘ ਬੋਲਦਾ ਨਹੀਂ, ਉਹ ਬੋਲਦਾ ਕਿਸੇ ਖਾਸ ਮੁੱਦੇ ਦੇ ਉੱਤੇ, ਪਰ ਉਹ ਜਦੋਂ ਬੋਲਦਾ ਉਹਦੇ ਬੋਲਣ ਦੇ ਵੀ ਕੋਈ ਅਰਥ ਹੁੰਦੇ। ਜਿੱਥੋਂ ਤੱਕ ਆਪਾਂ ਦੇਖੀਏ ਨਵਜੋਤ ਸਿੰਘ ਸਿੱਧੂ ਉਹ ਚੁੱਪ ਹੀ ਨਹੀਂ ਕਰਦਾ, ਉਹ ਬੋਲਣੋਂ ਹਟਦਾ ਹੀ ਨਹੀਂ, ਉਹ ਬੋਲੀ ਜਾਂਦਾ। ਬੋਲਣ ਤੋਂ ਭਾਵੇਂ ਨਹੀਂ ਕਿ ਇਕੱਲਾ ਉਹ ਮੂੰਹ ਨਾਲ ਬੋਲਦਾ, ਉਹ ਟਵੀਟ ਵਾਲੇ ਪਾਸੇ ਵੀ ਬੋਲਦਾ। ਹੁਣ ਲੋਕਾਂ ਨੂੰ ਟਵੀਟ ਨਹੀਂ ਚਾਹੀਦੇ, ਲੋਕਾਂ ਨੂੰ ਇਹ ਚਾਹੀਦੇ ਥਾਲੀ 'ਚ ਕੀ ਪਰੋਸ ਕੇ ਦੇਣੇ, ਥਾਲੀ 'ਚ ਸਾਨੂੰ ਕੀ ਪਰੋਸ ਕੇ ਦੇਣੇ। ਉਹ ਹੁਣ ਇਹ ਗੱਲ ਕਹਿੰਦੇ ਸਰਕਾਰ ਤਾਂ ਕਾਂਗਰਸ ਪਾਰਟੀ ਦੀ ਹੈ ਕਿ ਸਾਡੀ ਸਰਕਾਰ ਬਣ ਦਿਓ, ਫਿਰ ਤੁਸੀਂ ਦੇਖੋ। ਹੁਣ ਸਰਕਾਰ ਤੁਹਾਡੀ ਕਦੋਂ ਬਣੀ, ਬਣੇ ਨਾ ਬਣੇ, ਜਿਹੜੇ ਤੁਹਾਡੇ ਚੱਜ ਹੈ ਤੁਹਾਡੇ ਦੋਨਾਂ ਤਰ੍ਹਾਂ ਦੇ, ਉਹ ਚੱਜ ਤਾਂ ਤੁਹਾਡੇ ਸਰਕਾਰ ਬਣਾਉਣ ਵਾਲੇ ਹੈ ਨਹੀਂ। ਸੁਖਬੀਰ ਸਿੰਘ ਬਾਦਲ 100 ਦਿਨਾਂ ਦਾ ਪ੍ਰੋਗਰਾਮ ਬਣ ਕੇ ਬਾਹਰ ਨਿਕਲਿਆ ਫਿਰਦਾ, ਉਹਨੇ ਆਪਣੇ ਕੈਂਡੀਡੇਟ ਵੀ ਡਿਕਲੇਅਰ ਕਰਨੇ ਸ਼ੁਰੂ ਕਰ ਦਿੱਤੇ ਹਰ ਥਾਂ ਤੇ ਜਾਂਦੇ। ਤੇ ਇਹਨਾਂ ਦਾ ਤਾਂ ਅਜੇ ਤੱਕ ਇਹ ਨਹੀਂ ਪਤਾ ਵੀ ਕਿਹੜਾ ਕਿੱਥੋਂ ਲੜੂ ਕਿੱਥੋਂ ਨਹੀਂ ਲੜੂ। ਉਹੀ ਹਾਲ ਆਮ ਆਦਮੀ ਪਾਰਟੀ, ਉਹੀ ਆਮ ਆਦਮੀ ਨਾ ਹੁਣ ਤੁਸੀਂ ਉਹ ਦੇਖੋ, ਉਹਨਾਂ ਨੇ ਕਹਿ ਦਿੱਤਾ ਆਪਣੇ ਨੇ, ਪਰਨੀਤ ਕੌਰ ਨੇ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਲੜੂਗਾ ਪਟਿਆਲੇ ਤੋਂ। ਕੈਪਟਨ ਅਮਰਿੰਦਰ ਸਿੰਘ ਚੋਣ ਲੜੂਗਾ, ਫੈਸਲਾ ਤਾਂ ਜੇ ਉੱਪਰੋਂ ਕਰਨਾ, ਪਰ ਉਹਦੀ ਸੀਟ ਤਾਂ ਉਹ ਇਸ ਗੱਲ ਤੇ ਰੌਲਾ ਪਈ ਜਾਂਦਾ ਵੀ ਪਟਿਆਲੇ ਤੋਂ ਕੋਈ ਕਹਿੰਦਾ ਜੀ ਫਿਰ ਮੈਂ ਵੀ ਹੈਗਾ ਬੱਚੇ ਕਹਿੰਦੇ ਉਹ ਖਰੜ ਨੂੰ ਵੀ ਹੋਏ ਖੜੇ ਆ। ਇਹ ਵੀ ਚਰਚਾ ਵੀ ਕੈਪਟਨ ਅਮਰਿੰਦਰ ਸਿੰਘ ਖਰੜ ਦੇ ਨੇੜੇ ਵੀ ਤੁਰੇ ਫਿਰਦੇ, ਸੀਸਮਾ ਫਾਰਮ ਆ ਗਿਆ ਉਧਰ। ਸੀਸਮਾ ਫਾਰਮ ਆਵੇ ਨਾ ਆਵੇ, ਉਹ ਤਾਂ ਇਹ ਗੱਲ ਹੈ ਵੀ ਆਫਟਰ ਆਲ ਮੁੱਖ ਮੰਤਰੀ ਨੇ ਜੇ ਚੋਣ ਲੜਨੀ ਹੈ ਤਾਂ ਜਿੱਥੇ ਕਹੂਗਾ ਹਾਈ ਕਮਾਂਡ ਉਹਨੂੰ ਉੱਥੇ ਹੀ ਲੜਾਊਗੀ। ਹਾਂਜੀ ਠੀਕ ਹੈ, ਪਰ ਵੈਸੇ ਜਿਹੜਾ ਹੈਗਾ ਸਿਧਾਂਤ ਇਹੋ ਹੀ ਹੈ ਕਿ ਜਿੱਥੇ ਤੁਸੀਂ ਲੋਕਾਂ ਨੂੰ ਸਰਵ ਕੀਤਾ, ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ, ਦੁਬਾਰਾ ਉੱਥੋਂ ਹੀ ਲੋਕਾਂ ਦਾ ਤੁਸੀਂ ਵਿਸ਼ਵਾਸ ਹਾਸਲ ਕਰੋ। ਇਵੇਂ ਜਿਵੇਂ ਜੇ ਆਪਾਂ ਦੇਖੀਏ ਤਾਂ ਕੱਲ ਇੱਕ ਰੈਲੀ ਹੁੰਦੀ ਹੈ ਜੀ ਮਾਝੇ 'ਚ, ਤੇ ਮਾਝੇ ਵਾਲੀ ਰੈਲੀ ਦੇ ਵਿੱਚ ਕੱਲ ਸਾਰਾ ਕੁਝ ਬਦਲਿਆ ਹੋਇਆ ਸੀ। ਅੱਛਾ, ਉਹ ਬਟਾਲੇ ਵਾਲੀ ਬਟਾਲੇ ਵਾਲੀ ਹੁਣ ਬਟਾਲੇ ਵਾਲੀ ਰੈਲੀ ਜਿਹੜੀ ਹੈਗੀ ਜੀ, ਉਹ ਰੈਲੀ ਦਾ ਕਮਾਂਡਰ ਕੌਣ ਬਣਿਆ ਹੋਇਆ ਹੈ? ਪ੍ਰਤਾਪ ਸਿੰਘ ਬਾਜਵਾ। ਨਾਲ ਉਹਦੇ ਕੌਣ ਹੈ ਜੀ, ਦੋ ਤਿੰਨ MLA, ਉਹਦਾ ਭਰਾ ਆ ਗਿਆ ਜਿਹਦੇ ਨਾਲ ਟਕੁੱਤੇ ਵਾਲਾ ਸੀ, ਟਕੁੱਤੇ ਵਾਲਾ ਸੀ। ਹਾਂ, ਉਹਨਾਂ ਦਾ ਰਾਜੀਨਾਮਾ। ਇੱਕ ਹੋਰ ਹੈ ਕੋਈ ਪਤਾ ਨਹੀਂ ਕੀ ਹੈ, ਭਲਾਈਪੁਰ। ਅੱਛਾ,
ਉਹਦੀ ਭਲਾਈ ਵੀ ਹੋ ਗਈ, ਉਹ ਵੀ ਆ ਗਿਆ, ਤੇ 2 ਪਾਰਲੀਮੈਂਟ ਦੇ ਮੈਂਬਰ ਹੋ ਗਏ। ਹਾਂ, ਡਿੰਪਾ ਤੇ ਔਜਲਾ ਹਾਂ, 3 ਹੋ ਗਏ। ਜੇ ਆਪਾਂ ਪ੍ਰਤਾਪ ਨੂੰ ਵੀ ਦੇਖੀ ਤਾਂ ਪ੍ਰਤਾਪ ਵੀ ਪਾਰਲੀਮੈਂਟ ਦਾ ਮੈਂਬਰ ਹੈ। ਉਹ ਰਾਜ ਸਭਾ ਦਾ ਮੈਂਬਰ ਹੈ। ਹੁਣ ਆਮ ਤੌਰ ਤੇ ਆਪਾਂ ਦੇਖਿਆ ਸੁੱਖੀ ਰੰਧਾਵਾ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਬਾਹਰ ਕੱਢਿਆ ਸੀ, ਅਸੀਂ ਇਹਨੂੰ ਲੈ ਕੇ ਗਏ ਸੀ। ਹੁਣ ਅਮਰਿੰਦਰ ਤਾਂ ਉੱਥੇ ਬੈਠਾ, ਸੀਸਮਾ 'ਚ ਹੀ ਬੈਠਾ, ਉਹਦਾ ਬਾਹਰ ਨਿਕਲਿਆ ਨਹੀਂ, ਲੇਕਿਨ ਉਹਦੇ ਕਰਿੰਦੇ ਕੰਮ ਕਰੀ ਜਾਂਦੇ। ਜਿਹੜੀ ਕੱਲ ਰੈਲੀ ਹੋਈ ਆ, ਉਸ ਰੈਲੀ ਦੇ ਵਿੱਚ ਉਹਨਾਂ ਨੇ ਦਰਸਾਇਆ ਕੀ ਹੈ ਕਿ ਅਸੀਂ ਹੈਗੇ ਹਾਂ, ਤੇ ਪ੍ਰਤਾਪ ਸਿੰਘ ਕਹਿੰਦਾ ਜੀ ਮੈਂ ਚੋਣ ਲੜੂੰਗਾ। ਪਰ ਉਹਨੇ ਪ੍ਰਤਾਪ ਸਿੰਘ ਨੇ ਇੰਨੀ ਗੱਲ ਕਰਤੀ ਕਿ ਇਹ ਹੈ ਤਾਂ ਪਰਵਿਊ ਹਾਈ ਕਮਾਂਡ ਦਾ ਕਿ ਟਿਕਟ ਕਿੱਥੋਂ ਦੇਵੇ, ਪਰ ਮੈਂ ਲੜੂੰਗਾ, ਮੈਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਆਉਣਾ ਹੈ। ਤੇ ਦੂਜੇ ਪਾਸੇ ਜੇ ਆਪਾਂ ਦੇਖੀਏ, ਅਸ਼ਵਨੀ ਸੇਖੜੀ ਵੀ ਹੈਗਾ, ਤ੍ਰਿਪਤ ਰਜਿੰਦਰ ਬਾਜਵਾ ਬਟਾਲੇ ਤੋਂ ਲੜਨਾ ਚਾਹੁੰਦਾ ਸੀ, ਉਹਦਾ ਸਮਝ ਲਓ ਵੀ ਭੋਗ ਪਾਤਾ। ਉੱਥੇ ਵੀ ਅਸ਼ਵਨੀ ਸੇਖੜੀ ਪਹਿਲਾਂ ਜਿਹੜਾ ਉੱਥੋਂ ਜਿੱਤਦਾ ਵੀ ਰਿਹਾ, ਹਾਰਿਆ ਵੀ ਹੈ, ਤੇ ਉਹਦਾ ਬਣਦਾ। ਸੋ ਇਹ ਕਿ ਮਾਝੇ ਦੇ ਵਿੱਚ ਵੀ ਉਹਨਾਂ ਦੇ ਬੰਦਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁੱਲ ਮਿਲਾ ਕੇ ਜੇ ਹੁਣ ਆਪਾਂ ਇਹ ਦੇਖੀਏ ਤਾਂ ਇਸ ਵੇਲੇ ਕਾਂਗਰਸ ਪਾਰਟੀ ਨੂੰ ਇੱਕ ਮੂੰਹ ਹੋ ਕੇ ਤੁਰਨ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਸਥਿਤੀ ਵੀ ਜੇ ਆਪਾਂ ਦੇਖੀਏ, ਆਮ ਆਦਮੀ ਪਾਰਟੀ 'ਚ ਬੋਲਦਾ ਭਾਵੇਂ ਕੋਈ ਨਹੀਂ, ਲੇਕਿਨ ਸੁਲਗਤਾ ਰਹੀ ਹੈ ਨਾ ਅੰਦਰ ਅੰਦਰ। ਭਗਵੰਤ ਮਾਨ ਨੂੰ ਵੀ ਲੈ ਕੇ ਸੁਲਗ ਰਹੀ ਹੈ ਕਿ ਭਗਵੰਤ ਮਾਨ ਜਿਹੜਾ ਹੈਗਾ ਉਹ ਸਾਇਲੈਂਟ ਹੈ, ਉਹਦੀ ਗੱਲਬਾਤ ਹੈ ਨਹੀਂ। ਹੁਣ ਇਹ ਕਹਿ ਜ਼ਰੂਰ ਦਿੱਤਾ ਹਰੀਸ਼ ਰਾਵਤ ਨੇ, ਪਰ ਹਰੀਸ਼ ਰਾਵਤ ਦੀ ਮੰਨੂਗਾ ਕੌਣ? ਜਿਹੜਾ ਉਹਦਾ ਪਿਛਲਾ ਸਟੈਂਡ ਹੈ, ਕਿਉਂਕਿ ਹਾਲਾਂਕਿ ਕਿਸੇ ਜ਼ਮਾਨੇ ਦੇ ਵਿੱਚ ਆਪਾਂ ਗੱਲ ਕਰਕੇ ਨੇ ਕਿ ਉਹਨੇ ਐਨਡੀ ਤਿਵਾੜੀ ਨੂੰ ਸ਼ਿਕਸਤ ਦਿੱਤੀ ਹੈ। ਜਿਸ ਬੰਦੇ ਨੇ ਐਨਡੀ ਤਿਵਾੜੀ ਨੂੰ ਹਰਾਇਆ ਹੋਵੇ, ਉਹ ਆ ਕੇ ਇੱਥੇ ਮਾਰ ਖਾ ਜਾਂਦਾ ਪੰਜਾਬ ਦੇ ਵਿੱਚ ਆ ਕੇ। ਨਾਲੇ ਗੱਲ ਇਹ ਢਿੱਲੋਂ ਸਾਹਿਬ, ਮੈਂ ਕਹਿੰਦਾ ਉਹਨਾਂ ਮਾਸਟਰ ਤੇ ਪ੍ਰਿੰਸੀਪਲ 'ਚ ਬੜਾ ਫਰਕ ਹੁੰਦਾ। ਬਿਲਕੁਲ ਹੈ ਜੀ। ਜਿਹੜਾ ਮਾਸਟਰ ਹੁੰਦਾ ਹੈ ਨਾ, ਹੋ ਸਕਦਾ ਪੜ੍ਹਾਈ ਬੜੀ ਵਧੀਆ ਕਰਾ ਦੇ, ਪਰ ਜਿਹੜਾ ਪ੍ਰਿੰਸੀਪਲ ਉਹਨੇ ਐਡਮਿਨਿਸਟ੍ਰੇਸ਼ਨ ਤੇ ਖਿੱਚ ਕੇ ਰੱਖਣਾ ਹੁੰਦਾ ਕੰਮ, ਉਹ ਤਾਂ ਉਦੋਂ ਵੀ ਗੱਲ ਜੀ। ਤੁਸੀਂ ਮਾਸਟਰ ਤੇ ਪ੍ਰਿੰਸੀਪਲ ਦੇ ਨਾਲੋਂ ਜੇ ਤਕੜਾ ਮਨੀਟਰ ਹੋਵੇ, ਬਾਣੀ ਤਾਂ ਉਹ ਪਾ ਰੱਖਦਾ, ਬਿਲਕੁਲ। ਤੇ ਜੇ ਆਪਾਂ ਡੀਪੀ ਮਾਸਟਰ ਪੀਟੀ ਇੱਕੋ ਹੀ ਹੁੰਦਾ, ਡਾਂਗੀ ਉਹਦੇ ਹੱਥ ਦੇ ਵਿੱਚ ਡੰਡਾ ਹੀ ਹੁੰਦਾ। ਸਾਰੀ ਕਲਾਸ ਨਾ ਕੋਈ ਪ੍ਰਿੰਸੀਪਲ ਤੋਂ ਡਰਦਾ ਹੁੰਦਾ ਤੇ ਨਾ ਕੋਈ ਮਾਸਟਰ ਤੋਂ ਡਰਦਾ, ਡੀਪੀ ਤੋਂ ਬਾਹਲਾ ਡਰਦੇ ਆ। ਇਹ ਹੁਣ ਇਹ ਡੀਪੀ ਨਹੀਂ ਬਣ ਰਿਹਾ, ਇੱਥੇ ਲੋੜ ਹੈ ਪੰਜਾਬ ਦੇ ਵਿੱਚ ਡੀਪੀ ਬਣਨ ਦੀ। ਬਿਲਕੁਲ ਪੀਟੀ ਮਾਸਟਰ ਦੀ ਲੋੜ ਆ, ਪੀਟੀ ਮਾਸਟਰ ਦੀ ਲੋੜ ਆ। ਵੀ ਜੇ ਤਾਂ ਕੈਪਟਨ ਦਾ ਗਰੁੱਪ ਚੂਚਣਾ ਕਰਦਾ ਤਾਂ ਸਖਤੀ ਉੱਥੇ ਕਰ, ਜੇ ਦੂਜਾ ਚੂਚਣਾ ਕਰਦਾ ਵੀ ਜਿਹੜਾ ਥੋੜਾ ਜਿਹਾ ਧਮਕੀ ਮਾਰ ਦਿੰਦਾ, ਉਸ ਨੂੰ ਕਹਿੰਦਾ ਨਹੀਂ ਮੈਂ ਇਹਦੇ ਨਾਲ ਹੁਣ ਕੈਪਟਨ ਦੇ ਨਾਲ ਬੈਠਾ ਗੱਲਬਾਤ ਕਰੀ ਜਾਂਦਾ, ਇਹਦਾ ਮਤਲਬ ਪਤਾ ਨਹੀਂ ਇਹਦੇ ਬਾਅਦ ਹੋਊਗਾ। ਸਹੀ ਗੱਲ ਹੈ ਜੀ। ਤੇ ਹੁਣ ਢਿੱਲੋਂ ਸਾਹਿਬ ਅੱਗੇ ਚੱਲੀਏ ਤਾਂ ਕੈਪਟਨ ਸਾਹਿਬ ਦੀ ਵੀ ਆਪਾਂ ਗੱਲ ਕਰਕੇ ਤੇ ਕੈਪਟਨ ਸਾਹਿਬ ਪਹਿਲਾਂ ਤਾਂ ਕਹਿੰਦੇ ਮੈਂ ਬਿਜਲੀ ਸਮਝੌਤੇ ਰੱਦ ਕਰਤੇ, ਮੈਂ ਸਾਰਾ ਕੁਝ ਲਿਖਤਾ, ਹੁਣ ਉਸ ਗੱਲ ਤੋਂ ਫੇਰ ਮੁੱਕਰ ਗਏ। ਨਹੀਂ, ਰੱਦ ਕਰਤੇ ਨਹੀਂ ਹੈਗੇ, ਰੱਦ ਕਰਨ ਵਾਲੀ ਗੱਲ ਨਹੀਂ। ਜਿਹੜੀ ਗੱਲ ਕੈਪਟਨ ਸਾਹਿਬ ਨੇ ਕਹੀ ਹੈ ਤੇ ਜਿਹੜੀ ਗੱਲ ਦੂਜੇ ਕਹਿੰਦੇ, ਉਹਦਾ ਬੜਾ ਫਰਕ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪਹਿਲਾਂ ਹੀ ਕਰਕੇ ਹਟੇ ਕਿ ਇੱਕ ਜਣਾ ਬੋਲਦਾ ਨਹੀਂ ਤੇ ਦੂਜਾ ਬੋਲਣੋਂ ਹਟਦਾ ਹੀ ਨਹੀਂ, ਟਵੀਟ ਤੇ ਟਵੀਟ ਹੈ। ਕੱਲ ਰਾਵਤ ਦੇ ਆਉਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਤਾ ਕਿ ਜੀ ਸੈਸ਼ਨ ਜਿਹੜਾ ਛੋਟਾ ਹੈ, ਸੈਸ਼ਨ ਜਿਹੜਾ ਹੈ ਘੱਟੋ ਘੱਟ 1 ਹਫ਼ਤੇ ਦਾ ਚਾਹੀਦਾ। ਇੱਕ ਦਿਨ ਤਾਂ ਵੀ ਉਹ ਗੁਰੂ ਸਾਹਿਬ ਦਾ 9ਵੇਂ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ 3 ਤਾਰੀਖ ਨੂੰ, ਉਹਦੇ 'ਚ ਨਿਕਲ ਜਾਣਾ। ਬਾਕੀ ਅਸੀਂ ਵਿਚਾਰ ਕਰਨੀ ਹੈ। ਤੇ ਵਿਚਾਰਾਂ ਦੇ ਵਿੱਚੋਂ ਗੱਲ ਜਿਹੜੀ ਵਾਰ-ਵਾਰ ਕਹਿੰਦਾ ਕਿ ਜੀ PP ਜਿਹੜੇ ਹੈ, ਇਹ ਜਿਹੜਾ ਪਾਵਰ ਪਰਚੇਜ ਐਕਟ ਹੈਗੀ, ਉਹ ਰੱਦ ਕਰਨੇ ਜੀ। ਉਹ ਰੱਦ ਕਰਨੇ ਆ, ਨਾਲ ਕੁਝ ਹੋਰ ਕੰਮ ਵੀ ਕਰਨੇ ਆ ਜੀ। ਅਸੀਂ ਆਹ ਵੀ ਕਰਨੇ, ਆਹ ਵੀ ਕਰਨੇ, ਆਹ ਵੀ ਕਰਨੇ, ਨਾਲ ਉਹ ਮੇਰਾ ਖਿਆਲ ਹੈ ਕਈ ਕੁਛ ਹੋਰ ਉਹਨਾਂ ਨੇ ਨਾਲ ਜੁੜਿਆ ਹੋਇਆ, ਤੇ ਨਾਲ ਧਮਕੀ ਵੀ ਦਿੱਤੀ ਸੀ ਵੀ ਜੇ ਅਮਰਿੰਦਰ ਸਿੰਘ ਇਹ ਕੁਛ ਨਾ ਕਰੂਗਾ ਤਾਂ ਫਿਰ ਅਸੀਂ ਕਰਾਂਗੇ। ਆਪਾਂ ਇਹ ਗੱਲ ਕੀਤੀ ਸੀ ਕਿ ਅਮਰਿੰਦਰ ਸਿੰਘ ਨੇ 1 ਦਿਨ ਦਾ ਸੈਸ਼ਨ ਕਰਕੇ ਉਹਨੇ ਆਪਣੀ ਜਿਹੜੀ ਹੈਗੀ ਆ ਰਸਮ ਦੀ ਪੂਰਤੀ ਕਰਤੀ, ਪਰ ਉਹ ਰਸਮ ਦੀ ਪੂਰਤੀ ਤੋਂ ਗਾਂ ਕੁਛ ਹੋਰ ਆਪਾਂ ਅਗਲੀ ਖਬਰ 'ਚ ਗੱਲ ਕਰਾਂਗੇ ਉਹਦੇ ਬਾਰੇ ਜੀ। ਲੇਕਿਨ ਕੱਲ ਸੀ ਜਿਹੜੀਆਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਹੈ, ਅੰਗਹੀਨਾਂ ਦੀਆਂ ਪੈਨਸ਼ਨਾਂ, ਇਹਨਾਂ ਦਾ ਕੱਲ ਮਤਲਬ ਜਿਹੜੀ ਹੈਗੀ ਆ ਉਹ ਵਾਧਾ ਕੀਤਾ ਹੈ ਜੀ। ਪਹਿਲਾਂ ਮਿਲਦੀ ਹੁੰਦੀ ਸੀ 750 ਰੁਪਈਆ, ਹੁਣ ਇਹਨਾਂ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ 1500 ਰੁਪਈਆ ਦਿਆ ਕਰਾਂਗੇ ਜੀ। ਤੇ ਕੱਲ ਉਹਦੀ ਸ਼ੁਰੂਆਤ ਕੀਤੀ ਹੈ ਪੰਜਾਬ ਭਵਨ 'ਚੋਂ। ਹੁਣ ਕੁਦਰਤੀ ਤੌਰ ਤੇ ਜਦੋਂ ਇਸ ਕਿਸਮ ਦੀ ਕੰਪੇਨ ਆਪਣੀ ਥੋੜੀ ਕੁਛ ਸਹੂਲਤ ਸ਼ੁਰੂ ਹੁੰਦੀ ਹੈ, ਕੁਛ ਸਕੀਮ ਸ਼ੁਰੂ ਹੁੰਦੀ ਹੈ, ਤਾਂ ਮੀਡੀਆ ਨੂੰ ਸੱਦਾ ਪੱਤਰ ਦਿੱਤਾ ਜਾਂਦਾ। ਮੀਡੀਆ ਵੀ ਗਿਆ ਸੀ। ਅਮਰਿੰਦਰ ਸਿੰਘ ਜਦੋਂ ਉਧਰੋਂ ਵਿਹਲਾ ਹੋਇਆ ਤੇ ਮੀਡੀਆ ਵਾਲਿਆਂ ਨੇ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਦੱਸੋ ਜੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ, ਕੀ ਕਹਿੰਦੇ ਹੋ। ਉਹਨਾਂ ਨੇ ਨਾਲੇ ਤੇ ਕਰ ਲਿਆ ਜੀ ਇਹਦੇ ਬਾਰੇ ਦੱਸੋ, ਪਾਵਰ ਪਰਚੇਜ ਐਕਟ ਬਾਰੇ ਦੱਸੋ, ਤੁਸੀਂ ਇਹਨਾਂ ਨੂੰ ਰੱਦ ਕਰੋਗੇ। ਅਮਰਿੰਦਰ ਸਿੰਘ ਨੇ ਕਹਿਤਾ ਵੀ ਨਹੀਂ, ਸੰਭਵ ਨਹੀਂ ਜੀ। ਸਾਰੇ ਕਾਨੂੰਨ ਜਿਹੜੇ ਹੈਗੇ ਆ ਉਹ ਸੰਭਵ ਨਹੀਂ। 122 ਜਿਹੜੇ ਹੈਗੇ ਐਗਰੀਮੈਂਟ ਹੋਏ। ਅੱਛਾ ਜੀ, 122 ਐਗਰੀਮੈਂਟ ਹੋਏ। ਜੇ ਕਹਿੰਦਾ 122 ਦੇ 22 ਅਸੀਂ ਰੱਦ ਕਰਤੇ ਤੇ ਸਾਡਾ ਬਣੂਗਾ ਕੀ ਜੀ। 2 ਗੱਲਾਂ ਕਹੀਆਂ ਉਹਨੇ। ਉਹ ਕਹਿੰਦਾ ਸਟੇਟ ਦੀ ਜਿਹੜੀ ਇਸ ਵੇਲੇ ਦੀ ਖਪਤ ਹੈ ਜੀ, ਕੰਜੰਪਸ਼ਨ, ਉਹ ਹੈਗੀ ਹੈ 14000 ਮੈਗਾਵਾਟ। ਅੱਛਾ ਜੀ। ਤੇ ਜਿਹੜਾ ਨੈਸ਼ਨਲ ਗ੍ਰਿਡ ਤੋਂ ਸਿੱਧੂ ਸਾਹਿਬ ਕਹਿੰਦੇ ਜੀ ਸਸਤੀ ਮਿਲਦੀ ਹੈ, ਕਹਿੰਦਾ ਨੈਸ਼ਨਲ ਗ੍ਰਿਡ ਤੋਂ ਸਸਤੀ ਮਿਲਣ ਵਾਲੀ ਗੱਲ ਨਹੀਂ। ਜਿਹੜਾ ਹੈਗਾ ਨਾ ਕੋਈ
ਗੋਦਾਵਰੀ ਪਤਾ ਨਹੀਂ ਕੁਛ ਇਸ ਕਿਸਮ ਦਾ ਪ੍ਰੋਜੈਕਟ ਆ, ਉੱਥੋਂ ਕਹਿੰਦਾ 12.5 ਰੁਪਏ ਮਿਲਦੀ ਹੈ। ਅੱਛਾ ਜੀ। ਇੱਕ ਦੂਜੀ ਗੱਲ ਜਿਹੜੀ ਹੈਗੀ ਹੈ ਨੈਸ਼ਨਲ ਪ੍ਰੋਜੈਕਟ ਆਪਣਾ ਗ੍ਰਿਡ ਤੋਂ ਜਿਹੜੀ ਸਾਨੂੰ ਮੈਕਸਿਮਮ ਬਿਜਲੀ ਮਿਲ ਸਕਣੀ ਹੈ ਉਹ ਮਿਲੀ ਹੈ 7000 ਮੈਗਾਵਾਟ। ਜਦੋਂ 7000 ਮੈਗਾਵਾਟ ਤੁਹਾਡੇ ਕੋਲ ਬਿਜਲੀ ਘਟ ਗਈ ਤੇ ਤੁਸੀਂ ਲੋਕਾਂ ਨੂੰ ਦਿਓਗੇ ਕਿੱਥੋਂ? ਕਿਸਾਨ ਤਾਂ ਨਾਲ ਦੀ ਨਾਲ ਸੜਕਾਂ ਤੇ ਨਿਕਲ ਆਉਂਦੇ ਸ਼ਹਿਰਾਂ ਦੇ ਵਿੱਚ ਹਾਹਾਕਾਰ ਮਚ ਜਾਣੀ ਹੈ। ਉਹਨੇ ਇਹ ਪਲੀ ਲਈ ਹੈ ਵੀ ਇਸ ਕਰਕੇ ਸਾਰੇ ਨਹੀਂ ਰੱਦ ਹੋ ਸਕਦੇ, ਕੁਛ ਹੈਗੇ ਜੀ ਜਿਨ੍ਹਾਂ ਬਾਰੇ ਅਸੀਂ ਵਿਚਾਰ ਕਰੀ ਜਾਂਦੇ ਹਾਂ, ਉਹਦੀ ਇਜਾਜ਼ਤ ਦੇ ਦਿੱਤੀ ਹੈ। ਉਹ ਕੁਛ ਹੈਗੇ ਉਹਦੇ ਬਾਰੇ ਕਰ ਸਕਦੇ ਹਾਂ ਅਸੀਂ, ਇਹ ਤੋਂ ਵੱਧ ਨਹੀਂ। ਅਗਲੀ ਗੱਲ ਉਹਨੇ ਹੋਰ ਕਹਿਤੀ ਨਾਲ ਹੀ, ਉਹ ਕਹਿੰਦਾ ਵੀ ਜੇ ਅਸੀਂ ਸਾਰੇ ਰੱਦ ਕਰਤੇ ਤਾਂ ਮੇਰੀ ਜਿੰਨੀ ਕੁ ਉਮਰ ਹੈ ਇਹ ਤਾਂ ਫਿਰ ਸੁਪਰੀਮ ਕੋਰਟ 'ਚ ਬੈਠੇ ਦੀ ਨਿਕਲ ਜੂਗੀ। ਅੱਛਾ, ਵੀ ਉੱਥੇ ਰੋਜ਼ ਦੇ ਅਗਲੇ ਜਿਹੜੀਆਂ ਕੰਪਨੀਆਂ ਦੇ ਨਾਲ ਆਪਾਂ ਐਗਰੀਮੈਂਟ ਇੱਕ ਸਰਕਾਰ ਨੇ ਕੀਤੀ ਹੈ। ਸਰਕਾਰ ਕਈ ਵਾਰੀ ਹੁੰਦੀ ਹੈ ਨਾ ਵੀ ਆਪਾਂ ਕਈ ਵਾਰੀ ਕੋਈ ਲਵਾ ਦਿੰਦੇ ਹੁੰਦੇ ਕਿਸੇ ਕਾਰਪੋਰੇਸ਼ਨ ਨੂੰ, ਕਿਸੇ ਬੋਰਡ ਨੂੰ ਕੋਈ ਪ੍ਰੋਜੈਕਟ ਲਵਾਉਂਦੇ ਹੈ ਜੀ ਤਾਂ ਉੱਥੇ ਉਹ ਕਹਿੰਦੇ ਹੁੰਦੇ ਜੀ ਇਹਦੀ ਗਰੰਟੀ ਸਰਕਾਰ ਦੇਵੇ। ਉੱਥੇ ਸਰਕਾਰ ਦੀ ਗਰੰਟੀ ਪਾਈ ਜਾਂਦੀ ਵੀ ਕੱਲ ਨੂੰ ਜੇ ਪੈਸਾ ਡੁੱਬੂਗਾ ਤਾਂ ਸਰਕਾਰ ਭਰੂਗੀ। ਇਸ ਤਰੀਕੇ ਜਿਹੜੇ ਐਗਰੀਮੈਂਟ ਹੋਏ ਆ ਇਹ ਸਰਕਾਰ ਦੇ ਹੋਏ ਆ ਬਿਜਲੀ ਕੰਪਨੀਆਂ ਨਾਲ, ਜੀ ਚਾਹੇ ਕਾਰਪੋਰੇਸ਼ਨ ਦੇ ਰਾਹੀਂ ਹੋਏ, ਪਾਵਰ ਕਾਰਪੋਰੇਸ਼ਨ ਦੇ ਰਾਹੀਂ ਹੋਏ, ਪਰ ਉਹਦੇ ਵਿੱਚ ਗਰੰਟੀ ਜਿਹੜੀ ਸਰਕਾਰ ਦੀ ਹੈ ਔਰ ਉਹਨਾਂ ਨੂੰ ਦੇਣਾ ਪੈਣਾ। ਉਹ ਕਹਿੰਦਾ ਵੀ ਇਹ ਗੱਲ ਚੱਲ ਨਹੀਂ ਸਕਦੀ। ਹਾਂ, ਜਿਹੜੇ ਜਿਹਨੇ ਕਰਨ ਜੋਗ ਰਿਹਾ ਅਸੀਂ ਉਹ ਕਰਾਂਗੇ ਜੀ। ਔਰ ਇਹ ਜਿਹੜੀ ਹੈਗੀ ਹੈ ਕਿਉਂਕਿ ਇਹ ਬਿਲਕੁਲ ਗੱਲ ਉਸ ਵੇਲੇ ਕੀਤੀ ਹੈ ਜਦੋਂ ਹਰੀਸ਼ ਰਾਵਤ ਨੇ ਇੱਥੇ ਆਉਣਾ ਸੀ ਔਰ ਨਾਲ ਉਹਨੇ ਥੋੜ੍ਹਾ ਜਿਹਾ ਇਹ ਦੱਸਿਆ ਕਿ ਮੁੱਖ ਮੰਤਰੀ ਮੈਂ ਆ। ਜੇ ਕੋਈ ਬੰਦਾ ਇਹ ਕਹੀ ਜਾਊਗਾ ਵੀ ਨਹੀਂ ਜੀ ਆਹ ਰੱਦ ਕਰੋ, ਜੀ ਆਹ ਰੱਦ ਕਰੋ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਸਰਕਾਰ ਚਲਾਉਣੀ ਹੈ, ਸਰਕਾਰ ਚਲਾਉਣੀ ਮੁੱਖ ਮੰਤਰੀ ਦਾ ਕੰਮ ਹੈ ਔਰ ਮੁੱਖ ਮੰਤਰੀ ਨੇ ਦੇਖਣਾ ਵੀ ਇੱਥੇ ਘਾਟਾ ਨਫਾ ਨੁਕਸਾਨ ਕੀ ਹੈ ਜੀ। ਇਹਦੇ ਉਲਟ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਜੇ ਮੈਂ ਫੈਸਲੇ ਨਹੀਂ ਲੈ ਸਕਦੀ। ਫੈਸਲੇ ਦੋ ਕਿਸਮ ਦੇ ਹੈ, ਜਿਹੜੇ ਤੁਸੀਂ ਲਓਗੇ ਫੈਸਲੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਲੈਣੇ ਫੈਸਲੇ, ਉਹ ਲੈਣੇ ਆਰਗੇਨਾਈਜੇਸ਼ਨ। ਹੁਣ ਬਾਡੀ ਬਣਨੀ ਸਰਕਾਰ ਦੇ ਥੋੜਾ ਲੈਣੇ, ਹੁਣ ਬਾਡੀ ਬਣਨੀ ਹੈ, ਪ੍ਰਧਾਨ ਬਣਾਉਣੇ ਆ, ਬਲਾਕਾਂ ਦੇ ਪ੍ਰਧਾਨ ਜ਼ਿਲ੍ਹਾ ਬਣਾਈ ਜਾਣ। ਉਸ ਪਾਸੇ ਤਾਂ ਆ ਹੀ ਨਹੀਂ ਰਹੇ, ਉਹਦੇ 'ਚ ਮੁੱਖ ਮੰਤਰੀ ਦਾ ਕੋਈ ਕੰਮ ਨਹੀਂ, ਉਸ ਪਾਸੇ ਆ ਹੀ ਨਹੀਂ ਰਹੇ ਨਾ। ਉਹ ਤਾਂ ਕਹਿੰਦੇ ਵੀ ਮੁੱਖ ਮੰਤਰੀ ਜਿਹੜਾ ਹੈਗਾ ਸਾਡਾ ਹੁਕਮ ਨਹੀਂ। ਪਰ ਜਿਹੜੀ ਬਾਡੀ ਤੋਂ ਬਿਨਾਂ ਤੁਸੀਂ ਇਲੈਕਸ਼ਨ ਕਿਵੇਂ ਲੜ ਲਓਗੇ? ਮੈਨੂੰ ਐਂ ਦੱਸੋ, ਬਲਾਕ ਪ੍ਰਧਾਨ ਕਦੋਂ ਦੇ ਹੈ ਹੀ ਨਹੀਂ। ਬਹੁਤ ਲੰਬਾ ਸਮਾਂ ਹੋ ਗਿਆ ਨਾ ਬਲਾਕ ਪ੍ਰਧਾਨ ਨਾ ਜ਼ਿਲ੍ਹਾ ਪ੍ਰਧਾਨ ਹੈ, ਉਹੀ ਕੰਮ ਚੱਲੀ ਜਾਂਦਾ ਬਸ। ਉਹ ਤਾਂ ਹਲਕੇ ਇੰਚਾਰਜ ਬਣੇ ਆ। ਹਾਂ, ਹਲਕੇ ਇੰਚਾਰਜ ਹਲਕੇ ਮੈਂ ਕਹਿੰਦਾ ਦੂਜੇ ਹਲਕੇ। ਬਿਲਕੁਲ। ਇਸ ਕਰਕੇ ਮਤਲਬ ਜਿਹੜਾ ਹੈਗਾ ਅਮਰਿੰਦਰ ਨੇ ਜਿਹੜੀ ਕੱਲ ਗੱਲ ਕਹੀ ਹੈ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ। ਉਹ ਇਹਨਾਂ ਨੂੰ ਕਿਹਾ ਨਹੀਂ ਪਰ ਉਹਨੇ ਇੱਕ ਮੈਸੇਜ ਦਿੱਤਾ ਜੀ ਰਾਤ। ਮੇਰਾ ਖਿਆਲ ਹੈ ਜਿਹੜੀ ਹਰੀਸ਼ ਰਾਵਤ ਨਾਲ ਗੱਲ ਕੀਤੀ ਹੋ ਸਕਦਾ ਸਿੱਧੂ ਸਾਹਿਬ ਨੇ ਕਿਹਾ ਹੋਵੇ ਉਹਦੇ 'ਚ। ਇੱਕ ਨਾਲ ਉਹ ਕਹਿੰਦੇ ਜੀ ਇਹਦੇ 'ਚ ਫਿਰ ਜਿਹੜੀ ਹੈਗੀ ਉਹ ਆਪਣਾ ਤੁਹਾਡਾ ਵਿਕਰਮ ਸਿੰਘ ਮਜੀਠੀਆ ਵਾਲਾ ਕਿ ਜੀ ਉਹ ਤੁਸੀਂ ਉਹ ਨਹੀਂ ਖੋਲੀ, ਉਹ ਕਰਾਓ। ਉਹ ਹੁਣ ਮਾਮਲਾ ਪਿਆ ਹਾਈ ਕੋਰਟ ਦੇ ਵਿੱਚ ਜੀ। ਹਾਈ ਕੋਰਟ ਦੇ ਵਿੱਚ ਅੱਜ ਉਹਦੇ ਤੇ ਫੇਰ ਪੇਸ਼ੀ ਸੀ। ਕੱਲ ਉਹਨਾਂ ਨੇ ਟਵੀਟ ਕਰਤੇ ਜੀ ਕੱਲ ਨੂੰ ਦੇਖਿਓ ਕੀ ਸਾਰਾ ਕੁਝ ਨਿਕਲੂਗਾ। ਹੁਣ ਪਤਾ ਲੱਗੂ ਬੰਦਾ ਕੀ ਹੈ। ਅੱਜ ਇੱਕ ਜੱਜ ਜਿਹੜੇ ਹੈਗੇ ਆ ਮਿਸਟਰ ਤਿਵਾੜੀ, ਉਹ ਰੈਸਕਿਊ ਕਰ ਗਏ। ਅੱਛਾ, ਉਹ ਕਹਿੰਦੇ ਜੀ ਮੈਂ ਇਸ ਸੁਣਵਾਈ ਨਹੀਂ ਕਰਨੀ ਚਾਹੁੰਦਾ। ਅੱਛਾ, ਇੱਕ ਗੱਲ ਮੇਰਾ ਖਿਆਲ ਕੋਈ ਗੱਲ ਹੋਣੀ ਹੈ। ਮੇਰੇ ਖਿਆਲ ਮੁਤਾਬਕ ਉਹਨਾਂ ਦੀ ਕਿਸੇ ਨਾਲ ਕਿਸੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਦੇ ਖਾਨਦਾਨੀ ਰਿਸ਼ਤੇਦਾਰੀ ਹੈ। ਇਸ ਕਰਕੇ ਵੀ ਕੱਲ ਨੂੰ ਮੇਰੇ ਤੇ ਇਲਜ਼ਾਮ ਲੱਗੂਗਾ ਵੀ ਉਧਰੋਂ ਕਰਾਤਾ। ਹਾਂ, ਉਧਰੋਂ ਕਰਵਾਤਾ ਵੀ ਤੁਸੀਂ ਆਹ ਕਰ ਲਓ, ਰੈਸਕਿਊ ਕਰ ਗਏ ਆਪਣੇ ਆਪ ਨੂੰ। ਉਹ ਗੱਲ ਵਿੱਚ ਰਹਿ ਗਈ। ਸੋ ਇਹ ਕਈ ਵਾਰੀ ਠੀਕ ਹੈ ਵੀ ਆਪਾਂ ਨੂੰ ਪਤਾ ਵੀ ਜਿਹਨੇ ਸਰਕਾਰ ਚਲਾਉਣੀ। ਅਮਰਿੰਦਰ ਸਿੰਘ ਨੇ ਇੱਥੇ ਹੋਰ ਵੀ ਕਹਿਤਾ ਜਦੋਂ ਉਹਨੇ ਸੈਸ਼ਨ ਦੇ ਮਾਮਲੇ ਤੇ ਸੀ, ਉਹਨੇ ਕਲੀਅਰ ਕਰਤੀ ਗੱਲ ਜੀ। ਉਹਦਾ ਸੈਸ਼ਨ ਦਾ ਇਹ ਮਤਲਬ ਥੋੜਾ ਵੀ ਜਿਹਦੇ ਗੁਰੂ ਗ੍ਰੰਥ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਪ੍ਰਕਾਸ਼ ਉਤਸਵ ਮਨਾਵਾਂਗੇ ਉੱਥੇ ਹੋਰ ਗੱਲਾਂ ਹੋਣ। ਉੱਥੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਗੱਲ ਹੋਣੀ ਜੀ। ਇਹ ਉਹਨਾਂ ਨੂੰ ਸਮਰਪਿਤ ਆ। ਉਹ ਤੋਂ ਬਾਅਦ ਇਹ ਨਹੀਂ ਕਿ ਸੈਸ਼ਨ ਉਹ ਕਹਿੰਦੇ ਸਾਈਨਡ ਹੀ ਨਹੀਂ ਹੋਊਗਾ। ਇਹ ਸੈਸ਼ਨ ਜਿਹੜਾ ਹੈਗਾ ਉਠਾ ਲਾਂਗੇ, ਪੱਕਾ ਨਹੀਂ ਉਠਾਉਂਦੇ, ਕੁਝ ਸਮੇਂ ਲਈ ਉਠਾ ਦੇਂਗੇ। ਔਰ ਉਹ ਤੋਂ ਬਾਅਦ 10-15 ਦਿਨਾਂ ਬਾਅਦ ਕਹਿੰਦੇ ਅਸੈਂਬਲੀ ਦਾ ਜਿਹੜਾ ਹੈਗਾ ਪ੍ਰੋਪਰ ਸੈਸ਼ਨ ਜਿਹੜਾ ਹੈਗਾ ਬੁਲਾਉਣਾ ਹੈ। ਉਹ ਅਸੀਂ ਜਿਹਦੇ ਵਿੱਚ ਕੁਝ ਫੈਸਲੇ ਲੈਣੇ ਜੀ। ਉਹ ਫੈਸਲੇ ਤਾਂ ਬੜੇ ਲੈਣ ਵਾਲੇ ਪਏ ਇਹਨਾਂ ਦੇ, 6 ਮਹੀਨੇ ਪਏ ਆ। ਕਈ ਵਾਰੀ ਕੈਬਨਿਟ ਦੀ ਮੀਟਿੰਗ ਪਹਿਲਾਂ ਹੋਊਗੀ। ਕੈਬਨਿਟ ਦੀ ਮੀਟਿੰਗ ਦੇ ਵਿੱਚੋਂ ਜਿਹੜੀਆਂ ਪ੍ਰਪੋਜ਼ਲਸ ਆਉਣਗੀਆਂ, ਜਿਹੜੇ ਉਹ ਪ੍ਰਪੋਜ਼ਲਸ ਫਿਰ ਅਸੀਂ ਵਿਧਾਨ ਸਭਾ 'ਚ ਲੈ ਕੇ ਆਉਣੇ, ਉਹ ਪਾਸ ਕਰਵਾਉਣੇ। ਉਹ ਅਗਲੇ ਦਿਨਾਂ 'ਚ ਹੋਊਗਾ। ਉਹ ਮੇਰਾ ਖਿਆਲ ਹੁਣ ਇਹਨੂੰ ਇੱਥੇ ਲਾਓ ਗੱਲ ਜੀ। ਜਿਹੜੀ ਅਗਲੀ ਗੱਲ ਹੈ ਕਿ ਇੱਕ ਦਿਨ ਵਾਲਾ ਮਾਮਲਾ ਪੂਰਾ ਕਰਕੇ ਅਮਰਿੰਦਰ ਸਿੰਘ ਨੇ ਆਪਦਾ ਘਰ ਸੁਰੱਖਿਅਤ ਕਰ ਲਿਆ। ਕਿਉਂਕਿ ਜਿਹੜੀ ਇਹ ਗੱਲ ਬਣਦੀ ਸੀ ਜੀ, ਹਾਈ ਕਮਾਂਡ ਕੋਲੇ ਪਹੁੰਚ ਗਏ ਬਾਗੀ ਤੇ ਅੱਜ ਰਾਵਤ ਸਾਹਿਬ ਪੁੱਛਣ ਵਾਸਤੇ ਆ ਗਏ ਵੀ ਦੱਸੋ ਕੀ। ਤੇ ਰਾਵਤ ਸਾਹਿਬ ਨੇ ਜੀ ਜਾ ਕੇ ਰਿਪੋਰਟ ਪੇਸ਼ ਕਰਨੀ ਹੈ। ਇਹ ਰਿਪੋਰਟ 3 ਤਾਰੀਖ ਨੂੰ ਤਾਂ ਪੇਸ਼ ਹੋ ਨਹੀਂ ਸਕਦੀ। ਜੇ ਨੋ ਕਨਫੀਡੈਂਸ ਵੀ ਕੈਪਟਨ ਦੇ ਖਿਲਾਫ ਲੈ ਕੇ ਆਉਂਦੇ 3 ਤਾਰੀਖ ਨੂੰ ਤਾਂ ਕੈਪਟਨ ਦੇ ਖਿਲਾਫ ਨੋ ਕਨਫੀਡੈਂਸ ਆ ਨਹੀਂ ਸਕਦਾ। ਉਦੋਂ ਤਾਂ ਗੱਲ ਹੀ ਸਾਰੀ ਉਹਦੇ 'ਚ ਹੋਣੀ ਹੈ। ਇਹ ਤੋਂ ਪਹਿਲਾਂ ਕਰਕੇ ਤੂੰ ਅਸਤੀਫਾ ਦੇ, ਜੇ ਨਹੀਂ ਅਸਤੀਫਾ ਦਿੰਦਾ ਤੈਨੂੰ ਨੋ ਕਨਫੀਡੈਂਸ ਲੈ ਕੇ ਆਉਣੇ, ਉਹਨੇ ਉਹ ਕੰਮ ਮੁਕਾਤਾ।
ਵੀ ਮੈਨੂੰ ਕੋਈ ਲੋੜ ਨਹੀਂ ਜੀ ਤੇ ਫਿਰ ਉਹਨੇ ਆਪਦੀ ਕੈਬਨਿਟ ਦੇ ਵਿੱਚ ਮੈਜੋਰਿਟੀ ਉਹਦੇ ਕੋਲ ਹੈਗੀ ਹੈ, ਜੇ ਕੈਬਨਿਟ ਦੇ ਵਿੱਚੋਂ 4 ਨੂੰ ਬਰਖਾਸਤ ਕਰਕੇ 4 ਨਵੇਂ ਪਾ ਲੂ, ਉਹਨਾਂ ਦੇ ਰਾਹੀਂ ਕਰਕੇ ਆ ਲਓ ਜੀ ਮੈਂ ਅਸੈਂਬਲੀ ਭੰਗ ਕਰਦਾ ਤੇ ਜਿਹੜਾ ਕਾਰਜਕਾਰੀ ਮੁੱਖ ਮੰਤਰੀ ਦੇ ਤੌਰ ਤੇ ਉਹਨੇ ਆਪਣੇ ਆਪ ਨੂੰ ਸੁਰੱਖਿਅਤ ਕਰਦਾ। ਜਿੰਨੇ ਕੁ ਸਿਆਣਪ ਇੱਧਰ ਕਰਦੇ ਆ ਹਾਂਜੀ, ਧੱਕੇ ਵਾਲੀ, ਉਨੀ ਕੁ ਸਿਆਣਪ ਜਿਹੜੀ ਹੈਗੀ ਹੈ ਦੂਜੀ ਉਹ ਪਾਰਲੀਮੈਂਟਰੀ ਫਰੰਟ ਤੋਂ ਕਰੀ ਜਾਂਦਾ। ਜੀ ਜੀ ਪਰ ਉਹ ਜਿਹੜੀ ਆਪਾਂ ਸ਼ੁਰੂ ਚ ਕੀਤੀ ਸੀ ਕਿ ਕਾਂਗਰਸ ਪਾਰਟੀ ਆਪਣਾ ਨੁਕਸਾਨ ਆਪ ਹੀ ਕਰਵਾਈ ਜਾਂਦੀ ਹੈ, ਇੱਥੇ ਨਾ ਆਪ ਵਾਲਿਆਂ ਨੂੰ ਕੁਝ ਕਰਨ ਦੀ ਲੋੜ, ਸੁਖਵੀਰ ਨੂੰ ਤਾਂ ਮੇਰੇ ਖਿਆਲ ਲੋੜ ਹੀ ਨਹੀਂ ਹੈਗੀ, ਹੁਣ ਤਾਂ ਥਾਲੀ ਚ ਪਰੋਸ ਕੇ ਫੜਾਈ ਜਾਂਦੇ ਵੀ ਆ ਲੈ ਜਾਓ ਜੀ ਤੁਸੀਂ ਸਰਕਾਰ ਬਣਾ ਲਓ ਆਪਦੀ। ਪਰ ਦੇਖੋ ਹੁਣ ਕਿੰਨੀ ਕੁ ਕਿਹਦੀ ਬਣਦੀ ਹੈ ਇੱਥੇ, ਜਿਵੇਂ ਮੇਰੀ ਵੀ ਅੱਜ ਬੜੇ ਬੰਦਿਆਂ ਨਾਲ ਗੱਲ ਹੋਈ ਹੈ, ਬਹੁਤ ਲੋਕ ਛੇਸ਼ੋ ਪੰਜ 'ਚ ਹੈ ਹਜੇ ਤੱਕ, ਜੇ ਆਪਾਂ ਆਖੀਏ ਵੀ ਹਜੇ ਤੱਕ ਕੋਈ ਕਲੀਅਰ ਹੈ ਉਹ ਹਜੇ ਕੁਝ ਨਹੀਂ ਪਤਾ। ਉਹ ਤਾਂ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਵੀ ਕਹੀ ਜਾਂਦੇ, ਹਾਂ ਉਹ ਕਹਿੰਦੇ ਕਿਸੇ ਦੇ ਹੱਕ ਵਿੱਚ ਕੋਈ ਹਵਾ ਨਹੀਂ, ਕਿਸੇ ਦੇ ਹੱਕ ਵਿੱਚ ਕੋਈ ਹਵਾ ਨਹੀਂ, ਜਿੰਨਾ ਮਰਜ਼ੀ ਤੁਰਿਆ ਫਿਰੇ। ਹੁਣ ਸੁਖਵੀਰ ਸਿੰਘ ਬਾਦਲ ਜਾਂਦਾ ਹੈ ਜੀ, ਉਹ ਜਾ ਕੇ ਰੈਲੀਆਂ ਵੀ ਕਰਦਾ ਹੈ, ਲੇਕਿਨ ਵਿਰੋਧ ਵੀ ਬਰਾਬਰੀ ਖੜ ਜਾਂਦਾ ਹੈ। ਜਿੰਨੇ ਕ ਬੰਦੇ ਰੈਲੀਆਂ ਚ ਆਉਂਦੇ ਆ ਉਦੋਂ ਜ਼ਿਆਦਾ ਬੰਦੇ ਤਾਂ ਰੋਕਣ ਵਾਲੇ ਹੁੰਦੇ। ਜੀ ਜੀ ਬਿਲਕੁਲ। ਮਾਛੀਵਾੜੇ ਦੇ ਵਿੱਚ ਆਪਾਂ ਦੇਖੀਏ ਕੀ ਕੁਛ ਹੁੰਦਾ, ਹਰ ਥਾਂ ਦੇ ਉੱਤੇ ਲੋਕ ਪਹੁੰਚਦੇ। ਹਵਾ ਨਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੈ, ਨਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ, ਨਾ ਅਕਾਲੀ ਦਲ ਦੇ ਹੱਕ ਵਿੱਚ ਹੈ। ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਜਿਹੜਾ ਵੋਟ ਬੈਂਕ ਦਾ ਸਾਰਾ ਉਹਦਾ ਵੋਟ ਬੈਂਕ ਉਹਦੇ ਕੋਲ ਪੱਕਾ ਵੋਟ ਬੈਂਕ ਇਹਨਾਂ ਕੋਲ ਵੀ ਹੈਗਾ, ਲੇਕਿਨ ਆਮ ਆਦਮੀ ਪਾਰਟੀ ਦੇ ਖਿਲਾਫ ਇਲਜ਼ਾਮ ਕੀ ਹੈ, ਬਸ ਆਹੀ ਹੈ ਵੀ ਇਕੱਠੇ ਨਹੀਂ ਰਹੇ ਬਸ, ਹੋਰ ਤਾਂ ਕੁਝ ਨਹੀਂ। ਬਾਕੀ ਤਾਂ ਉਹਨਾਂ ਕੋਲ ਕੁਝ ਨਹੀਂਗਾ। ਹੁਣ ਉਹਨਾਂ ਦੇ ਤਾਂ ਕਹਿੰਦੇ ਜੀ 10 ਸਾਲਾਂ ਦਾ ਰਿਕਾਰਡ ਉਹਨਾਂ ਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹ ਨਹੀਂ ਫੜੇ ਜੀ, ਉਹ ਇਹਨਾਂ ਨੂੰ ਕਹੀ ਜਾਂਦੇ ਕਿ ਤੁਸੀਂ ਕੀ ਕੀਤਾ। ਇਹ ਤਾਂ ਕਹਿਣਗੇ, ਤਾਂ ਆਮ ਆਦਮੀ ਪਾਰਟੀ ਵਾਲੇ ਤਾਂ ਫੇਰ ਕਹਿ ਦੇਣਗੇ ਵੀ ਜਿਹੜੇ ਉਹਨਾਂ ਨੇ ਕਾਂਗਰਸੀਆਂ ਨੇ ਭੇਜੇ ਸੀ ਉਹ ਆਪਦੇ ਮੋੜ ਦੇ, ਖੱਲਲ ਤਾਂ ਉਹੀ ਪਾਉਂਦੇ ਸੀ ਉਹ ਜਾਵੜੇ। ਇਹ ਵੀ ਗੱਲ ਹੈ ਨਾ ਵੀ ਖੱਲਲ ਪਾਉਣ ਵਾਲੇ ਤਾਂ ਬੰਦੇ ਭੱਜ ਗਏ। ਖੈਰੇ ਦਾ ਨਾਂ ਸਭ ਤੋਂ ਉੱਤੇ ਆਉਂਦਾ ਸੀ ਖੱਲਲ ਪਾਉਣ ਤੇ। ਬਿਲਕੁਲ ਠੀਕ ਹੈ ਨਾ ਜੀ। ਉਹ ਕਹਿੰਦੇ ਡੈਪੂਟੇਸ਼ਨ ਤੇ ਭੇਜੇ ਸੀ, ਲੈ ਲਏ ਉਹਨਾਂ ਨੇ ਵਾਪਸ ਲੈ ਲਏ, ਬਸ ਉੱਥੇ ਖੜਾ ਛੁੱਟ ਜੂ ਇਹਨਾਂ ਦਾ। ਤੇ ਜਲਿਆਂਵਾਲੇ ਬਾਗ ਦੀ ਗੱਲ ਆਪਾਂ ਠਹਿਰ ਕੇ ਕਰਦੇ ਹਾਂ। ਆਪਾਂ ਅਦਾਲਤ ਦੀ ਗੱਲ ਵੀ ਇੱਥੇ ਕੀਤੀ ਸੀ ਸਾਰਾ ਕੁਝ ਵੀ ਹਾਈ ਕੋਰਟ, ਪਰ ਹਾਈ ਕੋਰਟ ਦੀ ਕਹਿੰਦੇ ਬੜੀ ਇੱਕ ਹੋਰ ਬੜੀ ਟਿੱਪਣੀ ਆ ਗਈ, ਕਹਿੰਦੇ ਵੀ ਜਿਹੜੇ ਪੁਲਿਸ ਆ ਉਹਨੂੰ ਕਹਿੰਦੇ ਸੱਤਾਧਾਰੀਆਂ ਦੇ ਥੱਲੇ ਤਾਂ ਲੱਗਣਾ ਹੀ ਪੈਂਦਾ ਵੀ ਜੋ ਮਰਜ਼ੀ ਹੋਵੇ। ਇਹ ਵਿਵਹਾਰਕ ਗੱਲ ਕਹੀ ਹਾਈ ਕੋਰਟ ਨੇ, ਹਾਂ ਕਾਨੂੰਨ ਵਾਲੀ ਗੱਲ ਨਹੀਂ ਹੈ। ਕਾਨੂੰਨ ਨਹੀਂ, ਵਿਵਹਾਰਕ ਹੈ। ਵਿਵਹਾਰਕ ਹੈ ਵੀ ਜਿਹੜੀ ਤਲਖ ਹਕੀਕਤ ਅਸਲ 'ਚ ਹੋਇਆ ਕੀ ਜੀ ਕਿ ਜਸਟਿਸ ਤਿਆਗੀ ਉਹਨਾਂ ਨੇ ਸ਼ਾਇਦ ਕੱਲ੍ਹ ਰਿਟਾਇਰ ਹੋਣਾ ਸੀ ਜੀ, ਔਰ ਉਹਨਾਂ ਦੇ ਰਿਟਾਇਰ ਹੋਣ ਤੋਂ ਪਹਿਲਾਂ ਕਈ ਸਾਰੀਆਂ ਐਪਲੀਕੇਸ਼ਨਾਂ ਉਹਨਾਂ ਦੇ ਕੋਲੇ ਆ ਗਈਆਂ ਜੀ। ਇੱਕ ਤਾਂ ਐਪਲੀਕੇਸ਼ਨ ਜਿਹੜੀ ਹੈਗੀ ਹੈ ਰੀਕਾਲ ਦੀ ਜਿਹੜੀ ਐਪਲੀਕੇਸ਼ਨ ਪਾਈ ਸੀ ਕਿ ਜਿਹੜਾ ਉਹਨਾਂ ਦਾ ਪਹਿਲਾ ਹੁਕਮ ਸੀ ਉਸ ਹੁਕਮ ਨੂੰ ਮੁੜ ਵਿਚਾਰਿਆ ਜਾਵੇ, ਕਿਉਂਕਿ ਉਹਦੇ ਵਿੱਚ ਪਹਿਲੇ ਹੁਕਮ ਦੇ ਵਿੱਚ ਕੀ ਕਿਹਾ ਸੀ ਕਿ 2018 ਦੇ ਵਿੱਚ ਸੁਮੈਤ ਸਿੰਘ ਸੈਣੀ ਨੂੰ ਜਿਹੜੀ ਪ੍ਰੋਟੈਕਸ਼ਨ ਮਿਲੀ ਸੀ ਨਾ ਜੀ, ਉਹ ਪ੍ਰੋਟੈਕਸ਼ਨ ਚੱਲੀ ਜਾਂਦੀ ਹੈ, ਤੇ ਜਿਹੜਾ 11 ਨੰਬਰ FIR ਦੇ ਵਿੱਚ ਗ੍ਰਿਫਤਾਰ ਕੀਤਾ ਸੀ 18 ਅਗਸਤ ਨੂੰ ਉਹ ਗਲਤ ਕੀਤਾ ਹੈ ਜੀ। ਉਹ ਗੱਲ ਕਹੀ ਸੀਗੀ, ਤੇ ਉਹਦੇ ਆਧਾਰ ਦੇ ਉੱਤੇ ਹੀ ਫਿਰ ਪਟੀਸ਼ਨ ਦੇ ਵਿੱਚੋਂ ਪਟੀਸ਼ਨ ਅੱਗੇ ਨਿਕਲਦੀ ਹੈ। ਉਹਨਾਂ ਨੇ ਗਲਤ ਕੀਤੀ ਹੈ। ਪੰਜਾਬ ਸਰਕਾਰ ਨੇ ਜਾਂ ਵਿਜੀਲੈਂਸ ਬਿਊਰੋ ਨੇ ਜਿਹੜੀ ਪਾਈ ਹੈ ਰੀਕਾਲ ਜੀ ਐਪਲੀਕੇਸ਼ਨ, ਉਹ ਰੀਕਾਲ ਐਪਲੀਕੇਸ਼ਨ 'ਚ ਕੀ ਕਹਿੰਦੇ, ਉਹ ਕਹਿੰਦੇ ਜੀ ਜਿਹੜੀ ਸਰਕਾਰ ਨੇ ਪ੍ਰੋਟੈਕਸ਼ਨ ਦਿੱਤੀ ਸੀ ਉਹ ਦਿੱਤੀ ਸੀ ਕਿ ਜਿੱਦਣ ਸੁਮੈਤ ਸਿੰਘ ਸੈਣੀ ਭਰਤੀ ਹੋ ਗਏ ਸੀ, ਜੀ ਜੀ, ਭਰਤੀ ਹੋਣ ਤੋਂ ਲੈ ਕੇ ਰਿਟਾਇਰਮੈਂਟ ਤੱਕ, ਚਾਹੇ ਉਹ ਕਿਸੇ ਜ਼ਿਲ੍ਹੇ 'ਚ SSP ਰਹੇ ਹੈ ਜਾਂ ਕਿਤੇ ASP ਰਹੇ ਹੈ, ਤੇ ਚਾਹੇ ਉਹ ਪੰਜਾਬ ਪੁਲਿਸ ਦੇ DGP ਰਹੇ ਹੈ, ਤੇ ਚਾਹੇ ਉਹ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਰਹੇ ਜੀ, ਜੇ ਇਸ ਸਮੇਂ ਦੇ ਨਾਲ ਸੰਬੰਧਿਤ ਕੋਈ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਹੁੰਦਾ ਹੈ ਸਿਵਾਏ ਮੁਲਤਾਨੀ ਵਾਲੇ ਕੇਸ ਤੋਂ, ਜੇ ਕੋਈ ਕੇਸ ਰਜਿਸਟਰ ਹੁੰਦਾ ਤਾਂ ਉਹਦੇ 'ਚ ਗ੍ਰਿਫਤਾਰ ਕਰਨ ਤੋਂ ਪਹਿਲਾਂ ਸੁਮੈਤ ਸਿੰਘ ਸੈਣੀ ਨੂੰ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ ਜੀ। ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਸੁਮੈਤ ਸਿੰਘ ਸੈਣੀ ਜਿਹੜਾ 13 ਨੰਬਰ FIR ਦੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਵਾਸਤੇ ਵਿਜੀਲੈਂਸ ਬਿਊਰੋ ਦੇ ਹੈੱਡਕੁਆਟਰ 'ਚ ਗਿਆ ਸੀ ਜੀ, ਤੇ ਉੱਥੇ ਵਿਜੀਲੈਂਸ ਵਾਲਿਆਂ ਨੇ ਫੜ ਕੇ ਉਹਦੀ ਗ੍ਰਿਫਤਾਰੀ ਪਾਤੀ 11 ਨੰਬਰ 'ਚ ਜੀ। ਕਹਿੰਦੇ ਵੀ ਜਿਹੜੀ ਸਰਕਾਰ ਜਿਹੜੀ ਮਾਨਯੋਗ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਸੀ, ਮਾਨਯੋਗ ਹਾਈ ਕੋਰਟ ਦਾ ਜਿਹੜਾ ਹੁਕਮ ਸੀ ਪ੍ਰੋਟੈਕਸ਼ਨ ਦਾ, ਉਹਦੀ ਉਲੰਘਣਾ ਹੋਈ ਹੈ। ਉਹਨਾਂ ਨੇ ਇੱਕ ਤਾਂ ਐਪਲੀਕੇਸ਼ਨ ਇਹ ਪਈ ਸੀ ਜੀ, ਦੂਜੀ ਐਪਲੀਕੇਸ਼ਨ ਇਹ ਪਈ ਸੀਗੀ ਕਿ ਸੈਣੀ ਸਾਹਿਬ ਨੇ ਇਹ ਐਪਲੀਕੇਸ਼ਨ ਦਿੱਤੀ ਸੀ ਜੀ, ਇਹਦੀ ਨਾ ਜਿਹੜੀ ਹੈਗੀ ਸੁਣਵਾਈ ਕਰ ਲਈਏ, ਅੱਜ ਹੀ ਸੁਣਵਾਈ ਕਰ ਦਿਓ ਜੀ। ਭਾਵ ਹੈ ਕਿ ਰਿਟਾਇਰ ਹੋਣ ਤੋਂ ਪਹਿਲਾਂ ਤਿਆਗੀ ਸਾਹਿਬ ਇਹਦਾ ਫੈਸਲਾ ਕਰ ਜਾਣ ਜੀ, ਕਿਉਂਕਿ ਤਿਆਗੀ ਸਾਹਿਬ ਨੇ ਪਹਿਲਾਂ ਇਹ 11 ਨੰਬਰ ਦੇ ਵਿੱਚ ਉਹਨਾਂ ਦੀ ਇਹ ਦਿੱਤੀ ਹੋਈ ਹੈ ਜੱਜਮੈਂਟ ਦਿੱਤੀ ਹੋਈ ਹੈ, ਉਹਨੂੰ ਇਹ ਸੀ ਕਿ ਉਸੇ ਜੱਜਮੈਂਟ ਦੇ ਆਧਾਰ ਦੇ ਉੱਤੇ ਤਿਆਗੀ ਸਾਹਿਬ ਮੈਨੂੰ ਕੋਈ ਨਾ ਕੋਈ ਬੈਨੀਫਿਟ ਦੇ ਦੇਣਗੇ। ਇੱਕ ਉਹਦੇ 'ਚ ਆ ਗਈ ਜੀ ਤੁਹਾਡੀ ਐਪਲੀਕੇਸ਼ਨ ਜਿਹਨੂੰ ਅਸੀਂ ਕਹਾਂਗੇ ਕੰਟੈਂਪਟ ਜੀ, ਅਦਾਲਤ ਦੀ ਹੱਦ ਤੱਕ ਕਰਨ ਦੀ ਆਪਣੀ ਐਪਲੀਕੇਸ਼ਨ ਜੀ ਜੀ। ਉਹ ਐਪਲੀਕੇਸ਼ਨ ਜਿਹੜੀ ਹੈ ਉਹ ਮਿਸਿਸ ਸੈਣੀ ਦੇ ਨਾਂ ਤੇ, ਉਹਦੇ ਵਿੱਚ ਕੀ ਲਿਖਿਆ ਜੀ, ਉਹ ਕੰਟੈਂਪਟ ਦੇ ਵਿੱਚ ਇਹ ਲਿਖਿਆ ਕਿ ਜਦੋਂ ਸੈਣੀ ਹੋਰਾਂ ਦੀ ਉਹ ਬਹਿਸ ਚੱਲਦੀ ਸੀ, ਅੱਛਾ ਜੀ, ਬਹਿਸ ਚੱਲਦਿਆਂ ਜੇ ਫੈਸਲਾ ਆਉਣਾ ਸੀ, ਪਤਾ ਲੱਗ ਗਿਆ ਸੀ ਫੈਸਲਾ ਕੀ ਆਊਗਾ, ਮਾਨਯੋਗ ਜੱਜ ਸਾਹਿਬ ਨੇ ਕਹਿ ਦਿੱਤਾ ਸੀ ਹਾਈ ਕੋਰਟ ਦੇ ਨੇ ਕਿ ਜੀ ਮੈਨੂੰ ਆਹ ਫੈਸਲਾ ਦੇਣਾ ਹੀ ਪੈਣਾ, ਤੇ ਹਾਲੇ ਤੱਕ ਉਹ ਫੈਸਲਾ ਲਿਖਿਆ ਨਹੀਂ ਸੀ। ਜਵਾਨੀ ਕਲਾਮੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ, TV ਚੈਨਲਾਂ ਤੇ ਖਬਰਾਂ ਚੱਲਣ ਲੱਗ ਗਈਆਂ ਸੀ। ਉਦੋਂ ਵਿਜੀਲੈਂਸ ਬਿਊਰੋ ਦੇ ਇੱਕ DSP ਜਿਹੜੇ ਇਸ ਮਾਮਲੇ 'ਚ IO ਹੈ ਜੀ, ਮੇਰੇ ਖਿਆਲ ਮੁਤਾਬਕ ਹਰਵਿੰਦਰ ਪਾਲ ਸਿੰਘ ਉਹਨਾਂ ਦਾ ਨਾਮ ਹੈ,
ਹਰਵਿੰਦਰਪਾਲ ਸਿੰਘ ਹੋਰਾਂ ਨੇ ਇੱਕ ਆਫੀਸ਼ੀਅਲ ਈਮੇਲ ਜਿਹੜੀ ਹੈ ਜੱਜ ਸਾਹਿਬ ਨੂੰ ਭੇਜਤੀ। ਅੱਛਾ ਜੀ। ਭੇਜੀ ਉਹਨਾਂ ਨੇ ਚੀਫ ਜਸਟਿਸ ਨੂੰ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਅੱਛਾ ਜੀ। ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਗੱਲ ਦੂਜੀ ਸੁਣੀ ਜਾ ਰਹੀ ਹੈ ਤੇ ਇਹਦੇ ਵਿੱਚ ਮਤਲਬ ਇਹ ਕੇਸ ਨੂੰ ਕਿਸੇ ਹੋਰ ਬੈਂਚ ਨੂੰ ਤਬਦੀਲ ਕਰ ਦਿੱਤਾ ਹੈ ਫੈਸਲਾ ਲਿਖਣ ਤੋਂ ਪਹਿਲਾਂ ਜੀ। ਇਹਨੂੰ ਉਹਨਾਂ ਨੇ ਕਹਿੰਦਾ ਦੇਖੋ ਜੀ ਤਾਂ ਅਦਾਲਤ ਦੀ ਹੱਦ ਤੱਕ ਹੈ, ਜੱਜ ਸਾਹਿਬ ਦੇ ਉੱਤੇ ਇਸ ਤਰ੍ਹਾਂ ਨਹੀਂ ਕੀਤੀ। ਕੱਲ ਫਿਰ ਜਦੋਂ ਆਈਆਂ ਸਾਰੀਆਂ ਪਟੀਸ਼ਨਾਂ, ਤਿਆਗੀ ਸਾਹਿਬ ਨੇ ਜਿਹੜੀ ਹੈਗੀ ਜੁਡੀਸ਼ਰੀ ਦਾ ਮਾਨ ਸਨਮਾਨ ਰੱਖਿਆ। ਉਹਨਾਂ ਨੇ ਕਹਿੰਦਾ ਜੀ ਮੈਂ ਕੋਈ ਨਹੀਂ ਸੁਣਵਾਈ ਕਰਨੀ। 9 ਸਤੰਬਰ ਨੂੰ ਪੰਜਾਬ ਸਰਕਾਰ ਦੀ ਐਪਲੀਕੇਸ਼ਨ ਇਹ ਵੀ 9 ਸਤੰਬਰ ਨੂੰ ਹੋਊ ਜੀ। 2018 ਵਾਲੀ ਹੈ ਉਹਦੀ ਵੀ 9 ਸਤੰਬਰ ਨੂੰ ਹੋਣੀ ਹੈ, ਉਹਦੀ ਵੀ ਹੈ। ਆ ਕੰਟੈਂਪਟ ਵਾਲੀ ਆ ਗਈ ਜੀ। ਇਹਦਾ ਕੀ ਕੀਤਾ ਜਾਵੇ? ਉਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਉਹ ਕਹਿੰਦੇ ਗੱਲ ਠੀਕ ਹੈ ਤੁਹਾਡੀ, ਤੁਸੀਂ ਇਹਨੂੰ ਕੰਟੈਂਪਟ ਕਹਿੰਦੇ ਹੋ, ਇਹਨੂੰ ਇਗਨੋਰ ਕਰ ਦੇਣਾ। ਕਰ ਰਹੇ ਮੈਂ ਕਿਉਂ ਕਰ ਰਹੇ ਹਾਂ ਜੀ? ਇਸ ਕਰਕੇ ਕਰ ਰਹੇ ਹਾਂ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਜੀ, ਸੱਤਾਧਾਰੀ ਪੁਲਿਸ ਵਾਲਿਆਂ ਨੂੰ ਹਦਾਇਤਾਂ ਦਿੰਦੇ ਹੈ ਤੇ ਪੁਲਿਸ ਵਾਲਿਆਂ ਨੂੰ ਆਪਣੀ ਹਕੂਮਤ ਦੀ ਹਦਾਇਤ ਮੰਨਣੀ ਪੈਂਦੀ ਹੈ। ਕਈ ਵਾਰੀ ਭਾਵੇਂ ਉਹ ਹਦਾਇਤ ਗਲਤ ਵੀ ਹੋਵੇ। ਜੀ ਜੀ ਜੀ। ਬਾਅਦ ਦੇ ਵਿੱਚ ਜਦੋਂ ਨਵੀਂ ਧਿਰ ਆ ਜਾਂਦੀ ਹੈ, ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹ ਆ ਜਾਂਦੇ ਤੇ ਫਿਰ ਉਹ ਆ ਕੇ ਨੱਟ ਕੱਸਣੇ ਸ਼ੁਰੂ ਕਰ ਦਿੰਦੇ। ਫਿਰ ਉਹਨਾਂ ਅਫਸਰਾਂ ਦੇ ਉੱਤੇ ਕਸਾਈ ਹੁੰਦੀ ਹੈ। ਹੁਣ ਜਿਵੇਂ ਸੁਮੇਧ ਸਿੰਘ ਸੈਣੀ ਕਹਿੰਦਾ, ਜੀ ਜੀ, ਸੁਮੇਧ ਸਿੰਘ ਸੈਣੀ ਨੇ ਇਹੀ ਗੱਲ ਕਹੀ ਹੈ ਕਿ ਜੀ ਮੈਂ ਇੱਕ ਕੇਸ ਰਜਿਸਟਰ ਕੀਤਾ ਸੀ ਮੇਰੀ ਵਿਜੀਲੈਂਸ ਬਿਊਰੋ ਨੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਦੇ ਖਿਲਾਫ ਜੀ। ਔਰ ਮੀਡੀਆ ਐਡਵਾਈਜ਼ਰ ਦੀ ਜਿਹੜੀ ਹੈਗੀ ਹੈ ਅਰੈਸਟ ਵੀ ਹੋਈ ਸੀ ਔਰ ਬੜੇ ਕਿੱਸੇ ਚੱਲਦੇ ਰਹੇ ਕਿ ਉਹਨਾਂ ਨੂੰ ਜੀ ਤੰਗ ਪਰੇਸ਼ਾਨ ਵੀ ਕੀਤਾ ਸੀ। ਇਹ ਸਾਰੀਆਂ ਗੱਲਾਂ ਆਉਂਦੀਆਂ ਰਹੀਆਂ ਹਾਂਜੀ ਵੀ ਮੇਰੇ ਖਿਲਾਫ ਜਿਹੜਾ ਹੈਗਾ ਜੀ ਉਹਦਾ ਕਰਕੇ ਸਰਕਾਰ ਇਹ ਕੰਮ ਕਰਦੀ ਹੈ। ਅੱਛਾ ਤੇ ਪਿਛਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਨੇ ਤਾਂ ਇਲਜ਼ਾਮ ਹੀ ਲਾਤਾ ਸੀ ਕਿ ਜਿਹੜੇ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਜੀ, ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਜਿਹੜੀ ਹੈਗੀ ਉਹਨਾਂ ਨੇ ਇੱਕ ਮੀਡੀਆ ਐਡਵਾਈਜ਼ਰ ਦਾ ਨਾਂ ਲੈਤਾ, ਇੱਕ ਐਡਵਾਈਜ਼ਰ ਦਾ ਨਾਂ ਲੈਤਾ ਸੀ ਕੈਪਟਨ ਸਾਹਿਬ ਦਾ ਕਿ ਉਹਨਾਂ ਤੋਂ ਹਦਾਇਤਾਂ ਮਿਲਦੀਆਂ। ਬਿਲਕੁਲ ਠੀਕ ਹੈ। ਉਹਨਾਂ ਨੇ ਗੱਲ ਕੀਤੀ ਸੀ ਆ ਵੀ ਆਹ ਗੱਲ ਹੈ। ਉਹ ਫਿਰ ਉਹ ਇੱਕ ਕਿਸਮ ਦੀ ਉਹ ਮਿਸਾਲ ਬਣਦੀ ਹੈ ਨਾ ਕਿ ਭਾਈ ਉਦੋਂ ਸਰਕਾਰ ਤੁਹਾਡੀ ਸੀ ਜੀ। ਜਿਸ ਸਰਕਾਰ ਨੇ ਤੁਹਾਨੂੰ ਲਾਇਆ ਸੀ, ਸੈਣੀ ਸਾਹਿਬ ਤੁਹਾਨੂੰ ਹੁਕਮ ਦਿੱਤਾ ਤੇ ਤੁਸੀਂ ਵੀ ਉੱਥੇ ਫਿਰ ਧੱਕਾ ਕੀਤਾ। ਬੰਦਾ ਤਾਂ ਬਰੀ ਹੋ ਗਿਆ ਉਹਨਾਂ ਕੇ ਸਾਥ। ਬਿਲਕੁਲ ਬਿਲਕੁਲ। ਉਹਦਾ ਤਾਂ ਕੋਈ ਕਸੂਰ ਨਹੀਂ, ਜੋ ਬਰੀ ਹੋ ਗਿਆ ਤੇ ਇਹਦਾ ਮਤਲਬ ਹੈ ਵੀ ਉਹ ਬੇਦੋਸ਼ ਹੈ। ਔਰ ਹੁਣ ਜਿਹੜਾ ਹੈਗਾ ਹਰਵਿੰਦਰਪਾਲ ਸਿੰਘ ਹੈ ਤੇ ਜੇ ਹੁਣ ਤੂੰ ਕੱਲ ਨੂੰ ਹਰਵਿੰਦਰਪਾਲ ਸਿੰਘ ਨੂੰ ਵੀ ਇਹ ਦਿਨ ਦੇਖਣੇ ਪੈ ਸਕਦੇ। ਬਿਲਕੁਲ ਬਿਲਕੁਲ। ਅੱਜ ਜੇ ਮੌਕੇ ਦੀ ਸਰਕਾਰ ਕਹਿੰਦੀ ਫੜ ਕੇ ਲੈ ਕੇ ਆਓ, ਤੁਸੀਂ ਦੇਖੀ ਹੋਣੀ ਇੱਕ ਵੀਡੀਓ ਘੁੰਮ ਰਹੀ ਹੈ। ਉਹ ਆ ਗਈ, ਆਪਣੇ ਵੀ ਪਾਈ ਵੀ ਆ ਉਹਦੇ ਵਿੱਚ ਜੇ ਲੈ ਕੇ ਆਉਂਦੇ ਵਿਜੀਲੈਂਸ ਵਾਲੇ ਤੇ ਸਾਰੇ। ਉਹ ਵਿਜੀਲੈਂਸ ਵਾਲੇ ਹੁਣ ਪਤਾ ਲੱਗਿਆ ਵੀ ਅਸਲ 'ਚ ਕਹਾਣੀ ਕੀ ਹੈ। ਉਹ ਜਿਹੜੀ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਵੀ 8 ਵਜੇ 8:30 ਵਜੇ ਜੋ ਸੈਣੀ ਉੱਥੇ ਜਾਂਦੇ ਆ ਵਿਜੀਲੈਂਸ ਬਿਊਰੋ ਦੇ ਹੈੱਡਕੁਆਟਰ 'ਚ, ਉਹ ਹੈੱਡਕੁਆਟਰ ਜਾਂਦੇ, ਥਾਣੇ ਨਹੀਂ ਜਾਂਦੇ। ਹੈੱਡਕੁਆਟਰ ਜਾ ਕੇ ਉਹ ਜਿਹੜਾ ਸੰਤਰੀ ਖੜੋਤਾ ਉਹਨੂੰ ਕਹਿੰਦੇ ਵੀ ਆ ਅਸੀਂ ਹੁਕਮ ਲੈ ਕੇ ਆਏ ਹਾਈ ਕੋਰਟ ਦਾ, ਮੈਂ ਸ਼ਾਮਲ ਤਫਤੀਸ਼ ਹੋਣਾ ਤੇ ਆ ਲੈ ਮੇਰਾ ਆ ਤੂੰ ਹੁਕਮ ਫੜ ਲੈ, ਟੇਕ ਓਵਰ ਕਰ ਲੈ। ਉਹਨਾਂ ਦਾ ਵਕੀਲ ਜਿਹੜਾ ਹੈਗਾ ਨਾਲ ਦੀ ਨਾਲ ਜਿਹੜੀ ਉਹ ਫੋਟੋਆਂ ਖਿੱਚ ਰਿਹਾ। ਸੈਣੀ ਹੋਰਾਂ ਦੇ ਲਈ ਹੈ ਸਿਰ ਦੇ ਉੱਤੇ ਟੋਪੀ, ਪਹਿਲਾਂ ਉਹਨਾਂ ਦੇ ਮੂੰਹ ਤੇ ਰੁਮਾਲ ਬੰਨਿਆ, ਫਿਰ ਉਹਨਾਂ ਨੇ ਮੂੰਹ ਤੇ ਰੁਮਾਲ ਵੀ ਲਾਤਾ ਵੀ ਪਤਾ ਲੱਗ ਜੇ ਵੀ ਹਾਂ ਇਹ ਹੈ। ਉੱਥੋਂ ਕਹਿ ਕੇ ਉੱਤਰ ਚਲੇ ਗਏ, ਗੱਡੀਆਂ 'ਚ ਬੈਠਣਾ ਹੁਣੇ ਅਗਾਂਹ ਫੋਰਟਸ ਦੇ ਕੋਲੇ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਆ ਕੇ ਬੰਦਾ ਮੁੜ ਚੱਲਿਆ। ਹਾਲਾਂਕਿ ਸੈਣੀ ਆਪ ਡਾਇਰੈਕਟਰ ਹੈ, ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਉੱਥੇ ਰਾਤ ਨੂੰ ਕੋਈ ਹੁੰਦਾ ਨਹੀਂ। ਉਹ ਜਦੋਂ ਆਪਣੀ ਗੱਡੀ 'ਚ ਬੈਠ ਲਗੇ ਤੇ ਉਹ ਜਾਂਦੇ ਰਹੇ ਜਾ ਕੇ, ਕਹਿੰਦੇ ਜੀ ਗੱਲਾਂ ਗੁੱਲਾਂ ਜਿਹੀਆਂ ਕਰਨ ਵੀ ਹਾਂਜੀ ਕਿਵੇਂ ਜੀ ਤੁਸੀਂ ਕੰਮ ਕਰਦੇ। ਦੋਨਾਂ ਨੇ ਫਿਰ ਬਾਹਾਂ ਫੜ ਲਈਆਂ, ਇੱਕ ਬਾਂਹ ਇਧਰੋਂ ਤੇ ਕੋ ਫੜ ਕੇ ਲਿਆ ਕੇ ਫਿਰ ਹਵਾਲਾ 'ਚ ਦਿੱਤਾ। ਉਹ ਚੀਜ਼ ਜਿਹੜੀ ਹੈਗੀ ਕਿਉਂਕਿ ਫਿਰ ਉਹ ਡਿੱਗ ਪਿਆ ਅੰਦਰ ਤਾਂ ਚਲੋ ਗਸ਼ ਖਾ ਗਿਆ ਬੰਦਾ। ਉਹ ਤਾਂ ਕਿਉਂਕਿ ਇਹ ਦਾਣੇ ਵਾਲੀ ਸਾਹਿਬ ਇੰਨੇ ਦਲੇਰ ਨਹੀਂ ਨਾ ਹੁੰਦੇ। ਦਲੇਰ ਨਹੀਂ ਹੁੰਦੇ। ਜਿਹੜੀ ਚੀਜ਼ ਤੁਸੀਂ ਚਿੱਤ ਵੀ ਨਾ ਹੋਵੇ, ਤੁਸੀਂ ਜ਼ਿੰਦਗੀ ਸੋਚਿਆ ਨਾ ਹੋਵੇ ਕਿ ਮੈਨੂੰ ਆਹ ਦੇਖਣੇ ਪੈ ਜਾਣਗੇ ਜੋ ਚਿਤਨਾ ਚੇਤੇ, ਜਹਾਂ ਚਿਤਨਾ ਚੇਤੇ ਬੰਦਾ ਕਦੇ ਸੋਚ ਸਕਦਾ ਡੀਜੀਪੀ ਵੀ ਮੈਨੂੰ ਹਵਾਲਾ 'ਚ ਜਾਣਾ ਪਊਗਾ। ਇਹ ਤਾਂ ਵੇਖਣਾ ਪੈਣਾ ਨਾ। ਫਿਰ ਇਸ ਕਰਕੇ ਵਿਰਕ ਸਾਹਿਬ ਨਾਲ ਵੀ ਇਹੀ ਹੋਇਆ ਸੀ। ਹਾਂਜੀ ਹਾਂ। ਉਹ ਫਿਰ ਉਹ ਜਿਹੜੀ ਚੀਜ਼ ਹੈਗੀ ਹੈ ਉਹਦਾ ਕਰਕੇ ਜੱਜ ਸਾਹਿਬ ਨੇ ਗੱਲ ਕਹੀ ਹੈ ਵੀ ਭਾਈ ਕੋਈ ਗੱਲ ਨਹੀਂ, ਇਹ ਕੋਈ ਕੰਟੈਂਪਟ ਵਾਲੀ ਗੱਲ ਨਹੀਂ ਬਣਦੀ। ਉਹ ਹੁਕਮ ਦੇ ਗੁਲਾਮ ਹੈ, ਜਿਵੇਂ ਸਰਕਾਰਾਂ ਕਹਿੰਦੀਆਂ ਉਹਨਾਂ ਨੂੰ ਕਰਨਾ ਪੈਂਦਾ ਜੀ। ਇਹ ਵਿਵਹਾਰਕ ਗੱਲ ਹੈ, ਵੈਸੇ ਕਾਨੂੰਨ 'ਚ ਨਹੀਂ ਹੈ। ਕਾਨੂੰਨ 'ਚ ਨਹੀਂ ਹੈ, ਤੁਸੀਂ ਗਲਤ ਕੰਮ ਕਰੋ। ਬਿਲਕੁਲ ਬਿਲਕੁਲ। ਤੇ ਜਲਿਆਂਵਾਲੇ ਬਾਗ ਤੇ ਵੀ ਸਿਆਸਤ ਹੋ ਗਈ ਜੀ ਫਿਰ? ਬਿਲਕੁਲ ਜੀ, ਸਿਆਸਤ ਹੋਣੀ ਵੀ ਚਾਹੀਦੀ ਸੀ ਕਿਉਂਕਿ ਵੱਡੀ ਗੱਲ ਇਹ ਹੈ ਕਿ ਇਹ ਆਮ ਤੌਰ ਦੇ ਉੱਤੇ ਪ੍ਰਚਲਿਤ ਕਥਨ ਹੈ ਜੀ ਤੇ ਹਕੀਕਤ ਵੀ ਹੈ ਕਿ ਜਦੋਂ ਤੁਸੀਂ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ, ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ, ਉਹਦਾ ਇਤਿਹਾਸ ਖਤਮ ਕਰ ਦਿਓ। ਉਹਦਾ ਇਤਿਹਾਸ ਖਤਮ ਕਰ ਦਿਓ ਤੇ ਆਟੋਮੈਟਿਕਲੀ ਉਹਦੇ ਜਦੋਂ ਇਤਿਹਾਸ ਹੀ ਨਾ ਰਹਿ ਕੀ ਕਰੋਗੇ। ਜਲਿਆਂਵਾਲਾ ਬਾਗ ਇੱਕ ਅਜਿਹਾ ਕਾਂਡ ਹੋਇਆ ਸੀ ਜਿਸ ਕਾਂਡ ਨੇ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਮਹਾਤਮਾ ਗਾਂਧੀ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਆਏ ਤੇ ਮਹਾਤਮਾ ਗਾਂਧੀ ਨਵਾਂ ਆਇਆ ਸੀ ਦੱਖਣੀ ਅਫਰੀਕਾ 'ਚੋਂ। ਉਦੋਂ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹ ਜਨਤਕ ਨਹੀਂ ਸੀ ਹੋ ਸਕਦੀ। ਅੱਛਾ ਜੀ। ਉਹ ਜਨਤਕ ਮੂਵਮੈਂਟ ਨਹੀਂ ਚੱਲੀ ਸੀ। ਜਨਤਕ ਮੂਵਮੈਂਟ ਜਿਹੜੀ ਚੱਲੀ ਸੀਗੀ, ਜੇ ਆਪਾਂ ਕਹਿ ਦਈਏ ਉਹ ਵੀ ਜਨਤਕ ਨਹੀਂ ਸੀਗੀ। ਬਬਰ ਜਿਹੜੀ ਸੀ ਗਦਰ ਪਾਰਟੀ ਵਾਲੀ ਜਾਂ ਬੱਬਰ ਅਕਾਲੀ ਸੀ, ਗਦਰ ਪਾਰਟੀ ਵਾਲੇ, ਉਹ ਵੀ ਆਪਣੇ ਇਨਫਰਾਦੀ ਵਿਅਕਤੀਗਤ ਐਕਸ਼ਨ ਕਰਦੇ ਹੁੰਦੇ ਸੀ ਕਿ ਆਹ ਬੰਦੇ ਨੂੰ ਸੋਧਾ ਲਾ ਦਿਓ ਤੇ ਇਹਨੂੰ ਸੋਧਾ ਲਾ ਦਿਓ।
ਜਲਿਆਂਵਾਲੇ ਬਾਗ ਦੇ ਵਿੱਚ ਜੋ ਕੁਝ ਹੋਇਆ ਉਹ ਤੋਂ ਬਾਅਦ ਜੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸਾ ਪੈਦਾ ਹੋਇਆ ਤੇ ਉਸ ਗੁੱਸੇ ਦਾ ਨਤੀਜਾ ਇਹ ਹੋਇਆ ਸੀ ਕਿ ਅੰਗਰੇਜ਼ਾਂ ਨੂੰ ਇਸ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਇੱਕ ਜਨਤਕ ਮੂਵਮੈਂਟ ਜਿਹਨੂੰ ਆਪਾਂ ਲੋਕ ਲਹਿਰ ਕਹਿ ਦਿੰਦੇ ਹਾਂ, ਲੋਕ ਲਹਿਰ ਸ਼ੁਰੂ ਹੋ ਗਈ ਸੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸਿੱਧੇ ਤੌਰ ਦੇ ਉੱਤੇ ਉਹਦੇ ਨਾਲ ਕੋਈ ਤਾਲੁਕ ਨਹੀਂ ਜੀ। ਸ਼ਹੀਦ ਆਜ਼ਮ ਭਗਤ ਸਿੰਘ ਛੋਟੀ ਉਮਰ ਦਾ ਹੀ ਸੀ, 23 ਸਾਲ ਦੀ ਉਮਰ ਦੇ ਵਿੱਚ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੀ ਹੋ ਗਈ ਹੈ ਜੀ। ਜਦੋਂ ਉਹ ਉੱਥੇ ਜਾਂਦੇ ਆ ਤੇ ਜਲਿਆਂਵਾਲੇ ਬਾਗ ਦੇ ਮਤਲਬ ਸਾਕਾ ਤਾਂ ਪੜ੍ਹਿਆ ਤਾਂ ਸੀ, ਅਖਬਾਰਾਂ 'ਚ ਆ ਗਿਆ ਸੀ, ਖਬਰਾਂ 'ਚ ਆ ਗਿਆ ਸੀ। ਪਰਿਵਾਰ ਉਹਨਾਂ ਦਾ ਜਿਹੜਾ ਦੇਸ਼ ਭਗਤੀ ਨਾਲ ਜੁੜਿਆ ਹੋਇਆ ਸੀ ਔਰ ਪਰਿਵਾਰ ਦੇ ਵਿੱਚੋਂ ਸਾਰੀਆਂ ਸੂਚਨਾਵਾਂ ਮਿਲਦੀਆਂ ਸੀ। ਕਹਿੰਦੇ ਵੀ ਭਗਤ ਸਿੰਘ ਹੋਰਾਂ ਨੇ ਉੱਥੋਂ ਮਿੱਟੀ ਚੱਕੀ ਸੀ ਜੀ ਤੇ ਮਿੱਟੀ ਨੂੰ ਇੱਕ ਗਠੜੀ ਦੇ ਵਿੱਚ ਬੰਨ੍ਹ ਕੇ, ਇੱਕ ਲੀਰ ਦੇ ਵਿੱਚ ਬੰਨ੍ਹ ਕੇ ਉਹਨਾਂ ਨੇ ਤਾਂ ਜ਼ਿੰਦਗੀ ਆਪਣੇ ਘਰ ਦੇ ਵਿੱਚ ਰੱਖਿਆ ਸੀ ਕਿ ਇਹ ਜਿਹੜੀ ਕੁਰਬਾਨੀ ਆ ਭੁਲਾਈ ਨਹੀਂ ਜਾ ਸਕਦੀ ਜੀ। ਤੇ ਜੇ ਆਪਾਂ ਦੇਖੀਏ ਊਧਮ ਸਿੰਘ ਹੋਰਾਂ ਨੇ ਜਨਰਲ ਡਾਇਰ ਨੂੰ ਜਾ ਕੇ ਕਿੱਥੇ ਦੀ ਕਿੱਥੇ ਜਿਹੜੇ ਜਦੋਂ ਪਿੱਛਾ ਕਰਦੇ ਗਏ ਸੀ ਤੇ ਉਡਵਾਰ ਨੂੰ ਮਾਰ ਦਿੱਤਾ ਸੀ ਲੰਡਨ ਦੇ ਵਿੱਚ ਜੀ। ਇਹ ਸਾਰਾ ਕੁਛ ਇੱਕ ਇਤਿਹਾਸ ਬਹੁਤ ਵੱਡਾ ਹੈ। ਹੁਣ ਉਹ ਇਹ ਵੀ ਜਿਹੜੀ ਜਿੱਥੇ ਜਿਹੜੀ ਆਉਂਦੀ ਹੈ ਤੁਹਾਡੀ ਜਲਿਆਂਵਾਲੇ ਬਾਗ ਨੂੰ ਜਿਨ੍ਹਾਂ ਲੋਕਾਂ ਨੇ ਗਏ ਆ, ਤੁਸੀਂ ਗਏ ਹੋ, ਮੈਂ ਗਿਆ, ਆਪਾਂ ਦੇਖਿਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਆਪਾਂ ਵੜਦੇ ਆ ਨਾ, ਉਹ ਗਲੀ ਬੜੀ ਤੰਗ ਹੈ। ਹਾਂ ਬਿਲਕੁਲ ਬਿਲਕੁਲ, ਉਹੀ ਸ਼ੁਰੂ ਤੋਂ ਇਤਿਹਾਸ ਸੀ ਉਹਦਾ। ਉਹ ਤੰਗ ਗਲੀ ਹੈ। ਉਸ ਤੰਗ ਗਲੀ ਦੇ ਰਾਹੀਂ ਉੱਥੇ ਗੱਡੀਆਂ ਨਹੀਂ ਅੰਦਰ ਆ ਗਿਆ ਨਾ। ਜਨਰਲ ਡਾਇਰ ਆਪਣੇ ਫੌਜੀਆਂ ਨੂੰ ਲੈ ਕੇ ਜਾਂ ਆਪਣੇ ਜਿਹੜੇ ਹਥਿਆਰਬੰਦ ਸੀ ਉਹਨੂੰ ਲੈ ਕੇ ਪੈਦਲ ਆਇਆ ਸੀ। ਉੱਥੋਂ ਲੰਘਣ ਨਹੀਂ ਦਿੱਤਾ ਕਿਸੇ ਨੂੰ, ਰਸਤਾ ਵੀ ਇੱਕ ਹੀ ਸੀ। ਪਰਲੇ ਪਾਸੇ ਜਾ ਕੇ ਰਸਤਾ ਬੰਦ ਕਰਕੇ ਪਰਲੇ ਪਾਸੇ ਖੜ ਕੇ ਜਾ ਕੇ ਉਹਨਾਂ ਨੇ ਬੜੀ ਬੇਦਰਦੀ ਦੇ ਨਾਲ ਗੋਲੀਆਂ ਚਲਾਈਆਂ ਤੇ ਲੋਕਾਂ ਨੂੰ ਮਾਰਿਆ ਜੀ। ਉਹਦੇ ਤੇ ਜਿਹੜੀਆਂ ਹੈਗੀਆਂ ਇੱਟਾਂ, ਉਹ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਸੀ। ਪਿਛਲੇ 1.5-2 ਸਾਲਾਂ ਤੋਂ ਜਲਿਆਂਵਾਲੇ ਬਾਗ ਨੂੰ ਬੰਦ ਕੀਤਾ ਹੋਇਆ ਸੀ। ਕਹਿੰਦੇ ਜੀ ਉਸਾਰੀ ਚੱਲ ਰਹੀ ਹੈ, ਹਾਂਜੀ, ਕੰਸਟਰਕਸ਼ਨ ਚੱਲ ਰਹੀ ਹੈ, ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅੰਦਰ ਕੀ ਹੋਈ ਹੈ। ਹੁਣ ਜਦੋਂ ਉਹਨੂੰ ਖੋਲਤਾ ਤੇ ਲੋਕਾਂ ਨੇ ਜਾ ਕੇ ਦੇਖਿਆ ਵੀ ਆਹ ਕੀ ਹੋ ਗਿਆ। ਉਹਦਾ ਸਾਰਾ ਕੁਝ ਹੀ ਬਦਲਤਾ। ਜਿਹੜੀ ਉਹ ਤੰਗ ਗਲੀ ਹੈ, ਉਸ ਤੰਗ ਗਲੀ ਦੇ ਵਿੱਚ ਲਾਤੀਆਂ ਜੀ ਮੂਰਤੀਆਂ ਲਾਤੀਆਂ। ਉਹ ਮੂਰਤੀਆਂ ਕੋਈ ਕਿਸੇ ਰੂਪ ਦੇ ਵਿੱਚ ਖੜਾ, ਕੋਈ ਕਿਸੇ ਰੂਪ ਦਾ ਖੜਾ, ਜਿਹੜੀਆਂ ਉਹ ਨਾਨਕਸ਼ਾਹੀ ਇੱਟਾਂ ਜਿਹੜੀਆਂ ਨਿਸ਼ਾਨੀਆਂ, ਉਹ ਸਾਰਾ ਕੁਝ ਖਤਮ ਹੈ ਜੀ, ਉਹ ਢੱਕਤੀਆਂ। ਇਸੇ ਤਰੀਕੇ ਜਿਹੜਾ ਇਹ ਤਾਂ ਫਿਰ ਇਸੇ ਕੰਮ ਤੇ ਆ ਗਿਆ ਨਾ, ਫਿਰ ਇਹ ਇਤਿਹਾਸ ਨੂੰ ਤਾਂ ਫਿਰ ਰੀਰਾਈਟ ਹੀ ਕਰ ਰਹੇ ਆ। ਜਿਹੜਾ ਖੂਹ ਹੈ, ਖੂਹ ਨੂੰ ਜਿਹੜਾ ਹੈਗਾ ਉਹਦੇ ਤੇ ਸ਼ੀਸ਼ਾ ਲਾ ਕੇ, ਮਤਲਬ ਉਹਦੇ ਕਰਕੇ ਤੇ ਸ਼ੀਸ਼ਾ ਲਾ ਕੇ ਉਹਨੂੰ ਪਾਰਦਰਸ਼ੀ ਕਰਤਾ। ਜਿਹੜੇ ਖੂਹ ਦੇ ਵਿੱਚ ਸੈਂਕੜੇ ਬੰਦੇ ਆ ਜਿਹੜੇ ਉਹਨਾਂ ਨੇ ਛਾਲਾ ਮਾਰ ਕੇ ਆਪਣਾ ਮਤਲਬ ਜਿਹੜਾ ਬੰਦੇ ਨੇ ਐਂ ਦੇਖਣਾ ਸੀ ਵੀ ਇਹਦੇ 'ਚ ਗਿਆ, ਉਹ ਵੀ ਗਈ, ਉਹ ਵੀ ਗੱਲ ਗਈ। ਫਿਰ ਉੱਥੇ ਜਿਹੜੀਆਂ ਹੈਗੀਆਂ ਲਾਈਟਾਂ ਲਾਤੀਆਂ, ਸਾਊਂਡ ਐਂਡ ਲਾਈਟ। ਚਲੋ ਲਾਈਟ ਐਂਡ ਸਾਊਂਡ ਦਾ ਇਤਿਹਾਸ ਦਾ ਪਤਾ ਲੱਗ ਜੇ, ਉਹ ਵੱਖਰੀ ਗੱਲ ਹੈ, ਪਰ ਉੱਥੇ ਰੰਗ ਬਰੰਗੀਆਂ ਲਾਈਟਾਂ ਹੋਣੀਆਂ, ਉੱਥੇ ਜਿਹੜਾ ਹੈਗਾ ਉਹਨੂੰ ਉਹ ਕੋਈ ਖੁਸ਼ੀ ਵਾਲੀ ਚੀਜ਼ ਤਾਂ ਨਹੀਂ ਨਾ, ਪਿਕਨਿਕ ਸਪੌਟ ਥੋੜਾ। ਉੱਥੇ ਤਾਂ ਲੋਕ ਨੰਗੇ ਪੈਰੀ ਜਾਂਦੇ ਢਿੱਲੋਂ ਸਾਹਿਬ, ਮੈਂ ਤਾਂ ਬਿਲਕੁਲ ਨੰਗੇ ਪੈਰੀ ਜਾਂਦੇ ਆ। ਅਕੀਦਤ ਭੇਟ ਕਰਦੇ ਉਹਨਾਂ ਨੂੰ, ਜਿਹੜੇ ਉਹਨਾਂ ਦੇ ਵਿੱਚੋਂ ਸਾਰੇ ਲੋਕਾਂ ਦਾ ਤਾਂ ਹਲੇ ਇਹ ਵੀ ਨਹੀਂ ਪਤਾ ਕਿੰਨੇ ਲੋਕ ਸ਼ਹੀਦ ਹੋਏ ਆ। ਮੈਂ ਅਮਰਿੰਦਰ ਸਿੰਘ ਦੀ ਉਹਦੇ ਰਾਤ ਜਿਹੜੀ ਆ, ਜਦੋਂ ਇਹਨੇ ਵਰਚੁਅਲੀ ਵਿੱਚ ਪਾਰਟੀਸਪੇਟ ਕੀਤਾ, ਉਦੋਂ ਮੈਂ ਅਮਰਿੰਦਰ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਜਿੰਨੀਆਂ ਗੋਲੀਆਂ ਚੱਲੀਆਂ, ਇਹ ਤਾਂ ਵੀ ਇੱਕ ਗੋਲੀ ਨਾਲ ਇੱਕ ਬੰਦਾ ਮਰਿਆ। ਪੱਕੀ ਰਾਈਫਲ ਦੀਆਂ ਗੋਲੀਆਂ, ਪੱਕੀ ਰਾਈਫਲ ਤਾਂ ਦੋ ਬੰਦੇ ਵੀ ਸਿੱਟ ਲੈਂਦੀ ਸੀ। 3 ਨੇੜੇ ਜਿੱਥੇ ਹਜ਼ਾਰਾਂ ਬੰਦੇ ਸੀ, ਕਿੰਨੇ ਬੰਦੇ ਮਰੇ ਪਤਾ ਨਹੀਂ, ਕਿੰਨੇ ਕੁ ਬੰਦਿਆਂ ਦੀ ਗਿਣਤੀ ਹੋਈ ਹੈ। ਇਹਨਾਂ ਨੇ ਜੀ ਸਾਰਾ ਕੁਝ ਕਰਾ ਕੇ ਮੋਦੀ ਸਾਹਿਬ ਨੇ ਕਹਿਤਾ, ਆ ਲਓ ਜੀ, ਅਸੀਂ ਤੁਹਾਨੂੰ ਭੇਂਟ ਕਰਤਾ। ਇਹਦੇ ਤੇ ਹੁਣ ਦਾਨੇਵਾਲੀਆ ਸਾਹਿਬ ਇੱਕ ਤਾਂ ਇੰਗਲੈਂਡ ਦਾ ਵਿਦਵਾਨ ਹੈ ਕੋਈ ਜੀ, ਇੰਗਲੈਂਡ ਦਾ ਇਤਿਹਾਸਕਾਰ ਹੈ। ਉਹਨੇ ਕਿਹਾ ਕਿ ਕਰੂਰਤਾ ਜਿਹੜੀ ਸੀ ਹਾਕਮਾਂ ਨੇ ਕੀਤੀ ਵੇਲੇ ਦੇ ਨੇ, ਉਸ ਕਰੂਰਤਾ ਦੇ ਸਬੂਤ ਖਤਮ ਕਰ ਸਰਕਾਰ ਨੇ। ਦੂਜੇ ਐਸ ਇਰਫਾਨ ਹਬੀਬ ਹੈ, ਬੜੇ ਵੱਡੇ ਇਤਿਹਾਸਕਾਰ ਹੈ। ਉਹ ਹਰ ਸਾਲ ਦੂਜੇ ਤੀਜੇ, ਹੁਣ ਬਜ਼ੁਰਗ ਹੋ ਗਏ, ਦੂਜੇ ਤੀਜੇ ਸਾਲ ਜਾਂਦੇ ਆ ਉੱਥੇ। ਉਹ ਜਾ ਕੇ ਕਹਿੰਦੇ ਵੀ ਅਸੀਂ ਬੜੀ ਉੱਥੇ ਜਾ ਕੇ ਇਨਸਪੀਰੇਸ਼ਨ ਲੈਂਦੇ ਹੁੰਦੇ ਸੀ, ਉਹ ਵੀ ਖਤਮ ਕਰਤੀ, ਪ੍ਰੇਰਨਾ ਲੈਂਦੇ ਹੁੰਦੇ ਸੀ। ਸਾਡੀਆਂ ਨਵੀਆਂ ਪੀੜ੍ਹੀਆਂ ਜਾ ਕੇ ਪ੍ਰੇਰਨਾ, ਹੁਣ ਨਵੀਆਂ ਪੀੜ੍ਹੀਆਂ ਜਦੋਂ ਉੱਥੇ ਜਾਣਗੀਆਂ। ਗੱਲ ਤਾਂ ਸਿੱਧੀ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਤੁਸੀਂ ਕਿਤਾਬ 'ਚ ਕੀ ਪੜ੍ਹੋਗੇ ਵੀ ਉੱਥੇ ਬੰਦ ਗਲੀ ਸੀ, ਆਹ ਇੱਟਾਂ ਸੀ। ਹੁਣ ਕਿਤਾਬ ਝੂਠੀ ਕਰਤੀ, ਕਿਤਾਬ ਜਿਹੜੀ ਹੈਗੀ ਆ ਇਤਿਹਾਸ ਝੂਠਾ ਹੋ ਗਿਆ। ਜਦੋਂ ਤੁਸੀਂ ਮਤਲਬ ਸਬੂਤ ਮਿਟਾਤੇ, ਸਬੂਤ ਮਿਟਾਉਣਾ ਇੱਕ ਜੁਰਮ ਹੈ। ਜੇ ਆਪਾਂ IPC ਦੇਖੀਏ, ਇੰਡੀਅਨ ਪੀਨਲ ਕੋਡ ਦੇਖੀਏ, ਇੰਡੀਅਨ ਪੀਨਲ ਕੋਡ ਦੇ ਵਿੱਚ ਉਹ ਕਹਿੰਦੇ ਜੀ ਇੱਕ ਬੰਦੇ ਨੂੰ ਕਤਲ ਕਰਤਾ ਜੀ, ਬੰਦੇ ਨੂੰ ਕਤਲ ਕਰਨ ਤੋਂ ਬਾਅਦ ਉਹਦੀ ਡੈੱਡ ਬੋਡੀ ਦਾ ਸੰਸਕਾਰ ਕਰਤਾ। ਕਤਲ ਕਰਨ ਦਾ ਮਤਲਬ 302 ਦੇ ਨਾਲ ਲੱਗਦੀ ਹੈ 201 ਕਿ ਇਹਨਾਂ ਨੇ ਬੰਦਿਆਂ ਨੇ ਸਬੂਤ ਖਤਮ ਕਰਤੇ ਤਾਂ ਸਬੂਤ ਖਤਮ ਕਰਤੇ 201 ਦੀ ਜਦ ਚਾਹੁੰਦੇ। ਇਹਦੇ ਤੇ ਦੂਜੀ ਵੀ ਜਿਹੜੀ ਹੈਗੀ ਹੈ, ਰਾਹੁਲ ਗਾਂਧੀ ਨੇ ਤੇ ਕਿੰਤੂ ਪਰੰਤੂ ਕੀਤੀ ਜੀ। ਰਾਹੁਲ ਗਾਂਧੀ ਕਹਿੰਦਾ ਵੀ ਇਹ ਜਿਹੜਾ ਹੈਗਾ ਸ਼ਹੀਦਾਂ ਦਾ ਅਪਮਾਨ ਹੈ। ਤੇ ਨਾਲ ਅਗਲੀ ਗੱਲ ਉਹ ਕਹਿੰਦਾ ਵੀ ਇਹ ਸ਼ਹੀਦਾਂ ਦਾ ਅਪਮਾਨ ਉਹੀ ਲੋਕ ਕਰਦੇ ਆ ਜੀ ਜਿਨ੍ਹਾਂ ਨੂੰ ਸ਼ਹਾਦਤ ਦੀ ਅਹਿਮੀਅਤ ਦਾ ਨਹੀਂ ਪਤਾ, ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ। ਹਾਂਜੀ, ਹੁਣ ਆਪਾਂ ਨੂੰ ਪਤਾ ਕਿ RSS ਵਾਲਿਆਂ ਨੇ ਕਿਹੜੀ ਕੁਰਬਾਨੀ ਕੀਤੀ। ਉਹੀ ਤਾਂ ਫਿਰ ਆਪਦੀਆਂ ਗੱਲਾਂ, ਪਾਰਟੀ ਦਾ RSS ਦੀ ਮਾਂ ਹੈ। ਜਿਨ੍ਹਾਂ ਲੋਕਾਂ ਨੇ RSS ਭਾਰਤੀ ਜਨਤਾ ਪਾਰਟੀ ਦੀ ਮਾਂ ਹੈ, ਭਾਜਪਾ ਉਹਦੀ ਜਿਹੜੀ ਧੀ ਹੈ।
ਧੀ ਜਿਹੜੀ ਹੈਗੀ ਧੀ ਹੁਣ ਘੱਟੋ ਘੱਟ ਵੀ ਜਿਹੜੀ ਸਾਡੀ ਮਾਂ ਦੇ ਉੱਤੇ ਕਲੰਕ ਲੱਗਦਾ ਕਿ ਇਹਨੇ ਕੁਰਬਾਨੀ ਕੋਈ ਨਹੀਂ ਕੀਤੀ ਤੇ ਵਾਕਿਆ ਨੇ ਕੀਤੀ, ਉਹਨੂੰ ਧੋਣ ਵਾਸਤੇ ਇਸ ਪਾਸੇ ਵੀ ਕਰ, ਚਲੋ ਮੰਨ ਲਓ ਆਪਾਂ ਇਹ ਵੀ ਨਾ ਕੀਤਾ ਵੀ ਮੋਦੀ ਸਾਹਿਬ ਚਾਹੁੰਦੇ ਆ ਜੀ ਹਾਂ ਠੀਕ ਹੈ ਕਰਕੇ ਲੋਕ ਕਹਿਣ ਵੀ ਹਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਸੀ, ਉਹਨੇ ਆਹ ਕੁਛ ਕਰਤਾ। ਜੀ ਜੀ ਜੀ, ਲੋਕਾਂ ਨੇ ਲਾਈਟਾਂ ਥੋੜ੍ਹੀਆਂ ਦੇਖਣੀਆਂ ਉੱਥੇ ਕੋਈ ਉਹ ਜਿਹੜੇ ਹੈਗੇ ਆ ਤੁਹਾਡਾ ਕੀ ਕਹਿੰਦੇ ਉਹਨੇ ਉੱਥੇ ਐਂਟਰਟੇਨਮੈਂਟ ਥੋੜਾ ਤਾੜੀਆਂ ਮਾਰਨ ਥੋੜਾ ਜਿਹਾ ਵੈਲੈਂਟਾਈਨ ਡੇ ਥੋੜਾ ਬਣਾਉਣੇ। ਬਿਲਕੁਲ ਉਹ ਤਾਂ ਇੱਕ ਉਹੀ ਜਿਹੀ ਚੀਜ਼ ਆ। ਹੁਣ ਜੇ ਆਪਾਂ ਦੇਖੀਏ ਚਮਕੌਰ ਸਾਹਿਬ, ਚਮਕੌਰ ਸਾਹਿਬ ਦੇ ਵਿੱਚ ਕਿੱਡੀ ਅਸਾਮੀ ਜੰਗ ਹੋਈ ਹੈ। ਚਮਕੌਰ ਸਾਹਿਬ ਸਾਨੂੰ ਆਪਣਾ ਵੀ ਦੇਖਣਾ ਚਾਹੀਦਾ ਹੈ। ਆ ਗੁਰਦੁਆਰਾ ਲਿਖਣ ਸਰ ਸਾਹਿਬ ਜਿਹੜਾ ਬਣਾਇਆ ਵਾ ਦਮਦਮਾ ਸਾਹਿਬ, ਜਿਹੜੀ ਅਸਲ ਪੁਰਾਣਾ ਬੁਰਜ ਸੀ ਉਹ ਖਤਮ ਕਰਤਾ। ਉਹਦੀ ਥਾਂ ਦੇ ਉੱਤੇ ਕੀ ਆ ਗਿਆ, ਚਮਕੌਰ ਦੀ ਗੜੀ ਦੇ ਵਿੱਚੋਂ ਜਿਹੜੀ ਉਹ ਗੜੀ ਸੀ ਉਹ ਗੜੀ ਨੂੰ ਖਤਮ ਕਰਕੇ ਉੱਥੇ ਸੰਗਮਰਮਰ ਦੇ ਮਹਿਲ ਉਸਾਰਤੇ। ਪਰ ਉਹ ਜਿਹੜੀ ਸਾਨੂੰ ਉੱਥੋਂ ਪ੍ਰੇਰਨਾ ਮਿਲਦੀ ਸੀ, ਉਤਸ਼ਾਹ ਮਿਲਦਾ ਸੀ, ਉਹ ਤਾਂ ਖਤਮ ਕਰ। ਇਹੀ ਚੀਜ਼ ਜਿਹੜਾ ਇੱਥੇ ਖਤਮ ਹੋਇਆ ਵਾ ਜੀ। ਵੈਸੇ ਢਿੱਲੋਂ ਸਾਹਿਬ ਵਾਕਿਆ ਜਿਵੇਂ ਕਹਿੰਦੇ ਸੀ ਨਾ ਅਸੀਂ ਆ ਤੁਹਾਡਾ ਨਵਾਂ ਉਹ ਲਿਆਵਾਂਗੇ, ਝੰਡਾ ਨਵਾਂ ਲਿਆਵਾਂਗੇ, ਨਵਾਂ ਕੌਨਸਟੀਟਿਊਸ਼ਨ ਲਿਆਵਾਂਗੇ, ਗੱਲ ਤਾਂ ਫਿਰ ਉਹ ਇਹਨਾਂ ਦਾ ਕਿਹੜਾ ਸੀ ਸਾਵਰਕਰ ਹਾਂ, ਉਹ ਜਿਵੇਂ ਕਹਿੰਦਾ ਵੀ ਚਿੱਠੀ ਮੈਂ ਤੁਹਾਡੀ ਮਦਦ ਕਰੂੰਗਾ। ਮੈਨੂੰ ਲੱਗਦਾ ਫਿਰ ਅੰਗਰੇਜ਼ਾਂ ਦੀ ਅੰਦਰ ਖਾਤੇ ਹੁਣ ਮਦਦ ਕਰਤੀ ਵੀ ਤੁਹਾਡੇ ਜਿਹੜੇ ਆ ਜ਼ੁਲਮੋ ਸਿਤਮ ਦੇ ਸਬੂਤ ਅਸੀਂ ਮਿਟਾਤੇ। 10-20 ਸਾਲਾਂ ਨੂੰ ਲੋਕ ਭੁੱਲ ਜਾਣਗੇ, ਭੁੱਲ ਹੀ ਜਾਂਦੇ ਜੀ। ਹੁਣ ਗੱਲ ਤਾਂ ਜਦੋਂ ਕਿਤਾਬਾਂ 'ਚ ਆਪਾਂ ਬੱਚਿਆਂ ਨੂੰ ਪੜ੍ਹਾਉਣੇ ਜੀ, ਉੱਥੇ ਆ ਫਿਰ ਹੌਲੀ ਹੌਲੀ ਸਬਜੈਕਟ ਉਹਦੇ ਉਹ ਚੱਕ ਦੇਣਗੇ। ਭੀੜੀ ਗਲੀ ਹੈ ਤੇ ਭੀੜੀ ਗਲੀ ਉੱਥੇ ਜਾ ਕੇ ਬੱਚਾ ਦੇਖੂਗਾ ਉਹ ਕਿੱਥੇ ਹੈ ਵੀ, ਇਹ ਤਾਂ ਹੈ ਨਹੀਂ, ਇਹ ਤਾਂ ਸਾਨੂੰ ਗਲਤ ਪੜ੍ਹਾਈ ਜਾਂਦੇ। ਉਹਦਾ ਇਤਿਹਾਸ ਆਪਣੇ ਆਪ ਹੀ ਝੂਠਾ ਹੋ ਗਿਆ। ਬਿਲਕੁਲ ਜੀ ਬਿਲਕੁਲ। ਸੋ ਧੰਨਵਾਦ ਜੀ ਢਿੱਲੋਂ ਸਾਹਿਬ ਤੁਹਾਡਾ। ਤੇ ਖਾਸ ਕਰਕੇ ਜੀ ਜਿਹੜੇ ਵੀਰ ਬਾਹਰ ਕਿਤੋਂ ਵੀ ਤੁਸੀਂ ਅਮਰੀਕਾ ਪੁੱਜ ਗਏ ਹੋ ਅਤੇ ਤੁਹਾਨੂੰ ਉੱਥੇ ਕਿਸੇ ਤਰ੍ਹਾਂ ਦੀ ਕਾਨੂੰਨੀ ਮਦਦ ਚਾਹੀਦੀ ਹੈ ਤਾਂ ਗੁਰਸ਼ਰਨ ਸਿੰਘ ਸਿੱਖ ਹੋਰਾਂ ਨਾਲ 5102009988 'ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਇੰਡੀਅਨ ਪਾਸਪੋਰਟ ਅਤੇ ਸਾਰੀਆਂ ਜਿਹੜੀਆਂ ਕਾਨੂੰਨੀ ਦਾਅ ਪੇਚ ਨੇ ਉਹ ਤੁਹਾਨੂੰ ਦੱਸਣਗੇ। 510 2000 9988 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਅਮਰੀਕਾ ਦੇ ਵਿੱਚ ਜੀ ਸਕੂਲ ਬੱਸ ਡਰਾਈਵਰਸ ਦੀ ਬੜੀ ਜਿਹੜੀ ਹੈ ਸ਼ਾਰਟੇਜ ਹੈ, ਅਤੇ ਇਸ ਦੇ ਲਈ ਜਿਹੜਾ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਜਿਹੜਾ ਇਹ ਤੁਹਾਨੂੰ ਆਲ ਵੀਕਡੇਜ਼ ਜਿਹੜਾ ਹੈਗਾ ਤੁਹਾਨੂੰ ਟ੍ਰੇਨਿੰਗ ਦਿੰਦਾ। ਅਤੇ ਜੇਕਰ ਤੁਹਾਨੂੰ ਟਿਊਸ਼ਨ ਫੀਸ ਦੀ ਵੀ ਕੋਈ ਮਦਦ ਚਾਹੀਦੀ ਹੈ ਤਾਂ ਤੁਹਾਨੂੰ ਫਾਈਨੈਂਸ ਵੀ ਕਰਵਾ ਕੇ ਦਿੰਦੇ ਨੇ। ਸਨੀ ਨਾਲ ਗੱਲ ਕਰ ਲਓ ਜੀ 5406560985। ਇਹ ਜੇਕਰ ਤੁਸੀਂ ਦੂਰ ਦਰਾਡੇ ਹੋਣੇ ਤੁਹਾਨੂੰ ਸਟੇ ਫਰੀ ਦਿੰਦੇ ਨੇ, ਕਹਿਣ ਤੋਂ ਭਾਵ ਰਿਹਾਇਸ਼ ਫਰੀ ਦਿੰਦੇ ਨੇ, ਰਹਿਣ ਦੀ ਜਗ੍ਹਾ ਫਰੀ ਦਿੰਦੇ ਨੇ, ਅਤੇ ਨੇੜੇ ਤੇੜੇ ਤੋਂ ਤੁਹਾਨੂੰ ਪਿਕ ਐਂਡ ਡਰੋਪ ਵੀ ਦਿੰਦੇ ਨੇ। ਇਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਨੇ ਜੀ। ਤੁਹਾਨੂੰ ਇਹ ਫਰੈਂਚ, ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਅਰੈਬਿਕ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਤੁਹਾਡੀ ਮਦਦ ਕਰਦੇ ਨੇ ਡਰਾਈਵਿੰਗ ਸਿੱਖਣ ਦੇ ਵਿੱਚ। ਫਿਲਹਾਲ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। 20 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ, ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋਂ, 22693 Hesperian Boulevard, Suite 250, Hayward, California. Call 510-200-9988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਫਿਰੋਜ਼ਪੁਰ ਤੋਂ ਗੁਰਦਰਸ਼ਨ ਸੰਧੂ ਹੋਰੀ ਜੁੜ ਗਏ ਨੇ। ਗੁਰਦਰਸ਼ਨ ਜੀ ਸਤਿ ਸ਼੍ਰੀ ਅਕਾਲ ਜੀ। ਗੁਰਦਰਸ਼ਨ ਜੀ, ਸਭ ਤੋਂ ਪਹਿਲਾਂ ਗੱਲ ਕਰੀਏ, ਮਸਲਾ ਕੋਈ ਨਾ ਕੋਈ ਧਾਰਮਿਕ ਮੁੱਦੇ ਨੂੰ ਲੈ ਕੇ ਸਿਆਸੀ ਕੋਈ ਨਾ ਕੋਈ ਬਿਆਨ ਕੱਢ ਛੱਡਦਾ ਤੇ ਉੱਥੋਂ ਰੌਲਾ ਪੈ ਗਿਆ। ਆਪਾਂ ਗੁਰਦਾਸ ਮਾਨ ਨੂੰ ਕੀ ਰੋਂਦੇ ਸੀਗੇ, ਹੁਣ ਤਾਂ ਹਰੀਸ਼ ਰਾਵਤ ਦਾ ਵੀ ਮਸਲਾ ਉੱਥੇ ਹੀ ਖੜਾ ਹੋ ਗਿਆ। ਕਹਿੰਦੇ ਹੁਣ ਅਕਾਲੀ ਦਲ ਨੂੰ ਮਾਮਲਾ ਮਿਲ ਗਿਆ। ਬਿਲਕੁਲ ਜੀ, ਲੀਡਰਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ, ਪਰ ਲੀਡਰ ਜਿਹੜੇ ਦੂਸਰੇ ਨੇ ਉਹ ਵੀ ਸੋਚ ਕੇ ਨਹੀਂ ਬੋਲਦੇ ਨਾ। ਹੁਣ ਇਹਨਾਂ ਨੇ ਹਰੀਸ਼ ਰਾਵਤ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਪੰਜਾਬ ਦੇ, ਉਹਨਾਂ ਨੇ ਨਵਜੋਤ ਸਿੱਧੂ ਤੇ ਉਹਨਾਂ ਦੇ ਨਾਲ ਜਿਹੜੇ 4 ਪ੍ਰਧਾਨ ਲਾਏ, ਉਹਨਾਂ ਨੂੰ ਕਹਿਤਾ ਵੀ ਇਹ ਸਾਡੇ 4 ਉਹ ਤੇ ਨਵਜੋਤ ਸਿੱਧੂ ਇਹ 5 ਪਿਆਰੇ ਆ। ਅੱਛਾ ਜੀ। ਹੁਣ ਜਦੋਂ 5 ਪਿਆਰਿਆਂ ਦੀ ਉਪਾਧੀ ਉਹਨਾਂ ਨੂੰ ਦੇਣਗੇ ਤਾਂ ਫਿਰ ਮਸਲਾ ਤਾਂ ਭਖਣਾ ਹੀ ਹੈ ਨਾ। ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਆਮ ਲੋਕ ਜਿਹੜੇ ਧਾਰਮਿਕ ਭਾਵਨਾਵਾਂ ਜਿਹਨਾਂ ਦੀਆਂ ਹਰਟ ਹੁੰਦੀਆਂ, ਉਹਨੂੰ ਲੈ ਕੇ ਫਿਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੁੱਤੇ ਫੂਕੇ ਗਏ ਹਰੀਸ਼ ਰਾਵਤ ਦੇ, ਭਾਵੇਂ ਉਹਨਾਂ ਨੇ ਆਪਦੇ ਲਫ਼ਜ਼ ਵਾਪਸ ਲੈ ਲਏ ਤੇ ਮਾਫੀ ਮੰਗੀ ਹੈ ਜੀ ਕਿ ਮੈਂ ਗਲਤ ਮੈਥੋਂ ਇਹ ਬੋਲਿਆ ਗਿਆ, ਪਰ ਇਹ ਬੋਲਣ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ ਹੈ ਜੀ ਕਿ ਕੁਰਸੀ ਦੀ ਭੁੱਖ ਜਿਹੜੀ ਹੁੰਦੀ ਆ, ਕੁਰਸੀ ਦਾ ਨਸ਼ਾ ਮਾਫ ਕਰਨਾ ਇਹਨਾਂ ਨੂੰ ਜਿਹੜਾ ਹੁੰਦਾ ਹੈ, ਉਹ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉੱਚਾ ਹੋ ਜਾਂਦਾ ਮੈਨੂੰ ਲੱਗਦਾ ਜੀ। ਤੇ ਜਦੋਂ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਵਿਰੋਧ ਹੁੰਦਾ, ਫਿਰ ਮਾਫੀਆਂ ਵਾਲੇ ਪਾਸੇ ਵੀ ਭੱਜ ਪੈਂਦੇ। ਉਹੀ ਗੱਲ ਜਿਹੜੀ ਆ ਉਹ ਇੱਥੇ ਹੋਈ ਆ ਪੰਜਾਬ ਦੇ ਵਿੱਚ, ਜਦੋਂ ਇਹਨੇ ਬੋਲੇ ਹਰੀਸ਼ ਰਾਵਤ, ਤੇ ਹੁਣ ਪੰਜਾਬ ਦੇ ਵਿੱਚ ਜਦੋਂ ਪੁਤਲੇ ਫੂਕੇ ਜਾਣ ਲੱਗੇ, ਫਿਰ ਕਹਿੰਦੇ ਮੈਨੂੰ ਮਾਫ ਕਰ ਦਿਓ, ਮੈਂ ਮਾਫੀ ਮੰਗਦਾ ਜੀ। ਔਰ ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਉਧਰੋਂ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਜਿਹੜੀ ਜਥੇਬੰਦੀ ਆ, ਉਹਨਾਂ ਦੇ ਪ੍ਰਧਾਨ ਜਿਹੜੇ ਗੁਰਚਰਨ ਸਿੰਘ ਗਰੇਵਾਲ, ਉਹਨਾਂ ਨੇ ਫਿਰੋਜ਼ਪੁਰ ਆ ਕੇ ਕਾਂਗਰਸ ਭਵਨ ਦੇ ਸਾਹਮਣੇ ਜਿਹੜਾ ਹੈਗਾ ਆਪਦੀ ਜਥੇਬੰਦੀ ਸਮੇਤ ਅਹੁਦੇਦਾਰਾਂ ਦੇ ਇਹਦਾ ਪੁਤਲਾ ਫੂਕਿਆ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਲੀਡਰ ਨੇ ਇਹ ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਐਸੇ ਬਿਆਨ ਦਾਗ ਜਾਂਦੇ ਨੇ, ਬੋਲ ਦਿੰਦੇ ਨੇ ਸਟੇਜ ਤੋਂ, ਉਸ ਤੋਂ ਬਾਅਦ ਚ ਮਾਫੀਆ ਮੰਗਦੇ ਨੇ। ਇਹ ਜਾਣ ਬੁੱਝ ਕੇ ਕਰਦੇ ਨੇ। ਗਰੇਵਾਲ ਦਾ ਕਹਿਣਾ ਸੀ ਕਿ ਜਾਣ ਬੁੱਝ ਕੇ ਕਰਦੇ ਨੇ, ਸੁਰਖੀਆਂ ਦੇ ਵਿੱਚ ਆਉਣ ਜਾਂ ਕੋਈ ਨਾ ਕੋਈ ਸਿਆਸੀ ਮਸਲਾ ਭਖਦਾ ਰਵੇ ਤਾਂ ਲੋਕ ਸ਼ਾਂਤੀ ਨਾਲ ਨਾ ਬੈਠਣ। ਜੇ ਲੋਕਾਂ ਨੂੰ ਇਸ ਸ਼ਾਂਤੀ ਇਹਨਾਂ ਰੱਖਣੀ ਹੈ ਤੇ ਇਹੋ ਜਿਹੇ ਬਿਆਨ ਦੇਣ ਦੀ ਲੋੜ ਵੀ ਕੀ ਹੈ, ਜਦੋਂ ਪਤਾ ਹੀ ਹੈ ਕਿ ਗੁਰਦਾਸ ਮਾਨ ਦਾ ਮਸਲਾ ਜਿਹੜਾ ਪਿੱਛੇ ਦੇ ਉਹਨੇ ਜਿਹੜਾ ਹੈਗਾ ਗੁਰੂ ਤੀਜੇ ਗੁਰੂ ਨੂੰ ਲੈ ਕੇ ਜਿਹੜੀ ਗੱਲ ਕਹੀ ਸੀਗੀ ਤੇ ਉਹਨਾਂ ਦੀ ਅੰਸ਼ ਦੇ ਵਿੱਚੋਂ ਉਹ ਬਾਬਾ ਉੱਥੋਂ ਵਾਲਾ, ਤੇ ਉਹ ਹਜੇ ਉਹ ਤਾਂ ਮਾਮਲਾ ਠੰਡਾ ਨਹੀਂ ਹੋਇਆ। ਬਿਆਨ ਦਿੰਦੇ ਸਮਝ ਨਹੀਂ ਆਉਂਦੀ ਕਿ ਜਿਹੜੇ ਸਿਆਸੀ ਲੀਡਰ ਆ ਸਾਡੇ ਕਿੰਨੀ ਕੁ ਸੋਚ ਰੱਖਦੇ ਨੇ। ਇਹੋ ਜਿਹੇ ਲੀਡਰਾਂ ਨੂੰ ਫਿਰ ਇਹਨਾਂ ਦੇ ਅੱਗੇ ਜਿਹੜਾ ਅਗਵਾਈ ਦੇ ਵਿੱਚ ਲਾਉਂਦੇ ਕਿਉਂ ਨੇ, ਜਿਨ੍ਹਾਂ ਨੂੰ ਕਿਸੇ ਧਰਮ ਬਾਰੇ ਪਤਾ ਨਹੀਂ ਹੁੰਦਾ। ਮੈਂ ਇੱਕ ਚੀਜ਼ ਜਾਣਦਾ ਹੁੰਦਾ ਜੀ, ਮੈਂ ਤਾਂ ਕਈ ਵਾਰੀ ਬੜਾ ਕਹਿੰਦਾ ਆਪਣੇ ਵੀ ਬੰਦੇ ਕਈ ਵਾਰੀ ਨਾ ਇੱਥੇ ਮੈਂ ਫੇਸਬੁੱਕ ਤੇ ਦੇਖਿਆ ਕਿਸੇ ਦੇ ਧਰਮ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ। ਰੋਹ ਰੀਤ ਹੈ ਜੀ, ਪਿੱਛੇ ਮੈਂ ਤੁਹਾਨੂੰ ਦੱਸਦਾ, ਮੈਨੂੰ 3 ਸਾਲ ਹੋ ਗਏ, 3-4.5 ਸਾਲ ਦੀ ਗੱਲ ਆ। ਇੱਕ ਉੱਥੇ ਇੱਕ ਨਾ ਫੋਟੋ ਬੜੀ ਵਾਇਰਲ ਹੋ ਰਹੀ ਸੀ, ਇੱਕ ਲੜਕੀ ਜਿਹੜੀ ਆ ਨਵਵਿਆਹੁਤਾ ਪੰਡਤ ਦੀ ਵੇਸ਼ਭੂਸ਼ਾ ਦੇ ਵਿੱਚ ਜਿਹੜਾ ਹੈਗਾ ਉਹ ਵਿਅਕਤੀ ਦੀ ਗੋਦੀ 'ਚ ਬੈਠੀ ਸੀਗੀ, ਵਿਆਹ ਦੀ ਰਸਮ ਚੱਲ ਰਹੀ ਸੀ। ਆਪਣੇ ਵਾਲੇ ਬੰਦੇ ਜਿਉਂ ਬਿਆਨ ਦਾਗਣ ਲੱਗੇ ਤੇ ਮੈਂ ਨਿਊਯਾਰਕ ਬੈਠਾ ਸੀ, ਕਹਿੰਦੇ ਬਾਈ ਜੀ ਆਹ ਦੇਖੋ, ਕਹਿੰਦੇ ਸਾਡੇ, ਮੈਂ ਕਿਹਾ ਪਹਿਲੀ ਗੱਲ ਤਾਂ ਬਾਈ ਜੀ ਇੱਕ ਗੱਲ ਦੱਸੋ, ਤੁਸੀਂ ਕਹਿੰਦੇ ਵੀ ਟੋਰਾਂਟੋ ਦੀ ਫੋਟੋ ਹੈ, ਆਹ ਜਿਹੜੇ ਬੰਦੇ ਮਗਰ ਖੜੇ ਆ ਟੋਰਾਂਟੋ ਆ ਸਕਦੇ ਆ ਜਾਂ ਇਹੋ ਜਿਹਾ ਮੈਰਿਜ ਪੈਲੇਸ ਟੋਰਾਂਟੋ 'ਚ ਹੋ ਸਕਦਾ? ਕਹਿੰਦੇ ਨਹੀਂ, ਕਹਿੰਦੇ ਤਾਂ ਅਸੀਂ ਧਿਆਨ ਹੀ ਨਹੀਂ ਦਿੱਤਾ। ਮੈਂ ਕਿਹਾ ਤੁਸੀਂ ਅੱਖਾਂ ਮੀਚ ਕੇ ਸ਼ੇਅਰ ਕਰੀ ਜਾਂਦੇ ਸਾਰੇ, ਫਿਰ ਉੱਤੇ ਕਮੈਂਟ ਕਰ ਰਹੇ ਹੋ। ਮੈਂ ਕਿਹਾ ਜੀ ਤਾਮਿਲਨਾਡੂ ਦੇ ਵਿੱਚ ਇੱਕ ਚੀਜ਼ ਕੀ ਹੈ ਕਿ ਜਦੋਂ ਲੜਕੀ ਦੀ ਸ਼ਾਦੀ ਹੋਣੀ ਹੁੰਦੀ ਆ, ਉਹ ਆਪਦੇ ਬਾਪ ਦੀ ਗ੍ਰਹਿਸਥ ਜੀਵਨ ਤੇ ਜਾਣ ਤੋਂ ਪਹਿਲਾਂ, ਕਿਉਂਕਿ ਉਹ ਆਪਦੇ ਬਾਪ ਦੀ ਧੀ ਹੁੰਦੀ ਹੈ ਵਿਆਹ ਤੋਂ ਪਹਿਲਾਂ, ਉਹ ਲਾਸਟ ਵਾਰੀ ਆਪਦੇ ਬਾਪ ਦੀ ਬੁੱਕਲ 'ਚ ਬਹਿੰਦੀ ਹੈ ਵੀ ਬਾਪ ਮੈਨੂੰ ਤੂੰ ਦੁਲਾਰ ਕਰ ਲਾ, ਅੱਜ ਮੈਂ ਤੇਰੀ ਧੀ ਆ, ਕੱਲ ਨੂੰ ਇਸ ਤੋਂ ਥੋੜੀ ਦੇਰ ਬਾਅਦ ਤਾਂ ਪਰਾਈ ਹੋ ਜਾਣਾ।
ਠੀਕ ਹੈ, ਉਹ ਉਹਨਾਂ ਦੀ ਰਸਮ ਆ, ਉਹਦੀ ਪਿਓ ਦੀ ਬੁੱਕਲ 'ਚ ਬਹਿੰਦੀ, ਉਹਨੂੰ ਜੱਫੀ ਕਰਦੇ ਆ, ਪਿਓ ਧੀ ਪਿਆਰ ਕਰਦੇ ਤੇ ਫਿਰ ਉਹ ਮੰਡਪ ਦੇ ਵਿੱਚ ਬਹਿੰਦੀ ਹੈ। ਤੋ ਅਸੀਂ ਬਿਨਾਂ ਜਾਣੇ ਹੀ ਅਸੀਂ ਕਿਸੇ ਦੇ ਧਰਮ ਦੇ ਉੱਤੇ ਕਿੰਤੂ ਬੋਲਣ ਲੱਗ ਪੈਂਦੇ ਹਾਂ। ਸੋ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਕੋਈ ਵੀ ਵਿਅਕਤੀ ਨੂੰ ਕਿਸੇ ਵੀ ਧਾਰਮਿਕ ਗੱਲ ਦੇ ਉੱਤੇ ਤੁਲਨਾ ਹੀ ਨਹੀਂ ਕਰਨੀ ਚਾਹੀਦੀ ਕਿ ਪਤਾ ਨਹੀਂ ਕਿਹੜੇ ਧਰਮ ਦੇ ਵਿੱਚ ਕਿਹੜੀ ਚੀਜ਼ ਨੂੰ ਆਪਾਂ ਕਿਵੇਂ ਲੈਂਦੇ। ਦਾਨੇ ਵਾਲੇ ਸਾਹਿਬ, ਜੇ ਉਹਨੂੰ 5 ਪਿਆਰੇ ਸ਼ਬਦ ਦਾ ਪਤਾ ਸੀਗਾ ਹਰੀਸ਼ ਰਾਵਤ ਜੀ ਨੂੰ, ਤਾਂ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀ ਕਿ 5 ਪਿਆਰਿਆਂ ਦੀ ਅਹਿਮੀਅਤ ਕੀ ਹੈ। ਤੁਸੀਂ 5 ਪਿਆਰੇ ਸ਼ਬਦ ਯੂਜ਼ ਕਰ ਰਹੇ ਹੋ, 5 ਪਿਆਰੇ, ਹਨਾ ਜੀ, ਤੇ ਜੇ ਹੋਰ ਕੋਈ ਬੰਦਾ ਕਿਸੇ ਹੋਰ ਧਰਮ ਬਾਰੇ ਬੋਲ ਦਿੰਦਾ ਤਾਂ ਫਿਰ ਉਹਦੇ ਤੇ ਕਿੰਤੂ ਪਰੰਤੂ ਚੱਕਿਆ ਜਾਂਦਾ। ਜੀ ਤੂੰ 5 ਪਿਆਰੇ ਸ਼ਬਦ ਯੂਜ਼ ਕਰ ਰਹੇ ਹੋ ਤੁਸੀਂ, ਤਾਂ ਤੁਹਾਨੂੰ ਅਹਿਮੀਅਤ ਹੋਣੀ ਚਾਹੀਦੀ ਹੈ ਕਿ 5 ਪਿਆਰੇ ਕਿਵੇਂ ਥਾਪੇ ਗਏ ਸੀ, ਕਿਵੇਂ ਸਾਜੇ ਸੀਗੇ ਉਹ, ਕਿਵੇਂ ਉਹ ਬਣਾਏ, ਕਿਵੇਂ ਉਹ ਗੁਰੂ ਗੋਬਿੰਦ ਸਿੰਘ ਨੇ ਉਹ ਕਿਹੜੀ ਸਥਿਤੀ ਸੀ ਉਹ ਜੀ, ਠੀਕ ਹੈ। ਉੱਥੇ ਵੀ ਨੌਲੇਜ ਇਹਨਾਂ ਨੂੰ ਚਾਹੀਦੀ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਬਿਨਾਂ ਜਾਂਚੇ ਪਰਖੇ ਕਿਸੇ ਦੇ ਧਰਮ ਦੇ ਉੱਤੇ ਕਮੈਂਟ ਕਰ ਦੇਣਾ। ਬਹੁਤ ਸਾਰੇ ਧਰਮ ਨੇ, ਬਹੁਤ ਸਾਰੇ ਧਰਮਾਂ ਦਾ ਦੇਸ਼ ਹੈ ਸਾਡਾ, ਇੱਕ ਗੁਲਦਸਤਾ ਹੈ, ਸੋਹਣਾ ਹੈ, ਆਪਸ ਚ ਬਹੁਤ ਵਧੀਆ ਰਹਿੰਦੇ ਆ, ਪਰ ਜਿਹੜੇ ਗੰਦੇ ਰਾਜਨੀਤਿਕ ਲੋਕ ਇਹਦੇ ਵਿੱਚ ਇਨਵੋਲਵ ਹੁੰਦੇ ਆ, ਉਦੋਂ ਸਾਡੀਆਂ ਧਾਰਮਿਕ ਲੜਾਈਆਂ ਹੁੰਦੀਆਂ। ਅੱਛਾ, ਇੱਕ ਚੀਜ਼ ਦੱਸੋ, ਕਹਿੰਦੇ ਤੁਹਾਡੇ ਇੱਥੋਂ ਦਾ ਇੱਕ ਜਿਹੜੀ ਕਾਂਗਰਸ ਦੀ MLA ਹੈ, ਕਹਿੰਦੇ ਉਹਦਾ ਬੜਾ ਸ਼ੁਰੂ ਤੋਂ ਹੀ ਆਪਾਂ ਉਦੋਂ ਵੇਖਿਆ ਜਦੋਂ ਇਲੈਕਸ਼ਨ ਖੜੇ ਹੋਏ, ਗੋਲੀ ਚੱਲੀ, ਹੋਰ ਚੱਲਿਆ, ਆਪਾਂ ਵੀਡੀਓ ਵੀ ਡੇ ਐਂਡ ਨਾਈਟ ਵੇਲੇ ਦੇਖੋ ਵੇਖੀ ਹੈ ਜੀ। ਤੇ ਜੇਕਰ ਆਪਾਂ ਗੱਲ ਕਰੀਏ ਹੁਣ, ਕਹਿੰਦੇ ਕੋਈ ਉਹਦੀ ਆਡੀਓ ਹੋ ਗਈ, ਉਹ ਆਡੀਓ 'ਚ ਕੀ ਚੰਦ ਚੜਾਇਆ ਜੀ ਉਹਨੇ? ਉਹ ਚੰਦ ਕੀ ਚੜਾਉਣਾ ਜੀ, ਉਹ ਨੇਤੀ ਚੰਦ ਚੜਾਉਂਦਾ, ਪਤਾ ਨਹੀਂ ਕੀ ਖਾ ਕੇ ਜਿਹੜਾ ਸਵੇਰੇ ਉਹ ਘਰੋਂ ਤੁਰਦਾ। ਉਹਦੀ ਮੈਨੂੰ ਤਾਂ ਲੱਗਦਾ ਸਾਡੀ ਜਿਹੜੇ ਸਤਿਕਾਰ ਕੌਰ ਮੈਡਮ, ਉਹ ਵਾਕਈ ਸਤਿਕਾਰ ਕੌਰ ਆ, ਉਹ ਬਹੁਤ ਨਾਈਸ ਲੇਡੀ ਹੈ, ਪਰ ਉਹ ਮੈਨੂੰ ਲੱਗੂ ਤੋਂ ਦੁਖੀ ਹੋਈ ਬੈਠੀ ਹੈ। ਮੈਨੂੰ ਲੱਗਦਾ ਕਿਤੇ ਇਹਨਾਂ ਦਾ ਹੋਰ ਹੀ ਨਾ ਕੋਈ ਪੰਗਾ ਪੈ ਜਾਏ। ਚਲੋ, ਤੇ ਇਹ ਨਿੱਤ ਦਿਹਾੜੇ ਜਿਹੜਾ ਹੈਗਾ ਕੋਈ ਨਾ ਕੋਈ ਮਸਲਾ ਇਹਨਾਂ ਦਾ ਖੜਾ ਹੋ ਜਾਂਦਾ ਹੈ। ਹੁਣ ਜਿਹੜਾ ਹੋਇਆ ਉਹ ਆਡੀਓ ਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਇੱਕ ਰੇਤਾ ਦੇ ਜਿਹੜਾ ਖੱਡਾ ਹੈ ਉਹਦੇ ਉੱਤੋਂ ਪੈਸੇ ਮੰਗਣ ਦੀ ਜਿਹੜੀ ਗੱਲ ਹੋ ਰਹੀ ਹੈ, ਤੇ ਉਹਦੇ ਤੇ ਇਹਨਾਂ ਨੇ ਬਣਾਇਆ ਕਿ ਅੱਜ ਤੁਹਾਡੇ ਕਿੰਨੇ ਪੈਸੇ ਬਣੇ ਵੀ। ਉਹਨੇ 9840 ਰੁਪਏ ਕਿੰਨੇ ਪੈਸੇ ਬਣਾਏ ਹਨ, 9840 ਰੁਪਏ ਤੁਹਾਡਾ ਹਿੱਸਾ ਆਉਂਦਾ, 9400 ਕੋਈ 70 75 ਜਾਂ ਕਿੰਨੇ 9400 ਸਮਥਿੰਗ ਕੁਝ ਉਹ ਪੈਸੇ ਦੱਸਦਾ ਕਿ ਕਿੰਨਾ ਆਉਂਦਾ। ਉਹਨੂੰ ਕਹਿੰਦਾ ਨਹੀਂ ਤੂੰ 10,000 ਪੂਰਾ ਭੇਜ ਦੇ, ਯਾਨੀ ਕਿ 500 ਹੋਰ ਵੱਧ ਮੰਗਦਾ ਉੱਥੋਂ, ਤੇ ਅੱਜ ਤੂੰ 10,000 ਭੇਜ ਦੇ, ਕੱਲ ਨੂੰ ਆਪਾਂ ਫਿਰ ਹੋਰ ਕਰ ਲਾਂਗੇ। ਫਿਰ ਉਸ ਤੋਂ ਬਾਅਦ ਟਰੱਕਾਂ ਦੀ ਗੱਲ ਹੁੰਦੀ ਹੈ ਕਿ ਭਾਜੀ ਜਿਹੜੇ ਉਹ ਫਲਾਣੇ ਟਰੱਕ ਆਪਣੇ ਰੇਤਾ ਦੇ ਉਹ ਕਿਵੇਂ ਚਲਾਉਣੇ ਆ, ਉਹਨਾਂ ਦਾ ਹਿੱਸਾ ਲੈਣਾ ਹੈ। ਉਹ ਮੈਂ GM ਨਾਲ ਗੱਲ ਕਰਕੇ, ਤੁਸੀਂ ਦੇਖੋ GM ਨਾਲ ਗੱਲ ਕਰਕੇ ਵਿੱਚ ਇਨਵੋਲਵ GM ਵੀ ਹੋ ਰਿਹਾ। ਚੋਰ ਕੁੱਤੀ ਦੀ ਜਿਹੜੀ ਆਪਾਂ ਗੱਲ ਕੱਲ ਕੀਤੀ ਸੀ ਨਾ, ਉਹ ਅੱਜ ਵੀ ਚੋਰ ਕੁੱਤੀ ਦੀ ਗੱਲ ਹੀ ਹੈ। ਜੇ ਇੱਕ MLA ਰੈਂਕ ਦੇ ਦਾ ਪਤੀ ਜਿਹੜਾ ਹੈਗਾ, ਉਹ GM ਨਾਲ ਗੱਲ ਕਰਕੇ ਮੈਂ ਉਹਨਾਂ ਦਾ ਰੇਟ ਫਿਕਸ ਕਰਦਾ, ਠੀਕ ਹੈ। ਕਿਤੇ ਨਾ ਕਿਤੇ ਮਹਿਕਮੇ ਦੀ ਮਿਲੀ ਭੁਗਤ ਨਾਲ ਸਾਰਾ ਕੁਛ ਹੁੰਦਾ, ਉਵੇਂ ਕੁਛ ਨਹੀਂ ਹੁੰਦਾ। ਬਾਕੀ ਇਹਨਾਂ ਲੀਡਰਾਂ ਨੂੰ ਦੇਖਣਾ ਚਾਹੀਦਾ। ਉਸ ਤੋਂ ਬਾਅਦ ਮੈਂ ਦੱਸ ਦਿਆਂ, ਮੱਬੋਕੀ ਚੌਂਕੀ ਪਿੰਡ ਹੈਗਾ ਜੀ, ਜਿੱਥੇ ਕੱਲ ਇਹਨਾਂ ਨੇ ਪੋਸਟਰ ਵੀ ਲਾਇਆ ਕਿ ਲੀਡਰ ਸਾਡਾ ਜਿਹੜਾ ਉਹ ਕਿਸੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਲੀਡਰ ਜਿਹੜਾ ਹੈਗਾ ਨਾ ਵੜੇ। ਤਾਂ ਉਹ ਉਸ ਮੱਬੋਕੀ ਚੌਂਕੀ, ਕਿਉਂਕਿ ਮੈਂ ਦੱਸ ਦੇਵਾਂ ਕਿ ਸਰਹੱਦ ਦੇ ਉੱਤੇ ਜਿਹੜਾ ਹੈਗਾ ਨਾ, ਇਹ ਖੱਡਾ ਨਹੀਂ ਚੱਲ ਸਕਦਾ, 5 ਕਿਲੋਮੀਟਰ ਪਿੱਛੇ ਹੋਣਾ ਚਾਹੀਦਾ ਫੈਂਸਿੰਗ ਲਾਈਨ ਤੋਂ, 0 ਲਾਈਨ ਤੋਂ। ਤਾਂ ਜਿਹੜੀ ਜੇ ਉੱਥੇ ਕੋਈ ਫੌਜੀ ਚੌਂਕੀ ਆ ਤਾਂ ਉਹ ਤੋਂ ਵੀ ਉੱਥੇ ਵੀ ਨਹੀਂ ਲੱਗ ਸਕਦਾ। ਜੇ ਕੋਈ ਪਿੰਡ ਨਾਲ ਆ ਤਾਂ ਪਿੰਡ ਦੇ ਨਾਲ ਤਾਂ ਬਿਲਕੁਲ ਨਹੀਂ ਲੱਗ ਸਕਦਾ। ਹੁਣ ਇੱਥੇ ਤਿੰਨੇ ਹੀ ਜਿਹੜੀਆਂ ਉਹ ਕੈਟਾਗਰੀਆਂ ਤਿੰਨੇ ਪੂਰੀਆਂ ਨਹੀਂ ਕਰਦਾ। ਇਹ ਮੱਬੋਕੀ ਚੌਂਕੀ ਦੇ ਨਾਲ ਖੱਡਾ ਲੱਗਾ, ਉਹ ਇਹਦੀ ਸ਼ਹਿਰ ਦੇ ਉੱਤੇ ਜਿਹੜੇ ਉੱਥੋਂ ਦੇ ਲੋਕਾਂ ਨੇ ਜਿਹੜੀਆਂ ਹੈਗੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੱਲ ਸਾਨੂੰ ਦੱਸਿਆ ਕਿ ਜਿਹੜਾ ਵਿਧਾਇਕਾਂ ਦੇ ਪਤੀ ਦੀ ਸ਼ਹਿਰ ਤੇ ਰੇਤਾ ਦਾ ਖੱਡਾ ਚੱਲ ਰਿਹਾ। ਹੁਣ ਇੱਕ ਬੰਨੇ ਨਾਲ ਹੀ ਸ਼ਾਮ ਨੂੰ ਇਹ ਜਿਹੜੀ ਆਡੀਓ ਸਾਹਮਣੇ ਆ ਜਾਂਦੀ ਆ, ਜੋ ਸਵੇਰੇ ਸਾਨੂੰ ਉਹਦੇ ਖੱਡੇ ਦੀ ਸਾਰੀ ਜਾਣਕਾਰੀ ਮਿਲਦੀ ਹੈ, ਅਸੀਂ ਉੱਤੇ ਜਾਂਦੇ ਹਾਂ। ਤਾਂ ਹੁਣ ਸ਼ਾਮ ਨੂੰ ਜਿਹੜੀ ਆ ਉਹ ਆਡੀਓ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਦੀ ਸ਼ਹਿਰ ਦੇ ਉੱਤੇ ਸਾਰਾ ਰੇਤਾ ਦੀ ਕਾਲਾ ਬਾਜ਼ਾਰੀ ਚੱਲਦੀ ਪਈ ਆ, ਕਿਉਂਕਿ ਰੇਤਾ ਨੂੰ ਜਿਹੜਾ ਸੋਨੇ ਦੇ ਭਾਅ ਕਰ ਦਿੱਤਾ ਸੀਗਾ। ਮੈਂ ਤਾਂ ਹੈਰਾਨ ਆ ਜੀ, ਰੇਤਾ ਦੇਖੋ ਬਜਰੀ ਤੋਂ ਮਹਿੰਗਾ ਹੋਇਆ ਪਿਆ। ਬਿਲਕੁਲ ਜੀ, ਵੱਡਾ ਖਜ਼ਾਨਾ ਇਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਲੋਕ ਜਿਹੜੇ ਬੈਠੇ ਸੀ ਉੱਤੇ, ਸਿਆਸੀ ਲੋਕਾਂ ਨੂੰ ਜਿਹੜਾ ਉਹਨਾਂ ਨੇ ਦੱਸ ਦਿੱਤਾ ਕਿ ਰੇਤਾ ਦੇ ਉੱਤੇ ਇੰਜ ਕਰਕੇ ਲਾ ਦਿਓ ਤੁਸੀਂ, ਹਨਾ, ਰੇਤਾ ਤੋਂ ਹੀ ਅਮੀਰ ਬਣ ਜਾਓ। ਤਾਂ ਫਿਰੋਜ਼ਪੁਰ ਸਾਡੇ ਸ਼ਹਿਰੀ ਹਲਕੇ ਦੇ ਵਿੱਚ ਵੀ ਬੜਾ ਬੁਰਾ ਹਾਲ ਸੀਗਾ। ਇਹਨਾਂ ਨੇ 60 ਫੁੱਟ ਜਿਹੜੇ ਖੱਡੇ ਪਾ ਦਿੱਤੇ, ਜਿਹੜੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਨੇ ਉਹ ਵਿਚਾਰੇ ਡਰਦੇ ਬੋਲਦੇ ਨਹੀਂ, ਕਿ ਪਰਚਾ ਬੜਾ ਭੈੜਾ ਕਰਦੇ ਨੇ। ਨਾਬਾਲਗ ਕੁੜੀ ਦਾ ਨਾਲ ਬਲਾਤਕਾਰ ਦਾ ਪਰਚਾ ਹੋ ਰਿਹਾ, ਲੋਕ ਡਰਦੇ ਨਹੀਂ ਬੋਲਦੇ, ਤੇ ਜੋ ਅਸੀਂ ਬੋਲਦੇ ਨੇ ਤੇ ਫਿਰ ਸਾਡੇ ਉੱਤੇ ਵੀ ਪ੍ਰੈਸ਼ਰ ਤਾਂ ਪਾਉਂਦੇ ਨੇ, ਪਰ ਚਲੋ ਤੁਰੇ ਫਿਰਦੇ ਆ ਜੀ ਅਸੀਂ। ਬਾਕੀ ਇਹ ਹਾਲਾਤ ਨੇ। ਇੱਕ MLA ਰੈਂਕ ਦੇ ਜਿਹੜਾ ਹੈਗਾ ਪਤੀ ਦੀ ਐਸੀ ਆਡੀਓ ਵਾਇਰਲ ਹੋਣੀ, ਉਹਦੇ ਚ 10,000 ਰੁਪਇਆ ਮੰਗਣਾ, ਇਹਦਾ ਜਮਾ ਹੀ ਬਸ ਹੇਠਲੇ ਪੱਧਰ ਸ਼ਰਮਸਾਰ। ਆਉਣ ਵਾਲੇ ਦਿਨਾਂ ਵਿੱਚ ਧੰਨਵਾਦ ਸਾਹਿਬ, ਇਹ ਜਿਹੜਾ ਇਹਨਾਂ ਦਾ ਹੈਗਾ ਪਹਿਲਾਂ ਹੀ ਸਿਆਸੀ ਗਲਿਆਰਿਆਂ 'ਚ ਇਹ ਗੱਲ ਉੱਠ ਰਹੀ, ਆਮ ਲੋਕਾਂ ਦੀ ਗੱਲ ਉੱਠ ਰਹੀ ਹੈ ਕਿ ਸਤਿਕਾਰ ਕੌਰ ਦਾ ਇਸ ਵਾਰ ਇੱਥੋਂ ਜਿੱਤਣਾ ਮੁਨਾਸਿਬ ਨਹੀਂ ਹੈ। ਪਰ ਇਹੋ ਜਿਹੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ, ਫਿਰ ਆਮ ਲੋਕ ਜਿਹੜੇ ਹੈਗੇ ਉਹ ਥਿੜਕ ਜਾਂਦੇ ਆ। ਫਿਰ ਉਹ ਵਾਕਈ ਇਹਨਾਂ ਦੇ ਕੋਲੇ ਇਹਨਾਂ ਨੂੰ ਵੋਟਾਂ ਪਾਉਣ ਤੋਂ ਗਰੇਜ ਕਰਨਗੇ। ਫਿਰ ਕਿਸੇ ਹੋਰ ਪਾਰਟੀ ਦੀ ਜਿਹੜੀ ਹੈਗੀ ਆ ਉਹ ਕੋਈ ਬੰਦਾ ਅੱਗੇ ਆ ਜਾਊਗਾ। ਜਿਸ ਤਰੀਕੇ ਨਾਲ ਇਹਨਾਂ ਦੀ ਆਡੀਓ ਵਾਇਰਲ ਹੁੰਦੀਆਂ, ਇਹ ਗਲਤ ਗੱਲ ਹੈ ਜੀ। ਜੀ ਜੀ ਚਲੋ, ਆਪਣੇ ਆਪ ਹੀ ਠੇਬੇ ਆਪਦੇ ਭਾਰ ਨਾਲ ਹੀ ਡਿੱਗ ਪੈਂਦੇ ਆ ਜੀ। ਤੇ ਇਹੋ ਜਿਹੇ ਬਾਹਲਾ ਸੰਭਾਲਿਆ ਵੀ ਨਹੀਂ ਨਾ ਜਾਂਦਾ, ਕਹਿੰਦੇ ਫਿਰ ਉਛਲ ਬਾਹਰ ਨਿਕਲਦਾ।
ਉਹ ਫਿਰ ਜਿਹੜਾ ਗਵਾਚਿਆ ਸੀ ਉਹ ਵੀ ਤਾਂ ਪੂਰਾ ਕਰਨਾ ਨਾ, ਗਵਾਚ ਗਿਆ ਸੀ ਇੱਕ ਵਾਰ ਤਾਂ ਰੜਾ ਹੋ ਗਿਆ ਸੀ। ਰੜਾ ਨਾਲੇ ਤੁਸੀਂ ਕਹਿੰਦੇ ਧੱਕੇ ਨਾਲ ਜ਼ਮੀਨਾਂ ਵਾਪਸ ਲਈ ਜਾਂਦੇ, ਦੱਸੋ ਆਹ ਦੇਖੋ ਕੀ ਇੱਕ ਹਾਲਾਤ। ਵਾਰ ਰੜਾ ਹੋ ਗਿਆ ਸੀ, ਹੁਣ ਜਦੋਂ ਅਰਬਾਪਤੀ ਬਣਨਾ ਤੇ ਫਿਰ ਬੂੰਦ ਬੂੰਦ ਨਾਲ ਸਮੁੰਦਰ ਭਰਦੇ ਪੈਣੇ ਆਪਦਾ ਜਿਹੜਾ ਖਾਲੀ ਹੋ ਗਿਆ ਸੀ। ਬੂੰਦ ਨਾਲ ਤਾਂ ਕਿਹੜਾ ਜੀ, ਇਹ ਤਾਂ ਜਿਵੇਂ ਤੁਸੀਂ ਦੱਸੀ ਇਹਨਾਂ ਨੇ ਤਾਂ ਫਿਰ ਟੂਬਲ ਹੀ ਲਾ ਰੱਖਿਆ। ਟੋਲ ਲਾਇਆ। ਤੇ ਹੋਰ ਕੋਈ ਖਾਸ ਖਬਰ ਜੀ ਫਿਰੋਜ਼ਪੁਰ ਤੋਂ? ਬਸ ਜੀ ਫਿਰੋਜ਼ਪੁਰ ਨੂੰ ਲੈ ਕੇ ਜਿਹੜਾ ਅੱਜ ਧਰਨਿਆਂ ਦਾ ਇਹ ਰਿਹਾ, ਉਹ ਜਿਹੜੇ ਪੁਤਲੇ ਫੂਕੇ ਗਏ ਹਰੀਸ਼ ਰਾਵਤ ਤੇ, ਉਦੋਂ ਬਾਅਦ ਸੀਗਾ। ਬਾਕੀ ਗੋਲੀਆਂ ਗਾਲੀਆਂ ਚੱਲਣ ਦੀਆਂ ਤਾਂ ਆਪਾਂ ਕੱਲ ਵੀ ਕਰ ਲਈ ਸੀ। ਉਹਦਾ ਕੀ ਬਣਿਆ ਜੀ, ਕੋਈ ਪਰਚਾ ਪੁਰਚਾ ਜਾਂ ਕੋਈ ਹੋਰ? ਮੈਂ ਕੋਈ ਐਸੀ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਕਿਸੇ ਨੂੰ ਅਰੈਸਟ ਲਿਆ ਹੋਵੇ ਜਾਂ ਫੜਿਆ ਹੋਵੇ। ਪਰ ਦੇਖੋ ਬੜੀ ਹੈਰਾਨਗੀ ਦੀ ਗੱਲ ਸੀ, ਨੈਸ਼ਨਲ ਹਾਈਵੇ ਤੇ ਲੋਕ ਲੰਘ ਰਹੇ ਤੇ ਆਰ ਪਾਰ ਗੋਲੀਆਂ ਚੱਲ ਰਹੀਆਂ। ਹਾਂਜੀ ਇਹ ਬੜੀ ਵੱਡੀ ਗੱਲ ਸੀਗੀ। ਪੁਲਿਸ ਨੂੰ ਜਿਹੜਾ ਹੈਗਾ ਉਹ ਇਸ ਪਾਸੇ ਪੂਰਾ ਧਿਆਨ ਦੇਣਾ ਪਊਗਾ। ਬਾਕੀ ਡਿਪਟੀ ਕਮਿਸ਼ਨਰ ਸਾਡੇ ਗੁਰਪਾਲ ਸਿੰਘ ਚਾਹਲ ਜਿਹੜੇ ਇੱਥੇ ਸੀਗੇ ਉਹ ਰਿਟਾਇਰ ਹੋ ਗਏ ਨੇ ਕੱਲ। ਅੱਜ ਨਵੇਂ ਜਿਹੜੇ ਵਨੀਤ ਕੁਮਾਰ ਇੱਥੇ ਡੀਸੀ ਵੀ ਰਹਿ ਕੇ ਗਏ ਨੇ, ਉਹ ਅੱਜ ਉਹਨਾਂ ਨੇ ਜੁਆਇਨ ਕਰ ਲਿਆ। ਸਵੇਰੇ ਪ੍ਰੈਸ ਦੇ ਨਾਲ ਰੂਬਰੂ ਹੋਣ ਦੀਆਂ ਵੀ ਕਿਆਸਾਂ ਹੈਗੀਆਂ ਤੇ ਦੇਖੋ ਕਿਵੇਂ ਦਾ ਪ੍ਰਸ਼ਾਸਨ ਚਲਾਉਂਦੇ ਨੇ। ਚਲੋ ਗੁਰਪਾਲ ਸਿੰਘ ਚਾਹਲ ਜਿਵੇਂ ਵੀ ਰਹੇ ਨੇ ਓਵਰਆਲ ਠੀਕ ਰਹੇ ਨੇ ਤੇ ਨਵੇਂ ਡੀਸੀ ਨੂੰ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਮੁਬਾਰਕਾਂ ਨੇ ਤੇ ਕਿਵੇਂ ਦਾ ਪ੍ਰਸ਼ਾਸਨ ਚਲਾਉਂਦੇ ਨੇ। ਅਸੀਂ ਚਾਹੁੰਦੇ ਹਾਂ ਕਿ ਵਧੀਆ ਪ੍ਰਸ਼ਾਸਨ ਫਿਰੋਜ਼ਪੁਰ ਦੇ ਵਿੱਚ ਲੈ ਕੇ ਆਉਣ ਤਾਂ ਕਿ ਆਮ ਲੋਕਾਂ ਨੂੰ ਸਹੂਲਤਾਂ ਮਿਲਣ। ਲੀਡਰਾਂ ਨੂੰ ਤਾਂ ਸਹੂਲਤਾਂ ਵੈਸੇ ਬੜੀਆਂ ਹੁੰਦੀਆਂ। ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ, ਧੰਨਵਾਦ। ਤੇ ਪ੍ਰੋਗਰਾਮ ਸਮਾਧਾਨ ਜਾਰੀ ਹੈ ਜੀ। ਕਹਿੰਦੇ ਬਠਿੰਡੇ ਤੋਂ ਕਹਿੰਦੇ ਇੱਕ ਨਸ਼ਿਆਂ ਦੇ ਤਸਕਰ ਨੂੰ ਫੜਿਆ ਜੀ, ਤੇ ਇਹਦੇ ਜਿਹੜੇ ਨੇ ਸੱਤਾਧਾਰੀਆਂ ਨਾਲ ਇੱਥੇ ਬੜੀਆਂ ਨਜ਼ਦੀਕੀਆਂ ਦੀ ਜਿਹੜਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਸਾਬਕਾ MLA ਸਰੂਪ ਚੰਦ ਸਿੰਗਲਾ ਨੇ। ਸੋ ਉਹਦੀ ਜਿਹੜੀ ਡਿਟੇਲ ਹੈ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ, ਫੇਸਬੁੱਕ ਪੇਜ ਅਤੇ ਰੇਡੀਓ ਪੰਜਾਬ ਟੂਡੇ ਦੀ ਵੈਬਸਾਈਟ ਦੇ ਉੱਤੇ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ। ਖਬਰਾਂ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਕਾਨੂੰਨੀ ਮਦਦ ਚਾਹੁੰਦੇ ਹੋ, ਤੁਸੀਂ ਉੱਥੇ ਸਿਟੀਜ਼ਨਸ਼ਿਪ ਜਾਂ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਉੱਥੇ ਠਹਿਰਾਓ ਨੂੰ ਲੈ ਕੇ, ਤਾਂ ਤੁਸੀਂ ਗੁਰਸ਼ਰਨ ਸਿੱਖ ਹੋਰਾਂ ਨਾਲ 5102009988 ਤੇ ਕਾਲ ਕਰ ਸਕਦੇ ਹੋ, 510-200-9988 ਦੇ ਉੱਤੇ। ਤੇ ਹੁਣ ਮੇਰੇ ਨਾਲ ਜੁੜ ਗਏ ਨੇ ਜੀ ਫਰੀਦਕੋਟ ਤੋਂ ਅਮਨਦੀਪ ਲੱਕੀ ਜੀ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਬੁਰਜ ਜਵਾਹਰ ਸਿੰਘ ਵਾਲੇ ਮਾਮਲੇ ਦੇ ਉੱਤੇ ਅਪਡੇਟ ਕੀ ਹੈ ਜੀ? ਗੁਰੂ ਗ੍ਰੰਥ ਸਾਹਿਬ ਜਿੱਥੋਂ ਚੋਰੀ ਹੋਏ ਸੀਗੇ, ਸਰੂਪ ਚੋਰੀ ਹੋਇਆ ਸੀ ਜੀ। ਬਿਲਕੁਲ, ਮੈਂ ਦੱਸਣਾ ਚਾਹੂੰਗਾ ਕਿ 2015 ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਣਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪੋਸਟਰ, ਵਿਵਾਦਤ ਪੋਸਟਰ ਲਾਉਣੇ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਨੂੰ ਗਲੀਆਂ ਦੇ ਵਿੱਚ ਖਿਲਾਰਨਾ ਔਰ ਉਸ ਤੋਂ ਬਾਅਦ 2 ਸਿੰਘਾਂ ਦੀ ਸ਼ਹੀਦੀ ਹੋਣੀ, ਤਾਂ ਕਾਫੀ ਕੁਛ ਬਵਾਲ ਖੜਾ ਹੋਇਆ ਸੀਗਾ। ਉਸ ਦੇ ਚੱਲਦਿਆਂ ਵੱਖ-ਵੱਖ SITਆਂ ਜਿਹੜੀਆਂ ਹੈਗੀਆਂ ਕੰਮ ਕਰ ਰਹੀਆਂ ਹੈਗੀਆਂ ਨੇ। ਅੱਜ ਜਿਹੜੀ FIR ਨੰਬਰ 63 ਜਿਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀਗਾ ਬੁਰਜ ਜਵਾਹਰ ਸਿੰਘ ਵਾਲੇ ਤੋਂ, ਉਹ FIR ਨੰਬਰ 63 ਦੇ ਵਿੱਚ ਜਿਹੜੀ SIT ਕੰਮ ਕਰ ਰਹੀ ਹੈ, SPS ਪਰਮਾਰ ਹੈਗੇ ਨੇ ਜਿਹੜੇ IG, ਉਹਨਾਂ ਦੀ ਅਗਵਾਈ ਦੇ ਵਿੱਚ, ਨਾਲ ਉਹਨਾਂ ਦੇ ਸਿੰਘ ਸੋਲ ਨੇ DIG ਔਰ ਉਹਨਾਂ ਦੇ ਨਾਲ DSP ਲਖਵੀਰ ਸਿੰਘ, ਉਸ ਵੇਲੇ ਇੱਥੇ CI ਇੰਚਾਰਜ ਸੀ ਫਰੀਦਕੋਟ, ਔਰ ਦਲਬੀਰ ਸਿੰਘ ਇੰਸਪੈਕਟਰ। ਇਹ ਸਾਰਿਆਂ ਦੀ ਟੀਮ ਹੈਗੀ ਔਰ ਇੱਕ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਹੈ ਉਹਦੇ ਆਧਾਰ ਤੇ ਅੱਜ ਇਹਨਾਂ ਨੇ ਬੁਰਜ ਜਵਾਹਰ ਸਿੰਘ ਵਾਲੇ ਜਾ ਕੇ ਖੁਦ ਬਰਗਾੜੀ ਬੁਰਜ ਜਵਾਹਰ ਸਿੰਘ ਵਾਲੇ ਹਰੇਕ ਥਾਂ ਤੇ ਜਾ ਕੇ ਇਹਨਾਂ ਨੇ ਅੱਜ ਜਿਹੜੇ ਉੱਥੋਂ ਦੇ ਲੋਕਾਂ ਦੇ ਜਿਹੜੇ ਹੈਗੇ ਆ ਬਿਆਨ ਕਲਮਬੰਦ ਕੀਤੇ ਹੈਗੇ ਆ ਔਰ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਖੁੱਲ ਕੇ ਅੱਗੇ ਆਓ, ਗੱਲਾਂ ਦੱਸੋ। ਤੇ ਉੱਥੇ ਦੂਜੇ ਪਾਸੇ ਲੋਕਾਂ ਨੇ ਕਈਆਂ ਨੇ ਐਲੀਗੇਸ਼ਨ ਵੀ ਲਗਾਏ ਹੈਗੇ ਆ ਕਿ ਪੁਲਿਸ ਵਾਰ-ਵਾਰ ਉਹਨਾਂ ਨੂੰ ਇੱਥੇ ਆ ਕੇ ਮਤਲਬ ਉਹਨਾਂ ਦੇ ਜਿਹੜੇ ਜ਼ਖਮ ਆ ਜਿਹੜੇ ਉਹ ਹੱਲੇ ਕਰ ਰਹੀ ਹੈਗੀ ਆ ਤੇ ਕਾਰਵਾਈ ਕੁਛ ਨਹੀਂ ਕਰ ਰਹੀ ਹੈਗੀ। ਸਿਰਫ ਜਿਹੜੇ ਡੇਰੇ ਦੇ ਪ੍ਰੇਮੀ ਹੈਗੇ ਆ ਜਾਂ ਜਿਹੜੇ ਜੋ ਵੀ ਦੋਸ਼ੀ, ਜਿਹੜੇ ਸਹੀ ਦੋਸ਼ੀ ਹੈਗੇ ਆ, ਉਹਨਾਂ ਨੂੰ ਨਹੀਂ ਅੱਗੇ ਲਿਆ ਰਹੀ ਹੈਗੀ। ਤਾਂ ਇਹੋ ਜਿਹੇ ਵੀ ਦੋਸ਼ ਲਾਏ। ਇੱਕ ਵਿਅਕਤੀ ਨੇ ਤਾਂ ਉੱਥੇ ਇਹ ਵੀ ਕਹਿ ਦਿੱਤਾ ਗਿਆ ਕਿ ਪੁਲਿਸ ਨੇ ਉਹਨੂੰ ਇੰਨਾ ਕੁ ਟਾਰਚਰ ਕੀਤਾ ਕਿ ਹੁਣ ਮਾਨਸਿਕ ਤੌਰ ਤੇ ਉੱਤੇ ਉਹ ਨਸ਼ੇ ਤੋਂ ਬਗੈਰ ਆਪਣੇ ਘਰ ਦੇ ਵਿੱਚੋਂ ਕੀ ਆਪਣੇ ਬੈੱਡ ਤੋਂ ਪੈਰ ਥੱਲੇ ਨਹੀਂ ਮੰਜੇ ਤੋਂ ਲਾ ਸਕਦਾ ਹੈਗਾ। ਉਹਨੂੰ ਕੁਛ ਨਾ ਕੁਛ ਸਵੇਰੇ ਉੱਠ ਕੇ ਜਿਹੜਾ ਇੱਕ ਪੋਸਟ ਦਾ ਨਸ਼ਾ ਹੁੰਦਾ ਉਹ ਉਹਨੂੰ ਸਵੇਰੇ ਉੱਠ ਕੇ ਲੈਣਾ ਪੈਂਦਾ। ਪੁਲਿਸ ਨੇ ਉਹਨੂੰ ਇੰਨਾ ਟਾਰਚਰ ਕੀਤਾ, ਇੰਨਾ ਉਸ ਵੇਲੇ ਉਹਨੂੰ ਕਾਹਦੇ ਪਿੱਛੇ ਟਾਰਚਰ ਕੀਤਾ ਲੱਕੀ ਜੀ? ਉਹਨੂੰ ਇਸ ਪਿੱਛੇ ਟਾਰਚਰ ਕੀਤਾ ਸੀ। ਉਹ ਵਿਅਕਤੀ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਸਾਡੇ ਨਾਲ ਉਹਨੇ ਗੱਲਬਾਤ ਕੀਤੀ ਹੈਗੀ, ਉਹਨੇ ਇਸ ਦਾ ਇਲਜ਼ਾਮ ਲਾਇਆ ਹੈਗਾ ਕਿ ਪੁਲਿਸ ਨੇ ਉਹਨੂੰ ਉਸ ਵੇਲੇ ਬਹੁਤ ਕੁੱਟਿਆ ਮਾਰਿਆ ਕਿਉਂਕਿ ਉਹਨੂੰ ਵਾਰ-ਵਾਰ ਇੱਕੋ ਗੱਲ ਕਹਿ ਰਹੇ ਸੀਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਹੈਗੀ ਹੈ, ਜਿਹੜੀ ਚੋਰੀ ਹੋਈ ਹੈਗੀ ਆ ਸਰੂਪ, ਉਹ ਤੇਰੇ ਤੋਂ ਹੀ ਬਰਾਮਦ ਕਰਨਾ ਜੀ। ਤਾਂ
ਸ਼ੱਕ ਦੇ ਆਧਾਰ ਦੇ ਉੱਤੇ ਉਹ ਕਹਿੰਦਾ ਵੀ ਮੈਨੂੰ ਮਤਲਬ ਪੁਲਿਸ ਨੇ ਬਹੁਤ ਜ਼ਿਆਦਾ ਟਾਰਚਰ ਕੀਤਾ। ਤਾਂ ਮੈਂ ਸਮਝਦਾ ਹੈਗਾ ਕਿ ਜਿਹੜੀ ਕਾਰਵਾਈ ਹੈਗੀ ਹੈ, ਸਰਕਾਰਾਂ ਬਦਲ ਗਈਆਂ, ਸਰਕਾਰਾਂ ਨਵੀਆਂ ਆ ਗਈਆਂ, ਸਰਕਾਰਾਂ ਨਵੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਇਸ ਤਰੀਕੇ ਨਾਲ 84 ਦਾ ਮੇਰੇ ਹਿਸਾਬ ਨਾਲ ਮੁੱਦਾ ਹਜੇ ਤੱਕ ਚੱਲੀ ਜਾ ਰਿਹਾ ਹੈਗਾ। ਕਿਸੇ ਨਾ ਕਿਸੇ ਗੱਲ ਤੇ 84 ਨੂੰ ਲੈ ਆਉਂਦੇ ਹੈਗੇ ਆ ਸਿਆਸੀ ਪਾਰਟੀਆਂ ਵਾਲੇ। ਤੇ ਮੈਂ ਸਮਝਦਾ ਹੈਗਾ ਵੀ ਉਹ ਉਸੇ ਤਰੀਕੇ ਹੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹੈਗਾ, ਇਹਨੂੰ ਵੀ ਉਸੇ ਤਰੀਕੇ ਇਹ ਹੁਣ ਪੋਲੀਟੀਕਲੀ ਤੌਰ ਦੇ ਉੱਤੇ ਵਰਤ ਰਹੇ ਹੈਗੇ ਨੇ ਸਾਰੇ। ਜੀ ਜੀ। ਤੇ ਤੁਹਾਡੇ ਇੱਥੋਂ ਜਿਹੜੇ ਨੇ MLA ਦੀ ਜਿਹੜੀ ਹੈ ਵਿਧਾਨ ਸਭਾ ਦੇ ਲਈ ਜਿਹੜਾ ਹੈ ਉਮੀਦਵਾਰ ਐਲਾਨ ਦਿੱਤਾ ਹੈ ਕੋਟਕਪੂਰੇ ਤੋਂ ਤੇ ਫਰੀਦਕੋਟ ਤੋਂ ਅਕਾਲੀ ਦਲ ਵੱਲੋਂ ਬਹੁਤ ਪਹਿਲਾਂ ਐਲਾਨ ਕਰ ਦਿੱਤਾ ਹੈ, ਜਿਹਦੇ ਵਿੱਚ ਖਾਸ ਤੌਰ 'ਤੇ ਮਨਤਾਰ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਮਨਤਾਰ ਸਿੰਘ ਬਰਾੜ ਦਾ ਸਿੱਧੇ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਕੋਟਕਪੂਰਾ ਤੇ ਬਹਿਬਲ ਗੋਲੀਕਾਂਡ ਦੇ ਨਾਲ ਜੁੜਦੀ ਹੈ ਜਿਹੜੀ ਗੱਲ, ਉਹ ਕਿੱਥੋਂ ਤੱਕ ਪ੍ਰਭਾਵਿਤ ਰਹੂਗੀ? ਦੇਖੋ, ਪਹਿਲਾਂ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ 6 ਜਿਹੜੇ ਕੈਂਡੀਡੇਟ ਹੈਗੇ ਆ ਉਹ ਐਲਾਨ ਦਿੱਤੇ ਹੈਗੇ ਆ। 6 ਦੇ ਵਿੱਚੋਂ 3 ਕੈਂਡੀਡੇਟ ਫਰੀਦਕੋਟ ਜ਼ਿਲ੍ਹੇ ਦੇ 3 ਹਲਕਿਆਂ ਦੇ ਆ। ਜੇ ਉਦੋਂ ਗੱਲ ਕਰੀਏ ਤਾਂ ਸੂਬਾ ਸਿੰਘ ਬਾਦਲ ਨੂੰ ਐਲਾਨ ਦਿੱਤਾ ਗਿਆ, ਤੇ ਕੋਟਕਪੂਰੇ ਦੀ ਗੱਲ ਕਰ ਲਈਏ ਮਨਤਾਰ ਸਿੰਘ ਬਰਾੜ ਨੂੰ ਐਲਾਨ ਦਿੱਤਾ ਗਿਆ। ਫਰੀਦਕੋਟ ਦੀ ਗੱਲ ਕਰ ਲਈਏ ਤਾਂ ਪਰਮਬੰਸ ਸਿੰਘ ਬੰਟੀ ਰਮਾਣਾ ਨੂੰ ਮੈਦਾਨ ਦੇ ਵਿੱਚ ਅਕਾਲੀ ਦਲ ਵੱਲੋਂ ਉਤਾਰ ਦਿੱਤਾ ਗਿਆ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਮਨਤਾਰ ਸਿੰਘ ਬਰਾੜ ਹੋਰਾਂ ਵਾਲੀ ਵੀ ਉਹ ਕਿੱਥੋਂ ਤੱਕ ਪ੍ਰਭਾਵਿਤ ਹੋਣਗੇ, ਠੀਕ ਹੈ, ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਮਾੜਾ ਮੋਟਾ ਚਾਹੇ ਖਮਿਆਜਾ ਜ਼ਰੂਰ ਭੁਗਤਣਾ ਪਊਗਾ, ਕਿਉਂਕਿ ਉਸ ਵੇਲੇ ਜਦੋਂ ਇਹ ਸਾਰਾ ਕਾਂਡ ਹੋਇਆ ਹੈਗਾ ਤਾਂ ਮਨਤਾਰ ਸਿੰਘ ਬਰਾੜ ਦਾ ਹਲਕਾ ਹੋਣ ਕਰਕੇ ਤਾਂ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਇਨ ਟੱਚ ਸੀਗੇ ਵੀ ਕੀ ਹੋ ਰਿਹਾ, ਕੀ ਇਹਨੂੰ ਆਪਾਂ ਕਿਸ ਤਰੀਕੇ ਨਾਲ ਹੈਂਡਲ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਜਿਹੜੇ ਇੱਥੇ ਬਵਾਲ ਖੜਾ ਹੋਇਆ ਹੈਗਾ ਇਹਨਾਂ ਨੂੰ ਨਿਬੇੜ ਸਕਦੇ ਹੈਗੇ ਆ। ਤਾਂ ਉਸ ਗੱਲ ਨੂੰ ਲੈ ਕੇ ਜੇ ਮਨਤਾਰ ਸਿੰਘ ਬਰਾੜ ਤੋਂ SIT ਨੇ ਵੀ ਬਹੁਤ ਵਾਰੀ ਪੁੱਛਗਿੱਛ ਕਰ ਲਈ ਹੈਗੀ ਆ, ਤਾਂ ਪਹਿਲਾਂ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਜਿਹੜੇ ਮਨਤਾਰ ਸਿੰਘ ਬਰਾੜ ਆ ਸ਼ਾਇਦ ਇਹਨਾਂ ਦੀ ਜਿਹੜੀ ਟਿਕਟ ਹੈਗੀ ਆ ਕੋਟਕਪੂਰੇ ਤੋਂ ਬਦਲ ਕੇ ਕਿਸੇ ਹੋਰ ਹਲਕੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਜਾਊਗਾ, ਇੱਥੇ ਕੋਈ ਨਵਾਂ ਚਿਹਰਾ ਉਤਾਰਿਆ ਜਾਊਗਾ। ਲੇਕਿਨ ਅਕਾਲੀ ਦਲ ਨੇ ਹੁਣ ਕਲੀਅਰ ਹੀ ਕਰ ਦਿੱਤਾ ਹੈਗਾ ਕਿ ਜਿਹੜਾ ਕੋਟਕਪੂਰੇ ਦੇ ਵਿੱਚ ਜਿਹੜਾ ਉਮੀਦਵਾਰ ਹੋਊਗਾ ਅਕਾਲੀ ਦਲ ਦਾ ਉਹ ਮਨਤਾਰ ਸਿੰਘ ਬਰਾੜ ਹੀ ਹੋਊਗਾ। ਜੀ ਜੀ ਜੀ। ਹੋਰ ਕੋਈ ਖਾਸ ਖਬਰ ਜੀ? ਬਸ ਜਿਹੜਾ ਮੇਨ ਇੱਕ ਹੋਰ ਫਰੀਦਕੋਟ ਦੀ ਮੈਂ ਗੱਲ ਕਰਨ ਲੱਗਿਆ ਹੈਗਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਡਾਵਾਡੋਲ ਹੋਈ ਪਈ ਹੈਗੀ ਆ। ਗੱਲ ਕਰ ਲਈਏ ਤਾਂ ਜਿਹੜੇ ਮੁਹੱਲੇ ਹੈਗੇ ਆ, ਖਾਸ ਕਰਕੇ ਪਿੰਡ ਮੁਹੱਲੇ ਸਾਰਿਆਂ ਦੇ ਵਿੱਚ ਠਿਕਰੀ ਪਹਿਰਿਆਂ ਦਾ ਜਿਹੜਾ ਹੈਗਾ ਸਿਲਸਿਲਾ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਹੈਗਾ, ਕਿਉਂਕਿ ਲਾਅ ਐਂਡ ਆਰਡਰ ਇੱਥੋਂ ਤੱਕ ਵਿਗੜ ਚੁੱਕਿਆ ਕਿ ਦੇਰ ਰਾਤ ਤਕਰੀਬਨ 1 ਵਜੇ ਤੋਂ ਲੈ ਕੇ ਸੁਬਾਹ ਦੇ 3 ਵਜੇ ਤੱਕ ਰਾਤ 2 ਘੰਟਿਆਂ ਦੇ ਵਿੱਚ ਇੰਨੇ ਕੁ ਵਾਕਿਆ ਹੋਣੇ ਸ਼ੁਰੂ ਹੋ ਗਏ ਹੈਗੇ ਆ। ਔਰ ਮਤਲਬ ਚੋਰੀਆਂ ਔਰ ਕਾਪੇ ਲੈ ਕੇ ਜਿਹੜੇ ਵਿਅਕਤੀ ਹੈਗੇ ਇਸ ਗਲੀਆਂ ਦੇ ਵਿੱਚ ਜਿਹੜੀਆਂ CCTV ਫੁਟੇਜ ਵੇਖਣ ਨੂੰ ਮਿਲ ਰਹੀਆਂ ਸਾਨੂੰ ਜਿਹੜੀਆਂ ਲੋਕ ਭੇਜਦੇ ਆ ਡੇਲੀਆਂ ਵੀ ਆਹ ਦੇਖੋ ਇੰਨੇ ਵਜ ਕੇ ਇੰਨੇ ਮਿੰਟ ਤੇ ਇਸ ਗਲੀ ਦੇ ਵਿੱਚ ਬੰਦਾ ਫਿਰਦਾ ਸੀਗਾ। ਤਾਂ ਮੈਂ ਸਮਝਦਾ ਹੈਗਾ ਕਿ ਤੂੰ ਪੱਖਾ ਚੱਕ ਲਿਆ, ਮੱਝਾਂ ਨੂੰ ਪੱਖਾ ਲੱਗਿਆ ਵਾ ਕਿਸੇ ਘਰ ਦੇ ਵਿੱਚ, ਉਹ ਪੱਖਾ ਚੱਕ ਲਿਆ, ਕੰਧ ਟੱਪ ਕੇ ਕਿਸੇ ਦੀ ਮੋਟਰ ਖੋਲ ਲਈ। ਤਾਂ ਮੈਂ ਸਮਝਦਾ ਹੈਗਾ ਕਿ ਜਿਹੜਾ ਲਾਅ ਐਂਡ ਆਰਡਰ ਹੈਗਾ ਬਹੁਤ ਜ਼ਿਆਦਾ ਵੀਕ ਹੈਗਾ ਔਰ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਕਿਉਂਕਿ ਹਾਲ ਹੀ ਦੇ ਵਿੱਚ ਹੀ ਗੱਲ ਕਰ ਲਈਏ 2 ਦਿਨ ਪਹਿਲਾਂ ਦੀ ਤਾਂ ਫਰੀਦਕੋਟ ਦੇ ਵਿੱਚ ਰਾਜ ਮਹਿਲ ਦੇ ਬਾਹਰ ਇੱਕ ਲੜਕੇ ਨੂੰ ਬੁਰੀ ਤਰ੍ਹਾਂ ਕਿਰਪਾਨਾਂ ਮਾਰੀਆਂ, ਉਹਦੇ ਨਾਲ ਕੋਈ ਨਿੱਜੀ ਰੰਜਿਸ਼ ਲਾ ਲਓ ਜਾਂ ਕੁਝ ਵੀ ਸੀ, ਉਹ ਬਾਅਦ ਦੀਆਂ ਗੱਲਾਂ। ਲੇਕਿਨ ਜਿਸ ਤਰੀਕੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਵਿਗੜ ਰਹੀ ਹੈਗੀ ਹੈ ਤਾਂ ਫਰੀਦਕੋਟ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਜ਼ਰੂਰ ਮਾਹੌਲ ਬਣਿਆ ਹੋਇਆ ਹੈ। ਜੀ ਜੀ, ਸ਼ੁਕਰੀਆ ਅਮਨਦੀਪ ਲੱਕੀ ਜੀ, ਤੁਹਾਡਾ ਧੰਨਵਾਦ। ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਗੁਰਦਾਸਪੁਰ। ਨਿਤਿਨ ਲੂਥਰਾ ਜੀ ਮੇਰੇ ਨਾਲ ਨੇ। ਨਿਤਿਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਹਾਂਜੀ ਨਿਤਿਨ ਜੀ, ਮਾਝੇ ਦੇ ਜਿਹੜੇ ਕਿਸਾਨਾਂ ਵੱਲੋਂ ਕਹਿੰਦੇ ਬਿਕਰਮ ਸਿੰਘ ਮਜੀਠੀਏ ਦਾ ਵਿਰੋਧ ਕੀਤਾ, ਘੇਰ ਲਿਆ ਤੇ ਸੰਵਾਦ ਵੀ ਹੋਇਆ ਕਹਿੰਦੇ। ਬਿਲਕੁਲ ਧੰਨਵਾਦ ਸਾਹਿਬ। ਅੱਜ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਹਰਗੋਬਿੰਦਪੁਰ ਪਹੁੰਚਣਾ ਸੀ। ਉੱਥੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਇੱਕ ਮੌਜੂਦਾ ਕਾਉਂਸਲਰ ਤੋਂ ਇਲਾਵਾ ਹੋਰ ਕਈ ਜਿਹੜੇ ਸਾਬਕਾ ਕਾਉਂਸਲਰ ਸਨ, ਕਾਂਗਰਸ ਦੇ ਅਹੁਦੇਦਾਰ ਸਨ, ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਜੁਆਇਨ ਕਰਾਉਣਾ ਸੀ। ਪਰ ਇਸ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਜਿਹੜੇ ਲੀਡਰ ਸਨ ਜਾਂ ਬਿਕਰਮ ਮਜੀਠੀਆ ਸਨ, ਇਹਨਾਂ ਨੂੰ ਕਿਸਾਨਾਂ ਨੇ ਸ਼੍ਰੀ ਹਰਗੋਬਿੰਦਪੁਰ ਨੂੰ ਚਤਰਫਾ ਘੇਰਾ ਪਾ ਕੇ ਜਿੰਨੇ ਵੀ ਸ਼੍ਰੀ ਹਰਗੋਬਿੰਦਪੁਰ ਨੂੰ ਰਾਹ ਆਉਂਦੇ ਨੇ ਸਾਰਿਆਂ ਨੂੰ ਘੇਰ ਕੇ ਬਿਕਰਮ ਮਜੀਠੀਆ ਨੂੰ ਸ਼੍ਰੀ ਹਰਗੋਬਿੰਦਪੁਰ ਦੇ ਬਾਹਰ ਹੀ ਘੇਰ ਲਿਆ। ਉੱਥੇ ਕਾਫੀ ਗੱਲਾਂ ਬਾਤਾਂ ਵੀ ਹੋਈਆਂ, ਕਿਸਾਨਾਂ ਨੇ ਵਿਰੋਧ ਵੀ ਗੱਜ ਕੇ ਕੀਤਾ ਤੇ ਕਰੀਬ 2 ਤੋਂ 2.5 ਘੰਟੇ ਜਿਹੜਾ ਵਾ ਉਹ ਫੰਕਸ਼ਨ ਲੇਟ ਹੋ ਗਿਆ।
ਕਾਰਨ ਇਹੋ ਸੀ ਜੀ ਕਿ ਕਿਸਾਨ ਕਹਿ ਰਹੇ ਸਨ ਕਿ ਤੁਸੀਂ ਪਹਿਲਾਂ ਤਾਂ ਉਹ ਪਾਰਲੀਮੈਂਟ ਦੇ ਵਿੱਚ ਇਸ ਦਾ ਵਿਰੋਧ ਨਹੀਂ ਕੀਤਾ, ਇਹਨਾਂ ਨੂੰ ਸਹੀ ਦੱਸਦੇ ਪਿਓ, ਜਾਂ ਜਿਹੜੇ ਕਿਸਾਨ ਕਿਸਾਨੀ ਅੰਦੋਲਨ 'ਚ ਸ਼ਹੀਦ ਹੋ ਗਏ ਨੇ ਜੀ ਉਹਨਾਂ ਬਾਰੇ ਤੁਸੀਂ ਕੀ ਕੀਤਾ, ਜਾਂ ਬਰਗਾੜੀ ਮਸਲਾ ਤੁਹਾਡੇ ਸਰਕਾਰ ਦੇ ਵਿੱਚ ਹੋਇਆ, ਉਹਦੇ ਸਾਰੀਆਂ ਗੱਲਾਂ ਜਦੋਂ ਹੋਈਆਂ ਤਾਂ ਵਿਕਰਮ ਮਜੀਠੀਆ ਨੇ ਵੀ ਕਿਸਾਨਾਂ ਦੇ ਹੱਥ ਜੋੜ ਕੇ ਤੇ ਉਹਨਾਂ ਨੂੰ ਨਿਮਰਤਾ ਸਹਿਤ ਜਵਾਬ ਵੀ ਦਿੱਤਾ। ਤੇ ਉਸ ਤੋਂ ਬਾਅਦ ਸ਼੍ਰੀ ਹਰਗੋਬਿੰਦਪੁਰ ਜਿੱਥੇ ਇਹਨਾਂ ਦਾ ਫੰਕਸ਼ਨ ਸੀ ਉੱਥੇ ਪਹੁੰਚੇ ਤੇ ਇਹਨਾਂ ਨੇ ਕਾਂਗਰਸੀਆਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਾਇਆ। ਜੀ ਜੀ ਤੇ ਹੋਰ ਕੀ ਸਿਆਸੀ ਮਾਹੌਲ ਹੈ ਜੀ ਉੱਥੋਂ ਦਾ, ਮੀਂਹ ਕਣੀ ਦਾ? ਅੱਜ ਵਿਕਰਮ ਮਜੀਠੀਆ ਨੇ ਆਪਣੇ ਸੰਬੋਧਨ ਦੌਰਾਨ ਇਹ ਗੱਲ ਕਹੀ ਹੈ ਕਿ ਬਟਾਲਾ ਦੇ ਐਸਐਸਪੀ ਨੇ ਮੇਰੀ ਗੱਡੀ ਤੇ ਜਾਣ ਬੁੱਝ ਕੇ ਅਟੈਕ ਕਰਾਇਆ ਕਾਂਗਰਸੀਆਂ ਮੰਤਰੀਆਂ ਦੇ ਤੇ ਲੀਡਰਾਂ ਦੇ ਕਹਿਣ ਤੇ। ਅੱਛਾ ਜੀ। ਤੇ ਆਉਣ ਵਾਲੇ ਸਮੇਂ 'ਚ ਜੇ ਕਿਤੇ ਮੈਂ ਆਇਆ ਤੇ ਜਿੱਦਾਂ ਮੇਰੀ ਗੱਡੀ ਅੱਗੇ ਟੱਪ ਟੰਗੇ ਇਸ ਤਰ੍ਹਾਂ ਮੈਂ ਐਸਐਸਪੀ ਟਪਾ ਕੇ ਲੰਘਾਊਂ। ਅੱਛਾ, ਸਾਰੀਆਂ ਗੱਲਾਂ ਜਿਹੜੀਆਂ ਅੱਜ ਕੀਤੀਆਂ ਉਹਨਾਂ ਨੇ। ਨਾਲ ਹੀ ਉਹਨਾਂ ਨੇ ਹਰੀਸ਼ ਰਾਵਤ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਹਨਾਂ ਨੇ ਜਿਹੜਾ ਪਿਛਲੇ ਦਿਨੀ 5 ਪਿਆਰਿਆਂ ਵਾਲੀ ਗੱਲ ਕਹੀ ਉਹਦੇ ਤੇ ਵੀ ਉਹਨਾਂ ਨੇ ਰੱਜ ਕੇ ਬੋਲੇ ਤੇ ਇਹ ਗੱਲ ਕਹੀ ਕਿ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਣਾ ਚਾਹੀਦਾ, ਉਹਨਾਂ ਨੂੰ ਇਹਦੇ ਖਿਲਾਫ FIR ਦਰਜ ਹੋਣੀ ਚਾਹੀਦੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਜਿਹੜਾ ਅਨਾਉਂਸ ਕੀਤਾ ਉਹਨਾਂ ਨੇ ਕਿ ਉਹ ਇੱਥੇ ਚੋਣ ਲੜਨ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ, ਉਹਨਾਂ ਨੇ ਕਿਹਾ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦਾ ਇੰਟਰਨਲ ਮਸਲਾ ਵਾ। ਪਰ ਇਹ ਕਹਿੰਦੇ ਵੀ ਜਿਹੜੇ ਹੁਣ ਮੰਤਰੀ ਇੱਥੇ ਮੁੱਛਾਂ ਨੂੰ ਤਾਂ ਦੇ ਹੀ ਫਿਰਦੇ ਇਹਦੇ ਬਾਰੇ ਸੋਚਣਾ ਚਾਹੀਦਾ ਵਾ। ਜੀ ਜੀ, ਸੋ ਸ਼ੁਕਰੀਆ ਜੀ ਤੁਹਾਡਾ, ਧੰਨਵਾਦ, ਮਿਹਰਬਾਨੀ। ਤੇ ਹੁਣ ਆਪਾਂ ਚੱਲਦੇ ਹਾਂ ਨਾਭੇ, ਨਹੀਂ ਕਪੂਰਥਲਾ, ਤੇ ਕਪੂਰਥਲੇ ਤੋਂ ਚਰਨਜੀਤ ਢਿੱਲੋਂ ਮੇਰੇ ਨਾਲ ਨੇ। ਤੇ ਚਰਨਜੀਤ ਜੀ ਸਤਿ ਸ੍ਰੀ ਅਕਾਲ। ਕਹਿੰਦੇ ਕਪੂਰਥਲੇ ਦੇ ਵਿੱਚ ਕਿਸਾਨ ਪੂਰੇ ਤੈਸ਼ ਨੇ, ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਹੋ ਰਹੇ ਆ ਜੀ। ਬਿਲਕੁਲ ਜੀ, ਜਿਹੜਾ ਕਿ ਦੁਆਬਾ ਏਰੀਆ ਵਾ, ਦੁਆਬਾ ਏਰੀਏ ਦੇ ਵਿੱਚ ਜਿੱਦਾਂ ਸਭ ਤੋਂ ਜ਼ਿਆਦਾ ਕਿਸਾਨ ਪਹਿਲਾਂ ਪਿੱਛੇ ਸੀ ਮਾਝੇ ਦੇ ਜਾਂ ਮਾਲਵੇ ਦੇ ਅੱਗੇ ਸੀਗੇ ਸਭ ਤੋਂ, ਹੁਣ ਇਸ ਤਰ੍ਹਾਂ ਦੁਆਬੇ ਦੇ ਵਿੱਚ ਵੀ ਜਿਹੜਾ ਹਰਿਆਣੇ ਦੇ ਵਿੱਚ ਲਾਠੀਚਾਰਜ ਹੈ, ਉਸ ਤੋਂ ਬਾਅਦ ਦੁਆਬੇ ਦੇ ਵਿੱਚ ਤਕਰੀਬਨ 100-150 ਜਗ੍ਹਾ ਦੇ ਉੱਤੇ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਹਰ ਰੋਜ਼। ਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤਕਰੀਬਨ 24 ਜਗ੍ਹਾ ਦੇ ਉੱਤੇ ਜਿਹੜਾ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਔਰ ਆਪਣਾ ਹਾਈਵੇ, ਨੈਸ਼ਨਲ ਹਾਈਵੇ ਵੀ ਬੰਦ ਕੀਤਾ, ਅੰਮ੍ਰਿਤਸਰ ਤੋਂ ਆਪਣੇ ਅੰਮ੍ਰਿਤਸਰ ਤੋਂ ਜਲੰਧਰ ਵਾਲਾ ਵੀ ਬੰਦ ਕੀਤਾ ਔਰ ਢਲਮਾ ਟੋਲ ਪਲਾਜ਼ਾ ਵੀ ਬੰਦ ਕੀਤਾ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਵਿੱਚ, ਕਪੂਰਥਲੇ ਦੇ ਵਿੱਚ, ਜਲੰਧਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਵਾ ਇਹ ਰੋਸ ਪ੍ਰਦਰਸ਼ਨ ਜਾਰੀ, ਹਰ ਰੋਜ਼ ਤਕਰੀਬਨ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਜੀ। ਸੋ ਹੋਰ ਜਿਹੜਾ ਆਪਾਂ ਗੱਲ ਕਰੀਏ ਮੀਂਹ ਦੀ ਸਥਿਤੀ ਕੀ ਹੈ? ਕਹਿੰਦੇ ਸੁਲਤਾਨਪੁਰ ਲੋਧੀ ਬਹੁਤ ਭੈੜੇ ਹਾਲਾਤ ਕਰ ਦਿੱਤੇ ਆ। ਬਿਲਕੁਲ ਜੀ, ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ 550 ਸਾਲ ਤੇ 900,000 ਕਰੋੜ ਰੁਪਏ ਦੇ ਕਰੀਬ ਵਿਕਾਸ ਵਾਸਤੇ ਆਇਆ, ਪਰ ਜਿਹੜੀ ਬਾਰਿਸ਼ ਪਈ ਆ ਤਕਰੀਬਨ 3-4 ਘੰਟੇ ਦੀ ਕੱਲ, ਉਹਦੇ ਵਿੱਚ ਜਿਹੜਾ ਵਾ ਉਹਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਦਿੱਤੀ ਕਿ ਜਿਹੜਾ ਇੰਨਾ ਪਾਣੀ ਤਕਰੀਬਨ ਹਸਪੀਟਲ ਦੇ ਮੂਹਰੇ ਤੋਂ ਲੈ ਕੇ ਗੁਰਦੁਆਰਾ ਬੇਰ ਸਾਹਿਬ ਤੱਕ ਜਿਹੜਾ ਵਾ ਪਾਣੀ ਗੋਡੇ ਸੀ, ਜਿਹੜੀਆਂ ਕਿ ਗੱਡੀਆਂ ਵੀ ਵਿੱਚ ਜਿਹੜੀਆਂ ਉਹ ਰੁਕ ਗਈਆਂ ਸੀ। ਤੇ ਅੱਜ ਵੀ ਕਈ ਜਗ੍ਹਾ ਤੇ ਜਿਹੜਾ ਪਾਣੀ ਦਿਸ ਰਿਹਾ ਜੀ। ਜੀ 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 ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਧੰਨਵਾਦ ਜੀ। ਤੇ ਬਰਨਾਲੇ ਚੱਲਦੇ ਹਾਂ, ਕਮਲਜੀਤ ਸੰਧੂ ਮੇਰੇ ਨਾਲ ਨੇ। ਕਮਲਜੀਤ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਜ਼ਿਲ੍ਹੇ ਦੇ ਵਿੱਚ, ਬਰਨਾਲੇ ਜ਼ਿਲ੍ਹੇ 'ਚ ਕੀ ਸਥਿਤੀ ਹੈ ਜੀ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ? ਜੀ ਲਗਾਤਾਰ ਜਿਹੜਾ ਸੰਘਰਸ਼ ਆ ਕਿਸਾਨਾਂ ਦਾ ਤਕਰੀਬਨ 11 ਮਹੀਨੇ ਹੋ ਚੱਲੇ ਨੇ। ਸਤੰਬਰ ਦੇ ਵਿੱਚ ਸ਼ੁਰੂ ਹੋਇਆ ਸੀਗਾ, ਅਕਤੂਬਰ ਦੇ ਵਿੱਚ 11 ਮਹੀਨਿਆਂ ਤੋਂ ਲਗਾਤਾਰ ਜਿਹੜੇ ਪੱਕੇ ਮੋਰਚੇ ਨੇ, ਜਿਵੇਂ ਰੇਲਵੇ ਸਟੇਸ਼ਨ ਤੇ ਹੈਗਾ, ਟੋਲ ਪਲਾਜ਼ਿਆਂ ਤੇ ਨੇ, ਰਿਲਾਇੰਸ ਦੇ ਪੰਪਾਂ ਤੇ ਨੇ, ਮੌਲਾਂ ਅੱਗੇ ਨੇ, ਜਾਂ BJP ਦੇ ਆਗੂਆਂ ਦੇ ਘਰਾਂ ਅੱਗੇ ਨੇ। ਬਰਨਾਲਾ ਦੇ ਵਿੱਚ ਇੱਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ, ਜਿੱਥੇ BK ਜੋਗਰਾਹਾਂ ਦਾ ਪੱਕਾ ਮੋਰਚਾ ਹੈਗਾ, ਉਹ ਉਸੇ ਤਰ੍ਹਾਂ ਜਿਹੜੇ ਚੱਲ ਰਹੇ ਨੇ। ਤੇ ਜਾਂ ਜਦੋਂ ਵੀ ਕੋਈ ਸੰਯੁਕਤ ਮੋਰਚੇ ਦੀ ਕੋਈ ਕਾਲ ਆਉਂਦੀ ਆ, ਉਦੋਂ ਵੱਖਰੇ ਤੌਰ ਤੇ ਪ੍ਰਦਰਸ਼ਨ ਕੀਤੇ ਜਾਂਦੇ ਨੇ। ਜਿਵੇਂ ਕੱਲ ਹੀ ਜਿਹੜਾ ਹਰਿਆਣਾ ਦੇ ਵਿੱਚ ਲਾਠੀਚਾਰਜ ਹੋਇਆ, ਉਹਨੂੰ ਲੈ ਕੇ 2 ਘੰਟਿਆਂ ਦਾ ਰੋਡ ਜਾਮ ਕੀਤਾ ਗਿਆ। ਜਾਂ ਹੁਣ 25 ਸਤੰਬਰ ਨੂੰ ਫੇਰ ਭਾਰਤ ਬੰਦ ਦੀ ਕਾਲ ਆ। 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਪੀ ਦੇ ਵਿੱਚ ਵੱਡੇ ਇਕੱਠ ਕੀਤੇ ਜਾਣੇ ਆ, ਉੱਥੋਂ ਵੀ ਜਿਹੜੇ ਕਿਸਾਨ ਨੇ ਉਹ ਪੰਜਾਬ ਤੋਂ ਜਾਣਗੇ। ਬਰਨਾਲੇ ਦੇ ਵਿੱਚ ਵੀ ਜਥੇਬੰਦੀਆਂ ਇਹਨੂੰ ਲੈ ਕੇ ਲਗਾਤਾਰ ਤਿਆਰੀ ਕਰ ਰਹੀਆਂ ਨੇ ਜੀ। ਤੇ ਬਾਕੀ ਅਧਿਆਪਕ ਜਥੇਬੰਦੀਆਂ ਨੇ ਵੀ ਕਹਿੰਦੇ ਪੂਰੀਆਂ ਤੱਤੀਆਂ ਹੋਈਆਂ ਪੁਤਲੇ ਫੂਕੇ ਜਾ ਰਹੇ ਨੇ ਜੀ। ਬਿਲਕੁਲ, ਜਿਹੜਾ ਸਾਂਝਾ ਅਧਿਆਪਕ ਮੋਰਚਾ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਸਾਰੇ ਜਿਹੜੇ ਅਧਿਆਪਕਾਂ ਦਾ ਇੱਕ ਸਾਂਝਾ ਫਰੰਟ ਬਣਿਆ ਗਾ,
ਉਹਨਾਂ ਨੇ ਅੱਜ ਜਿਹੜੇ ਸਾਡੇ ਸਿੱਖਿਆ ਸਕੱਤਰ ਨੇ ਕ੍ਰਿਸ਼ਨ ਕੁਮਾਰ, ਉਹਨਾਂ ਨੇ ਕਿਹਾ ਵੀ ਉਹ ਜਿਹੜਾ ਸਿੱਖਿਆ ਦਾ ਮਿਆਰ, ਸਿੱਖਿਆ ਨੂੰ ਸਿਆਸੀਕਰਨ ਕਰ ਰਹੇ ਨੇਗੇ ਤੇ ਜਿਹੜਾ ਅਧਿਆਪਕਾਂ ਦੇ ਵਾਧੂ ਬੋਝ ਆਨਲਾਈਨ ਪੜ੍ਹਾਈ ਦਾ ਪਾਇਆ ਗਿਆ ਜਾਂ ਹੋਰ ਕਈ ਤਰ੍ਹਾਂ ਦੇ ਕੰਮ ਨੇਗੇ ਜਿਹੜੇ ਬੇਫਾਲਤੂ ਕਰਵਾਏ ਜਾ ਰਹੇ ਨੇ, ਉਹਨਾਂ ਨੂੰ ਲੈ ਕੇ ਜਿਹੜੀ ਮੁੱਖ ਮੰਗ ਤਾਂ ਉਹਨਾਂ ਦੀ ਇਹ ਹੈ ਵੀ ਜਿਹੜੀ ਆਨਲਾਈਨ ਪੜ੍ਹਾਈ ਹੈਗੀ ਉਹ ਜਦੋਂ ਸਕੂਲ ਲੱਗਣੇ ਸ਼ੁਰੂ ਹੋ ਗਏ ਉਹਦਾ ਵਾਧੂ ਬੋਝ ਉਹ ਵਾਪਸ ਕੀਤਾ ਜਾਵੇ, ਕਿਉਂਕਿ ਜਿਹੜੇ ਆਮ ਘਰਾਂ ਦੇ ਜਾਂ ਗਰੀਬ ਬੱਚੇ ਨੇ ਉਹਨਾਂ ਕੋਲੇ ਜਿਹੜੇ ਸਮਾਰਟਫੋਨ ਵੀ ਹੈ ਨਹੀਂਗੇ, ਜਿਸ ਕਰਕੇ ਬੱਚਿਆਂ ਨੂੰ ਵੀ ਕਾਫੀ ਦਿੱਕਤ ਆ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਕਰੋਨਾ ਕਾਲ ਤੋਂ ਬਾਅਦ ਸਕੂਲ ਖੁੱਲੇ ਨੇ। ਉਹਨਾਂ ਦਾ ਇਹ ਕਹਿਣਾ ਗਾ ਵੀ ਜਿਹੜੇ ਸਕੂਲ ਕਾਫੀ ਲੰਮੇ ਸਮੇਂ ਬਾਅਦ ਖੁੱਲੇ ਨੇ ਤੇ ਵੀ ਅਸੀਂ ਜਿਹੜੀ ਆਪਦੀ ਐਜੂਕੇਸ਼ਨ ਆ ਉਹ ਵੀ ਜਿਹੜੀ ਸਕੂਲ ਟਾਈਮ ਤੋਂ ਬਾਅਦ ਕਰਨੀ ਆ। ਅੱਜ ਵੀ ਉਹਨਾਂ ਨੇ ਜਿਹੜਾ ਸਿੱਖਿਆ ਸਕੱਤਰ ਦਾ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਧਰਨਾ ਲਾ ਕੇ ਪੁਤਲਾ ਫੂਕਿਆ ਗਿਆ, ਉਹ ਵੀ 4 ਵਜੇ ਤੋਂ ਬਾਅਦ ਫੂਕਿਆ ਗਿਆ। ਉਹਨਾਂ ਨੇ ਕਿਹਾ ਵੀ ਅਸੀਂ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਨੁਕਸਾਨ ਆ ਉਹ ਨਹੀਂ ਕਰ ਰਹੇ, ਪਰ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਆਪਣੀਆਂ ਜਿਹੜੀਆਂ ਪੇ ਕਮਿਸ਼ਨ ਦੀ ਮੰਗ ਆ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਆ, ਹੋਰ ਬਹੁਤ ਸਾਰੀਆਂ, ਜਿਵੇਂ ਪਟਿਆਲੇ ਦੇ ਵਿੱਚ ਲਗਾਤਾਰ ਜਿਹੜੇ PTT ਟੀਚਰ ਨੇ, BEd ਟੈਟ ਪਾਸ ਨੇ, ਉਸ ਤਰ੍ਹਾਂ ਦੇ ਜਿਹੜੇ ਕਾਫੀ ਮਸਲੇ ਨੇ ਉਹਨਾਂ ਦੇ, ਉਹ ਵੀ ਮੰਗਾਂ ਜਾਉਂਦੀਆਂ ਤਿਉਂ ਨੇ। ਪਰ ਜਿਹੜੀ ਮੁੱਖ ਮੰਗ ਆ ਉਹ ਆਨਲਾਈਨ ਪੜ੍ਹਾਈ ਦੀ ਮੰਗ ਆ ਵੀ ਉਹਨੂੰ ਬੰਦ ਕੀਤਾ ਜਾਵੇ। ਵੀ ਜਿਹੜੀ ਚੀਜ਼ ਬਿਨਾਂ ਨਹੀਂ ਸਰਦਾਗਾ ਉਹ ਤੋਂ ਅਸੀਂ ਉਹ ਕਹਿੰਦੇ ਮੁਨਕਰ ਨਹੀਂ ਹੋ ਸਕਦੇ ਵੀ ਆਨਲਾਈਨ ਪੜ੍ਹਾਈ ਨੂੰ ਬਿਲਕੁਲ ਬੰਦ ਕੀਤਾ ਜਾਵੇ। ਪਰ ਜਿਹੜਾ ਵਾਧੂ ਬੋਝ ਉਹਨਾਂ ਨੇ ਕਿਹਾ ਵੀ ਜਦੋਂ ਕਲਾਸ ਦੇ ਵਿੱਚ ਇੱਕ ਟੀਚਰ ਕੋਲੇ 70 80 ਬੱਚੇ ਨੇਗੇ, ਉਹਨੂੰ ਸਕੂਲ ਦੇ ਵਿੱਚ ਜਿਹੜਾ ਉਹ ਆਨਲਾਈਨ ਕਿਸ ਤਰ੍ਹਾਂ ਪੜ੍ਹਾ ਸਕਦਾ, ਇਹ ਮੁਮਕਿਨ ਨਹੀਂ ਹੈਗਾ। ਇਹਨੂੰ ਲੈ ਕੇ ਉਹਨਾਂ ਦਾ ਰੋਸ ਹੈਗਾ ਕਾਫੀ ਜ਼ਿਆਦਾ। ਅੱਜ ਰੋਸ ਦੇ ਵਿੱਚ ਉਹਨਾਂ ਨੇ ਸਮੁੱਚੀਆਂ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅੱਗੇ ਰੋਸ ਧਰਨਾ ਦੇ ਕੇ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਦਾ ਜਿਹੜਾ ਪੁਤਲਾ ਗਾ ਉਹ ਸਾੜਿਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਵੀ ਜਿਹੜੇ ਅਧਿਆਪਕਾਂ ਦੇ ਤਮਾਮ ਮਸਲੇ ਨੇ ਉਹਨਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਕੀਤਾ ਜਾਊ। ਜੀ। ਸੋ ਹੋਰ ਕੋਈ ਖਾਸ ਮੀਂਹ ਕਣੀ ਦੀ ਅੱਜ ਕੀ ਸਥਿਤੀ ਹੈ ਜੀ? ਇੱਕ ਹੋਰ ਜੀ, ਅੱਜ ਹਰੀਸ਼ ਰਾਵਤ ਜੀ ਵੱਲੋਂ ਜਿਹੜਾ ਕਾਂਗਰਸ ਦੇ ਤੁਸੀਂ ਸੁਣਿਆ ਉਹਨਾਂ ਨੇ ਚਾਹੇ ਮਾਫੀ ਮੰਗ ਲਈ, ਪਰ ਕਿਉਂਕਿ ਸਿਆਸੀ ਪਾਰਟੀਆਂ ਤਾਂ ਜਦੋਂ ਵੀ ਕੋਈ ਖਾਸ ਤੌਰ ਤੇ ਚੋਣਾਂ ਦੇ ਦਿਨ ਨੇ ਉਦੋਂ ਉਹਨਾਂ ਨੂੰ ਕੋਈ ਨਾ ਕੋਈ ਉੱਥੇ ਲੱਭਣਾ ਚਾਹੀਦਾ। ਪਰ ਅੱਜ ਅਕਾਲੀ ਦਲ ਨੇ ਜਿਵੇਂ ਪੂਰੇ ਪੰਜਾਬ 'ਚ ਹਰੀਸ਼ ਰਾਵਤ ਦੇ ਪੁਤਲੇ ਫੂਕਿਆ, ਉਸੇ ਤਰ੍ਹਾਂ ਬਰਨਾਲਾ 'ਚ ਵੀ ਅਕਾਲੀ ਦਲ ਵੱਲੋਂ ਜਿਹੜੇ ਹਰੀਸ਼ ਰਾਵਤ ਦਾ ਜਿਹੜਾ ਪੁਤਲਾ ਉਹ ਸਾੜਿਆ ਗਿਆ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਤੇ ਹੁਣ ਰੁਖ ਕਰਦੇ ਹਾਂ ਜੀ ਨਾਭੇ ਦਾ। ਗੁਰਤੇਜ ਥੂਹੀ ਮੇਰੇ ਨਾਲ ਨੇ। ਗੁਰਤੇਜ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਹੋਲਡ ਕਰੋ ਜੀ। ਹਾਂਜੀ ਗੁਰਤੇਜ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਗੁਰਤੇਜ ਜੀ, ਸਭ ਤੋਂ ਪਹਿਲਾਂ ਗੱਲ ਕਰੀਏ, ਕਹਿੰਦੇ ਨਹਿਰੀ ਮਹਿਕਮਾ ਸੁੱਤਿਆ ਪਿਆ ਜੀ, ਲੋਕਾਂ ਨੂੰ ਬੜੀ ਮੁਸ਼ਕਲ ਹੋਈ ਪਈ ਹੈ ਜੀ, ਕੀ ਆ ਮਾਮਲਾ? ਮੈਂ ਸਾਰੇ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਜੀ, ਸਾਡੇ ਜ਼ਿਲ੍ਹਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਜ਼ਿਲ੍ਹਾ ਹੈ ਜੀ, ਉਸ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਇੱਥੇ ਨਾ ਸਾਡੇ ਵਿਧਾਨ ਸਭਾ ਹਲਕਾ ਪੈਂਦਾ ਨਾਭਾ, ਜਿੱਥੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਜ਼ੀਰ ਬਣੇ ਨੇ ਜਿੱਤ ਕੇ ਜੀ। ਇੱਥੋਂ ਸਾਡੇ ਨੇੜੇ ਦੀ ਘੱਗਰ ਬਰਾਂਚ ਹੈ ਜਿਹੜੀ ਨਹਿਰ ਲੰਘਦੀ ਹੈ ਜੀ। ਅੱਛਾ ਜੀ। ਉੱਥੇ ਇੱਕ ਨਹਿਰੀ ਮਹਿਕਮੇ ਦੀ ਬਹੁਤ ਵੱਡੀ ਅਣਗਹਿਲੀ ਕਹਿ ਲਓ, ਨਲਾਇਕੀ ਕਹਿ ਲਓ, ਸਾਹਮਣੇ ਆਈ ਹੈ ਕਿ ਜਿਹੜਾ ਇੱਥੇ ਥੂਹੀ ਪਿੰਡ ਪੈਂਦਾ, ਇੱਥੋਂ ਇੱਕ ਮਤਲਬ ਨਾਭੇ ਦੇ ਨੇੜੇ ਦੇ ਲਹਿਰੇ ਕਾਗੇ ਨੂੰ ਇੱਕ ਨਹਿਰ ਘੱਗਰ ਬਰਾਂਚ, ਉਸ ਨਹਿਰ ਦਾ ਨਾਂ ਹੈ ਜੀ, ਉਹ ਨਹਿਰ ਲੰਘਦੀ ਹੈ ਜੀ। ਜਿਹੜੀ ਆ ਰੋਟੀ ਪੁਲ ਵਾਲੀ ਨਾ? ਹਾਂਜੀ ਰੋਟੀ ਪੁਲ ਵਾਲੀ ਸਰ, ਬਿਲਕੁਲ ਜੀ। ਇਹ ਸਰ 2011 ਦੇ ਵਿੱਚ ਨਹਿਰ ਪੱਕੀ ਹੋਈ ਸੀ ਤੇ ਜਿਹੜੇ ਠੇਕੇਦਾਰਾਂ ਕੋਲੇ ਠੇਕਾ ਸੀ ਨਹਿਰ ਪੱਕੀ ਕਰਨ ਦਾ, ਉਹ ਜਿਹੜੀ ਪਟੜੀ ਬਹੁਤ ਵਧੀਆ ਚੱਲਦੀ ਸੀ, ਠੇਕੇਦਾਰਾਂ ਨੇ ਉਹ ਮਲਬਾ ਸਾਰਾ ਪਟੜੀ ਤੇ ਸੁੱਟਤਾ ਜੀ। ਅੱਛਾ ਜੀ। ਉਸ ਤੋਂ ਬਾਅਦ ਉਹ ਚੱਕਿਆ ਨਹੀਂ, ਉਸ ਤੋਂ ਬਾਅਦ ਉਹ ਪਟੜੀ ਬਲੌਕ ਹੋ ਗਈ, ਕਿਤੇ ਮਿੱਟੀ ਦੀਆਂ ਢੇਰੀਆਂ ਲਾਤੀਆਂ, ਇੱਟਾਂ ਵੱਟੇ, ਮਲਬਾ ਸੁੱਟਤਾ। ਉਸ ਤੋਂ ਬਾਅਦ ਘਾਹ ਫੂਸ ਹੋ ਗਿਆ ਤੇ ਉਹ ਬਿਲਕੁਲ ਮਤਲਬ ਜੰਗਲ ਦੀ ਤਰ੍ਹਾਂ ਹੋ ਗਿਆ। ਮਤਲਬ 10 ਸਾਲ ਮਹਿਕਮਾ ਜਿਹੜਾ ਕੁੰਭ ਕਰਦੇ ਨੀਂਦ ਸੁੱਤਾ ਰਿਹਾ ਜੀ, ਤੇ ਲਗਾਤਾਰ 10 ਸਾਲ ਸਿਸਟਮ ਦਾ ਕਿੱਡਾ ਵੱਡਾ ਫੇਲੀਅਰ ਹੈ ਕਿ 10 ਸਾਲ ਉਹ ਰਸਤਾ ਬਿਲਕੁਲ ਬਲੌਕ ਰਿਹਾ ਜੀ। ਤੇ ਉਹ ਹੁਣ ਰੇਡੀਓ ਪੰਜਾਬ ਟੁਡੇ ਤੇ ਵੀ ਖਬਰ ਆਪਾਂ ਨੇ ਪਹਿਲ ਦੇ ਆਧਾਰ ਤੇ ਚਲਾਈ ਸੀ ਤੇ ਪ੍ਰੈਸ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਆ ਜਿਹੜਾ ਹਰਕਤ 'ਚ ਆਇਆ ਤੇ ਅੱਜ ਉੱਥੇ 10 ਸਾਲ ਬਾਅਦ ਮਹਿਕਮੇ ਦੀ ਨੀਂਦ ਖੁੱਲੀ ਹੈ ਤੇ ਹੁਣ ਉਹ ਰਸਤਾ ਜਿਹੜਾ ਉਹ ਸਫਾਈ ਸ਼ੁਰੂ ਹੋਈ ਹੈ। ਸੋ ਪੰਜਾਬ ਦੇ ਹਾਲਾਤ ਨੇ ਜਿਹੜੇ, ਕਿਸ ਤਰ੍ਹਾਂ ਸਰਕਾਰੀ ਵਿਭਾਗ ਨੇ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਤੋਂ ਆਨਾਕਾਨੀ ਕਰ ਰਹੇ ਨੇ, ਸੁੱਤੇ ਹੋਏ ਨੇ, ਉਹਦੀ ਜਿਉਂਦੀ ਜਾਗਦੀ ਤਸਵੀਰ ਹੈ ਜੀ।
ਤੇ ਜਿਹੜੀ ਉਹ ਨਹਿਰ ਦੀ ਉਹ ਪਟੜੀ ਤੇ ਮਤਲਬ ਉੱਥੇ ਤੁਸੀਂ ਲਾ ਲਓ ਵੀ ਜਿਹੜੇ ਵੀ ਉੱਥੇ ਮੁਲਾਜ਼ਮ ਨੇ, ਕੋਈ ਮੇਟ ਨੇ ਜਾਂ ਹੋਰ ਨੇ, ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਤਨਖਾਹਾਂ ਵੀ ਲੈਂਦੇ ਨੇ, ਔਰ ਉਹ ਕਾਗਜ਼ਾਂ 'ਚ ਪਤਾ ਨਹੀਂ ਅੱਜ ਤੱਕ ਉੱਥੇ ਕਿੰਨੀ ਵਾਰ ਸਫਾਈ ਹੋਊਗੀ, ਕਿੰਨੀ ਵਾਰ ਉੱਥੇ ਕੀ ਮਤਲਬ ਉੱਥੇ ਮਤਲਬ ਬਹੁਤ ਵੱਡੀ ਜਾਂਚ ਦਾ ਇੱਕ ਵਿਸ਼ਾ ਹੈ ਕਿ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਤੇ ਉਹ ਜਿਹੜੀ ਇਸ ਇਲਾਕੇ ਦੀ ਬਹੁਤ ਵੱਡੀ ਇਹ ਇੱਕ ਜਿਹੜਾ ਹੈਗਾ ਘਟਨਾ ਜਿਹੜੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਸ ਦਰਸ਼ਕਾਂ ਦੇ ਸਾਹਮਣੇ ਲਿਆਂਦੀ ਹੈ ਸਰ। ਜੀ ਸੋ ਇਹਦੇ ਬਾਰੇ ਕੁਛ ਜਿਹੜੇ ਨੇ ਮਹਿਕਮੇ ਦਾ ਕੀ ਕਹਿਣਾ ਜੀ? ਮਹਿਕਮੇ ਅੱਜ ਅਸੀਂ ਐਸਸੀ ਸਾਹਿਬ ਨੂੰ ਮਿਲੇ ਸੀਗੇ ਜੀ, ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਕਿ 10 ਸਾਲ ਤੋਂ ਜਿਹੜਾ ਇਹ ਰਸਤਾ ਬੰਦ ਪਿਆ ਵੀ ਬਹੁਤ ਵੱਡੀ ਅਣਗਹਿਲੀ ਹੈ ਜਿਹੜੀ ਮਹਿਕਮੇ ਦੇ ਸਾਹਮਣੇ ਆਈ ਹੈ ਵੀ ਤੁਸੀਂ ਉਹਨਾਂ ਸੰਬੰਧਿਤ ਅਧਿਕਾਰੀਆਂ ਤੇ ਕਾਰਵਾਈ ਕਰੋ ਜੀ, ਤਾਂ ਕਿ ਉਦਾਹਰਨ ਸੈੱਟ ਹੋਵੇ, ਅੱਗੇ ਨੂੰ ਕੋਈ ਇਹੋ ਜਿਹੀ ਜਿਹੜੀ ਗਲਤੀ ਹੈ ਕੋਈ ਹਰਕਤ ਨਾ ਕਰੇ। ਵੀ ਲੋਕਾਂ ਦੀ ਸਹੂਲਤ ਲਈ ਇਹ ਮਹਿਕਮੇ ਬਣਾਏ ਗਏ ਨੇ ਵੀ ਹੁਣ, ਕਿਉਂਕਿ ਮੈਂ ਇਹ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਅੱਗੇ ਨਿਜ਼ਾਮਪੁਰ ਤੋਂ ਲੈ ਕੇ ਲਹਿਰੇ ਗਾਗੇ ਤੱਕ ਸੜਕ ਬਣ ਚੁੱਕੀ ਹੈ ਜੀ। ਇਹ ਆਲੇ ਦੁਆਲੇ 20 ਪਿੰਡਾਂ ਦੇ ਕਰੀਬ ਜਿਹੜਾ ਬਹੁਤ ਹੀ ਸ਼ਾਰਟਕੱਟ ਜਿਹੜਾ ਰਸਤਾ ਹੈ ਤੇ ਉਹਦੇ ਤੋਂ ਵਾਂਝਾ ਰੱਖਿਆ ਗਿਆ ਤੇ ਉਹਨਾਂ ਨੇ ਇਹ ਭਰੋਸਾ ਤਾਂ ਦਿਵਾਇਆ ਕਿ ਅਸੀਂ ਬਹੁਤ ਹੁਣ ਇਹਨਾਂ ਨੂੰ ਜਲਦੀ ਠੀਕ ਕਰ ਦਾਂਗੇ, ਪਰ 10 ਸਾਲ ਹੈ ਜਿਹੜਾ ਬਹੁਤ ਵੱਡੀ ਅਣਗਹਿਲੀ ਹੈ ਜਿਹੜੀ ਮਹਿਕਮੇ ਦੀ ਇਹ ਸਾਹਮਣੇ ਆਈ ਹੈ ਜੀ। ਤੇ ਅਕਾਲੀ ਦਲ 'ਚ ਕਿਸ ਗੱਲ ਨੂੰ ਲੈ ਕੇ ਬਗਾਵਤ ਹੋ ਗਈ ਜੀ ਤੁਹਾਡੇ ਇਲਾਕੇ 'ਚ? ਸਰ 90 ਦੇ ਵਿੱਚ ਨਾ ਇੱਥੇ ਰਾਜਾ ਨਰਿੰਦਰ ਸਿੰਘ ਰਹੇ ਨੇ ਜੋ ਕਿ ਕੈਬਨਿਟ ਵਜ਼ੀਰ ਵੀ ਰਹੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਰਹੇ ਨੇ ਜੀ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜਿਹੜੇ ਉਹ ਥੂਹੀ ਪਿੰਡ, ਹਰਮੇਲ ਸਿੰਘ ਟੌੜਾ ਨੇ ਜਿਹੜੇ ਉਹਨਾਂ ਦੇ ਜਵਾਈ, ਉਹਨਾਂ ਦਾ ਪਿੰਡ ਥੂਹੀ ਹੈ ਜੀ। ਜਿਹੜਾ 90 ਦੇ ਵਿੱਚ ਮਤਲਬ ਉਹ ਰਾਜਾ ਨਰਿੰਦਰ ਸਿੰਘ ਨੇ ਜਿਹੜੇ ਗੁਰਚਰਨ ਸਿੰਘ ਟੌੜਾ ਨੂੰ ਹਮੇਸ਼ਾ ਟੱਕਰ ਦਿੰਦੇ ਰਹੇ ਨੇ, ਮਤਲਬ ਰਾਜਾ ਨਰਿੰਦਰ ਸਿੰਘ ਉਹਨਾਂ ਦਾ ਜਿਹੜਾ ਪਰਿਵਾਰ ਹੈ, ਜਦੋਂ ਇੱਥੋਂ ਬਾਬੂ ਕਬੀਰ ਦਾਸ ਨੇ ਜਿਹੜੇ ਉਹਨਾਂ ਨੂੰ ਹਲਕਾ ਇੰਚਾਰਜ ਲਾਇਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਵੱਲੋਂ ਜੀ, ਉਹ ਜਿਹੜਾ ਸਾਬਕਾ ਹਲਕਾ ਇੰਚਾਰਜ ਹੈ ਮੱਖਣ ਸਿੰਘ ਲਾਲਕਾ ਜਿਹੜੇ ਟਿਕਟ ਦੇ ਦਾਅਵੇਦਾਰ ਨੇ ਜੀ, ਤੇ ਕੈਬਨਿਟ ਵਜ਼ੀਰ ਜਿਹੜੇ ਰਹੇ ਨੇ ਰਾਜਾ ਨਰਿੰਦਰ ਸਿੰਘ ਉਹਦਾ ਪਰਿਵਾਰ, ਉਹ ਕਹਿੰਦੇ ਵੀ ਸਾਨੂੰ ਪੁੱਛਿਆ ਨਹੀਂ ਗਿਆ ਹੈਗਾ ਤੇ ਇਸ ਕਰਕੇ ਉਹਨਾਂ ਨੇ ਬਗਾਵਤ ਹੈ ਜਿਹੜੀ ਪਿਛਲੇ ਦਿਨ ਇੱਕ ਵੱਡੀ ਰੈਲੀ ਹੈ ਜਿਹੜੀ ਨਾਭਾ ਦੇ ਵਿੱਚ ਕਬੀਰ ਦਾਸ ਦੇ ਅਕਾਲੀ ਦਲ ਦੇ ਖਿਲਾਫ ਕੀਤੀ ਹੈ ਜੀ। ਔਰ ਬਾਜੀਗਰ ਭਾਈਚਾਰੇ ਦੇ ਪੰਜਾਬ ਦੇ ਸਰਪ੍ਰਸਤ ਨੇ ਮੱਖਣ ਸਿੰਘ ਲਾਲਕਾ ਤੇ ਕੈਬਨਿਟ ਵਜ਼ੀਰ ਜਿਹੜੇ ਰਹੇ ਨੇ ਰਾਜਾ ਨਰਿੰਦਰ ਸਿੰਘ, ਉਹਨਾਂ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਜੇਕਰ ਨਾਭੇ ਦਾ ਹਲਕਾ ਇੰਚਾਰਜ ਨਾ ਬਦਲਿਆ ਗਿਆ ਤਾਂ ਇੱਥੋਂ ਜਿਹੜਾ ਹੈਗਾ ਮੱਖਣ ਸਿੰਘ ਲਾਲਕਾ ਉਹ ਆਜ਼ਾਦ ਤੌਰ ਤੇ ਉਹ ਚੋਣ ਵੀ ਲੜਨਗੇ ਜੀ, ਔਰ ਜਿਹੜਾ ਡਟ ਕੇ ਉਹ ਅਕਾਲੀ ਦਲ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾਊਗਾ। ਤੇ ਮੱਖਣ ਸਿੰਘ ਲਾਲਕਾ ਨੇ ਇਹ ਵੀ ਕਿਹਾ ਵੀ ਪੰਜਾਬ ਦੇ ਵਿੱਚ ਅਸੀਂ ਜਿਹੜਾ ਬਾਜੀਗਰ ਭਾਈਚਾਰਾ ਹੈ ਇਹਨੂੰ ਇੱਕ ਵੀ ਟਿਕਟ ਅਕਾਲੀ ਦਲ ਵੱਲੋਂ ਨਹੀਂ ਦਿੱਤੀ ਗਈ। ਅਸੀਂ ਸਾਰੇ ਪੰਜਾਬ 'ਚ ਉਮੀਦਵਾਰ ਖੜੇ ਕਰਾਂਗੇ ਵੀ ਜੇਕਰ ਅਕਾਲੀ ਦਲ ਨੇ ਬਣਦੀ ਨੁਮਾਇੰਦਗੀ ਜਿਹੜੀ ਉਹ ਬਾਜੀਗਰ ਭਾਈਚਾਰੇ ਨੂੰ ਨਾ ਦਿੱਤੀ, ਇਸ ਕਰਕੇ ਨਾਭਾ ਸੀਟ ਦੇ ਲੱਗਦਾ ਵੀ ਅਕਾਲੀ ਦਲ ਨੂੰ ਜਿਹੜਾ ਹੈਗਾ ਇਸ ਚੀਜ਼ ਦਾ ਨੁਕਸਾਨ ਹੈ ਜਿਹੜਾ ਉਠਾਉਣਾ ਪੈ ਸਕਦਾ ਜੀ। ਸੋ ਬਿਲਕੁਲ ਜੀ, ਹਾਲਾਤ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਜਿਹੜੀਆਂ ਹੋ ਗਏ ਨੇ ਹਾਂਜੀ। ਤੇ ਮੌਸਮ ਦੀ ਕਿਵੇਂ ਅੱਜ ਮੀਂਹ ਕਣੀ ਜੀ? ਮੌਸਮ ਠੀਕ ਹੈ, ਦਿਨ ਤੇ ਅੱਜ ਥੋੜੇ ਜਿਹੇ ਗਰਜ ਨਾਲ ਛਿੱਟੇ ਪਏ ਹੈ ਜੀ, ਬੱਦਲਬਾਈ ਥੋੜੀ ਬਹੁਤੀ ਹੈਗੀ ਹੈ ਜੀ। ਵੈਸੇ ਹੁਣ ਧੁੱਪ ਨਿਕਲੀ ਹੋਈ ਹੈ, ਮੌਸਮ ਸਾਫ਼ ਹੈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਹਿਬ ਸਮਾਂ ਦੇਣ ਦੇ ਲਈ। ਧੰਨਵਾਦ ਜੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਮੈਂ ਆਗਿਆ ਲੈਣਾ। ਫਿਰ ਮੁਲਾਕਾਤ ਹੋਏਗੀ ਕੱਲ ਨੂੰ। ਜੁੜੇ ਰਹੋ ਰੇਡੀਓ ਪੰਜਾਬ। ਸ਼ਮਾਦਾਨ।